ਪੱਖ ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਮੋਹਾਲੀ ਤੋਂ ਸਬਦੀਸ਼ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਅਤੇ ਜਲੰਧਰ ਤੋਂ ਦਿਲਰਾਜ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਗੱਲਬਾਤ ਸ਼ੁਰੂ ਕਰਾਂਗੇ ਪੰਜਾਬ ਦੀ ਰਾਜਨੀਤੀ ਤੋਂ, ਜਿੱਥੇ ਕਿ ਇਲੈਕਸ਼ਨ ਆਉਣ ਦੇ ਕਾਰਨ ਪੰਜਾਬ ਅਤੇ ਯੂਪੀ ਵਿੱਚ ਮੁੱਦੇ ਕਾਫੀ ਭਖੇ ਹੋਏ ਨੇ। ਇਲੈਕਸ਼ਨ ਤੇ 5 ਸਟੇਟਾਂ ਚੋਣੀਆਂ, ਪਰ ਫॉर ਸਮ ਰੀਜ਼ਨ ਇਹਨਾਂ ਦੋਵਾਂ ਸਟੇਟਾਂ ਵਿੱਚ ਮੁੱਦੇ ਕਾਫੀ ਜ਼ਿਆਦਾ ਭਖੇ ਨੇ। ਇਲੈਕਸ਼ਨ ਤੋਂ ਪੰਜਾਬ ਦੀ ਜੇ ਗੱਲ ਕਰੀਏ ਤੇ ਸਿੱਧੂ ਸਾਹਿਬ ਦਾ ਮੁੱਦਾ ਕਾਫੀ ਭਖਿਆ ਹੋਇਆ ਵਾ, ਤੇ ਜੇ ਯੂਪੀ ਦੀ ਗੱਲ ਕਰੀਏ ਤੇ ਅਖਿਲੇਸ਼ ਯਾਦਵ ਅਤੇ ਮੁਲਾਇਮ ਸਿੰਘ ਯਾਦਵ ਵਿੱਚ ਜੋ ਇੱਕ ਲੜਾਈ ਜੋ ਪਿਓ ਪੁੱਤ ਦੇ ਵਿੱਚ ਛਿੜੀ ਹੋਈ ਹੈ, ਉਹ ਵੀ ਕਾਫੀ ਭਖੀ ਹੋਈ ਆ। ਗੱਲਬਾਤ ਸ਼ੁਰੂ ਕਰਾਂਗੇ ਪੰਜਾਬ ਦੀ ਇਲੈਕਸ਼ਨ ਤੋਂ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਕਿਤੇ ਨਾ ਕਿਤੇ ਇੱਕ ਐਸੇ ਕਨਫਿਊਜ਼ ਕੀਤਾ ਹੋਇਆ ਸੀ। ਕਰੀਏ ਤਾਂ ਪੋਲੀਟੀਕਲ ਲੀਡਰਾਂ ਦੀ ਗੱਲ ਕਰੀਏ, ਕਿਤੇ ਨਾ ਕਿਤੇ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਸਿੱਧੂ ਸਾਹਿਬ ਕਿਹੜੀ ਪਾਰਟੀ ਦਾ ਰੁਖ ਕਰਨਗੇ। ਥੋੜੀ ਜਿਹੀ ਟੈਕਨੀਕਲ ਡਿਫੀਕਲਟੀ ਆ ਰਹੀ ਹੈ। ਮੈਂ ਆਪਣੇ ਸਾਥੀਆਂ ਨੂੰ ਕਹੂੰਗਾ ਸਿੱਧੂ ਸਾਹਿਬ ਦੇ ਮੁੱਦੇ ਤੇ ਗੱਲ ਕਰਨ। ਮੀਨਵਾਈਲ ਮੈਂ ਆਪਣੀ ਟੀਮ ਨਾਲ ਟੈਕਨੀਕਲ ਡਿਫੀਕਲਟੀ ਸੋਲਵ ਕਰੂੰਗਾ। ਸਬਦੀਸ਼ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਸਿੱਧੂ ਸਾਹਿਬ ਦੀ ਕੱਲ ਹੋਈ ਗੱਲਬਾਤ ਉੱਤੇ। ਹਰਪ੍ਰੀਤ ਜੀ, ਨਵਜੋਤ ਸਿੰਘ ਸਿੱਧੂ ਨੇ ਇੱਕ ਰਹੱਸ ਨੂੰ ਖਤਮ ਕਰ ਦਿੱਤਾ। ਇੰਨੀ ਗੱਲ ਲਈ ਤੇ ਉਹਨਾਂ ਦਾ ਜ਼ਰੂਰ ਸਵਾਗਤ ਕੀਤਾ ਜਾਣਾ ਚਾਹੀਦਾ। ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਕਾਫੀ ਦੇਰ ਤੱਕ ਭੰਬਲ ਭੂਸੇ ਵਿੱਚ ਪਾਈ ਰੱਖਿਆ, ਜਾਂ ਇਹ ਕਹਿ ਲਈਏ ਕਿ ਉਹ ਆਪ ਇੰਨੇ ਭੰਬਲ ਭੂਸੇ ਵਿੱਚ ਸਨ ਕਿ ਉਹਨਾਂ ਨੂੰ ਲੋਕਾਂ ਨੂੰ ਭਰਮ ਭੁਲੇਖੇ ਦੇ ਵਿੱਚ ਰੱਖਣਾ ਹੀ ਪੈਣਾ ਸੀ। ਅੱਜ ਦੀ ਤਰੀਕ ਵਿੱਚ ਜਦੋਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਤਾਂ ਉਹ ਉਸੇ ਕਾਂਗਰਸ ਨੂੰ ਜੁਆਇਨ ਕਰ ਗਏ ਨੇ ਜਿਹੜੀ ਕਾਂਗਰਸ ਬਾਰੇ ਉਹ ਬਹੁਤ ਕੁਝ ਕਿਹਾ ਕਰਦੇ ਸਨ। ਜੇ ਅਸੀਂ ਪੰਜਾਬ ਦੇ ਪ੍ਰਸੰਗ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਦੀ ਪੂਰੀ ਕੋਸ਼ਿਸ਼ ਇਹੀ ਰਹੀ ਕਿ ਉਹ ਦਿੱਲੀ ਜਾ ਕੇ ਪਾਰਟੀ ਨੂੰ ਜੁਆਇਨ ਕਰਨ, ਰਾਹੁਲ ਗਾਂਧੀ ਦੇ ਨਾਲ ਮੇਲ ਮੁਲਾਕਾਤ ਕਰਕੇ ਪਾਰਟੀ ਨੂੰ ਜੁਆਇਨ ਕਰਨ, ਤਾਂ ਕਿ ਉਹਨਾਂ ਨੂੰ ਕੌਮੀ ਮੀਡੀਆ ਦੀ ਜਿਹੜੀ ਹੈਗੀ ਵੇਟੇਜ ਮਿਲ ਸਕੇ। ਔਰ ਉਹ ਉਹਨਾਂ ਨੂੰ ਮਿਲੀ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਇੰਨੀ ਹੈਸੀਅਤ ਉਹ ਰੱਖਦੇ ਵੀ ਸਨ ਕਿ ਉਹਨਾਂ ਨੂੰ ਇਹ ਵੇਟੇਜ ਮਿਲ ਜਾਂਦੀ। ਪਰ ਉਹਨਾਂ ਨੂੰ ਯਾਦ ਵੀ ਕਰਵਾਇਆ ਗਿਆ ਮੀਡੀਆ ਵੱਲੋਂ ਕਿ ਇਹ ਤੁਸੀਂ ਉਸੇ ਕਾਂਗਰਸ ਨੂੰ ਤੇ ਉਸੇ ਰਾਹੁਲ ਗਾਂਧੀ ਨੂੰ ਸਵੀਕਾਰ ਕਰਨ ਜਾ ਰਹੇ ਹੋ ਜਿਹੜੇ ਰਾਹੁਲ ਗਾਂਧੀ ਨੂੰ ਤੁਸੀਂ ਕਦੇ ਕਿਹਾ ਕਰਦੇ ਸੀ ਕਿ ਰਾਹੁਲ ਬਾਬਾ ਸਕੂਲ ਜਾਓ ਤਾਂ ਕਿ ਤੁਹਾਨੂੰ ਰਾਸ਼ਟਰਵਾਦ ਤੇ ਰਾਸ਼ਟਰ ਦੇ ਅਰਥਾਂ ਦੇ ਸਮਝ ਆ ਸਕਣ। ਜਦੋਂ ਰਾਸ਼ਟਰਵਾਦ ਦੀ ਬਹਿਸ ਪੰਜਾਬ ਦੇ ਵਿੱਚ ਬੀਜੇਪੀ ਨੇ ਉਠਾ ਰੱਖੀ ਸੀ, ਖਾਸ ਕਰਕੇ JNU ਦੇ ਮਾਮਲੇ ਤੋਂ ਬਾਅਦ, ਇਹੀ ਸਿੱਧੂ ਸਾਹਿਬ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਤਾਂ ਮੁੰਨੀ ਤੋਂ ਵੱਧ ਬਦਨਾਮ ਹੋ ਗਈ ਹੈ, ਇਹ ਉਸੇ ਕਾਂਗਰਸ ਨੂੰ ਜੁਆਇਨ ਕਰ ਰਹੇ ਨੇ ਜਿਹਦੇ ਪੰਜਾਬ ਦੇ ਪ੍ਰਧਾਨ ਨੇ ਕਦੇ ਕਿਹਾ ਸੀ ਕਿ ਅਸੀਂ ਨਵਜੋਤ ਸਿੱਧੂ ਜੋੜੀ ਨੂੰ ਪਾਰਟੀ ਵਿੱਚ ਲਿਆ ਕੇ ਇੱਕ ਹੋਰ ਜਗਮੀਤ ਸਿੰਘ ਵਰਗਾ ਬਖੇੜਾ ਪਾਰਟੀ ਦੇ ਅੰਦਰ ਖੜਾ ਨਹੀਂ ਕਰਨਾ ਚਾਹਾਂਗੇ। ਲੋਕਾਂ ਨੇ ਵੀ ਇਸ ਗੱਲ ਦਾ ਸਵਾਲ ਜਦੋਂ ਨਵਜੋਤ ਸਿੰਘ ਸਿੱਧੂ ਸਾਹਮਣੇ ਕੀਤਾ ਤਾਂ ਨਵਜੋਤ ਸਿੰਘ ਸਿੱਧੂ ਨੇ ਬਿਲਕੁਲ ਉਸੇ ਅੰਦਾਜ਼ ਦੇ ਵਿੱਚ ਗੱਲ ਕੀਤੀ ਕਿ ਜੇ ਲਾਲੂ ਨਤੀਸ਼ ਮਿਲ ਸਕਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਲ ਕਰਨ 'ਚ ਕੀ ਤਕਲੀਫ ਆ, ਜੇ ਟੇਬਲ ਦੇ ਉੱਤੇ ਬੈਠ ਜਾਈਏ ਤਾਂ ਮੁੱਦੇ ਮੁੱਕ ਜਾਂਦੇ ਨੇ। ਉਹਨਾਂ ਨੇ ਤਾਂ ਆਪਣੇ ਇਤਿਹਾਸਕ ਜਿਹੜੇ ਮਤਲਬ ਹਵਾਲੇ ਦੇ ਕੇ ਇਹ ਵੀ ਕਹਿਣ ਦਾ ਯਤਨ ਕੀਤਾ ਕਿ ਜਿਹੜੀ ਭਾਜਪਾ ਵਾ ਉਹ ਉਹਨਾਂ ਲਈ ਕਈ ਬਣ ਗਈ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਬਦਲ ਵਜੋਂ ਉਹਨਾਂ ਨੇ ਜਦੋਂ ਕਾਂਗਰਸ ਨੂੰ ਚੁਣਿਆ ਤੇ ਕਾਂਗਰਸ ਕੁਸ਼ਲਿਆ ਬਣ ਗਈ ਹੈ। ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਮੰਤਰਾ ਕੌਣ ਹੈ। ਅਸੀਂ ਇਸ ਤੇ ਬਹਿਸ ਨਹੀਂ ਕਰਦੇ ਕਿ ਉਹ ਮੰਤਰਾ ਕਹਿ ਕੇ ਕੀ ਸਾਬਤ ਕਰਨਾ ਚਾਹੁੰਦੇ ਆ, ਪਰ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਤਰੀਕੇ ਨਾਲ ਆਪਣੀ ਗੱਲ ਕਰਦੇ ਨੇ ਉਹਦੇ 'ਚ ਜਿਹੜੀ ਸਭ ਤੋਂ ਸਹੀ ਗੱਲ ਉਹਨਾਂ ਦੇ ਮੂੰਹੋਂ ਨਿਕਲੀ ਹੈ ਔਰ ਉਹਦੇ ਬੇਸ਼ੱਕ ਅਰਥ ਅਸੀਂ ਜੋ ਮਰਜ਼ੀ ਕਰੀਏ, ਉਹ ਇਹੀ ਨਿਕਲੀ ਹੈ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਇਸ ਕਰਕੇ ਤਲਾਂਜਲੀ ਦਿੱਤੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਅਲਾਇੰਸ ਨੂੰ ਚੂਜ਼ ਕੀਤਾ ਤੇ ਨਵਜੋਤ ਸਿੰਘ ਸਿੱਧੂ ਦੇ ਕਹਿਣ ਮੁਤਾਬਕ ਉਹਨਾਂ ਨੇ ਪੰਜਾਬ ਨੂੰ ਚੂਜ਼ ਕੀਤਾ। ਪਰ ਪੰਜਾਬ ਨੂੰ ਚੂਜ਼ ਕਰਦਿਆਂ ਉਹਨਾਂ ਨੇ ਇੰਨੀ ਦੇਰ ਕਿਉਂ ਲਾਈ ਕਿ ਇੰਨੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਪੰਜਾਬ ਨੂੰ ਚੁਣ ਲਿਆ ਵਾ ਅਲਾਇੰਸ ਦੀ ਜਗ੍ਹਾ ਦੇ ਉੱਤੇ, ਕਿ ਉਹ ਇੰਨੇ ਦਿਨਾਂ ਦੇ ਵਿੱਚ ਪੰਜਾਬ ਦੇ ਲਈ ਕੁਝ ਚੰਗਾ ਕਰ ਵੀ ਸਕਣਗੇ ਕਿ ਨਹੀਂ। ਬਾਕੀ ਉਹਨਾਂ ਨੇ ਇੱਕ ਗੱਲ ਬਹੁਤ ਸਪਸ਼ਟ ਕਰ ਦਿੱਤੀ ਹੈ ਕਿ ਉਹ ਕਮੇਡੀਅਨ ਵਜੋਂ ਆਪਣੇ ਕੈਰੀਅਰ ਨੂੰ ਤਲਾਂਜਲੀ ਨਹੀਂ ਦੇ ਰਿਹਾ। ਉੱਥੇ ਲੋਕਾਂ ਨੂੰ ਉਹਨਾਂ ਨੇ ਭਰੋਸਾ ਦੇ ਹੀ ਦਿੱਤਾ ਕਿ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਰਹਾਂਗਾ ਔਰ ਮੇਰਾ ਖਿਆਲ ਹੈ ਕਿ ਉਹ ਇਸੇ ਤਰ੍ਹਾਂ ਲੋਕਾਂ ਲਈ ਕਮੇਡੀਅਨ ਦੇ ਤੌਰ ਤੇ ਪੋਲੀਟਿਕਸ ਦੇ ਵਿੱਚ ਵੀ ਹਾਜ਼ਰ ਰਹਿਣਗੇ।
ਹਾਂਜੀ ਮੇਰਾ ਖਿਆਲ ਹੈ ਸ਼ਿਵਦੀਪ ਜੀ, ਸਿੱਧੂ ਸਾਹਿਬ ਜਿਹੜੇ ਹੈਗੇ ਉਹਨਾਂ ਨੇਤਾਵਾਂ ਦੀ ਬਹੁਤ ਲੰਮੀ ਲਾਈਨ ਦੇ ਵਿੱਚ ਜੁੜ ਕੇ ਲੱਗਦੇ ਨੇ ਜਿਹੜੇ ਪੰਜਾਬ ਬਚਾਉਣ ਲੱਗੇ ਹੋਏ ਨੇ। ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੇ ਪਰਿਵਾਰ ਦੇ ਪਿਛਲੇ 60 ਸਾਲਾਂ ਤੋਂ ਪੰਜਾਬ ਬਚਾ ਰਹੇ ਨੇ। ਕਾਂਗਰਸ ਉਹਨਾਂ ਤੋਂ ਵੀ ਵੱਧ ਮੇਰਾ ਖਿਆਲ 1947 ਤੋਂ ਹੀ ਪੰਜਾਬ ਬਚਾ ਰਹੀ ਹੈ। ਆਮ ਆਦਮੀ ਪਾਰਟੀ ਬੜੇ ਜ਼ੋਰ ਸ਼ੋਰ ਨਾਲ ਪੰਜਾਬ ਬਚਾਉਣ ਵਾਸਤੇ ਆਈ ਹੋਈ ਹੈ ਤੇ ਉਹਨਾਂ 'ਚ ਇੱਕ ਐਂਟਰੀ ਨਵੀਂ ਜਿਹੜੀ ਹੈਗੀ, ਭਾਵੇਂ ਉਹ ਵੀ ਪੰਜਾਬ ਦੇ ਵਿੱਚ ਸੀ ਔਰ ਉਹ ਮੁੱਦਾ ਵੀ ਇਹੀ ਕਹਿੰਦੇ ਨੇ ਕਿ ਪੰਜਾਬ ਤੋਂ ਬਾਹਰ ਨਹੀਂ ਸੀ ਮੈਂ ਜਾਣਾ ਚਾਹੁੰਦਾ, ਬੀਜੇਪੀ ਨੇ ਮੈਨੂੰ ਬਾਹਰ ਭੇਜ ਦਿੱਤਾ ਗਿਆ, ਭੇਜ ਰਹੀ ਸੀ। ਰਾਜ ਸਭਾ ਬਣਾ ਕੇ ਦਾ ਮੈਂਬਰ ਭਾਵੇਂ ਪੰਜਾਬ ਤੋਂ ਬਣਾਇਆ ਸੀ ਪਰ ਉਹਦੀ ਕਰਮ ਭੂਮੀ ਪੰਜਾਬ ਨਹੀਂ ਸੀ ਰਹਿ ਰਹੀ। ਤਾਂ ਸੋ ਉਹ ਵੀ ਉਸ ਲਾਈਨ 'ਚ ਜੁੜ ਗਏ ਨੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇੰਨੇ ਬੰਦਿਆਂ ਦੇ ਪੰਜਾਬ ਬਚਾਉਂਦਿਆਂ ਫਿਰ ਅੱਜ ਪੰਜਾਬ ਦੀ ਬੁਰੇ ਹਾਲਤ ਦਾ ਢੰਡੋਰਾ ਕਿਉਂ ਪਿੱਟਿਆ ਜਾ ਰਿਹਾ, ਇਹ ਗੱਲ ਸਮਝ ਤੋਂ ਬਾਹਰ ਆਉਂਦੀ ਹੈ। ਸਮਝ ਦੇ ਵਿੱਚ ਬਾਹਰ ਹੈ। ਮੇਰੇ ਕਹਿਣ ਦਾ ਭਾਵ ਹੈ ਆਮ ਆਦਮੀ ਪਾਰਟੀ ਤਾਂ ਨਵੀਂ ਆਈ ਹੈ, ਉਹ ਤਾਂ ਕੁਝ ਆਖੇ। ਕਾਂਗਰਸ ਵੀ ਪੰਜਾਬ ਬਚਾਉਣ ਦੀ ਗੱਲ ਕਰਦੀ ਹੈ ਔਰ ਕਿੰਨਾ ਕੁ ਕਾਂਗਰਸ ਨੇ ਪੰਜਾਬ ਬਚਾਇਆ ਹੈ, ਕਿੱਡੇ ਬੜੇ ਕਹਿਰ ਪੰਜਾਬ ਦੇ ਵਿੱਚ ਖੜੇ ਕੀਤੇ, ਪੰਜਾਬ ਦੇ ਪਾਣੀਆਂ ਦਾ ਰੇੜਕਾ ਬਣਾਇਆ। ਅੱਜ ਉਹੀ ਜਿਹੜੇ ਹੈਗੀ ਕਾਂਗਰਸ ਦੇ ਵਿੱਚ ਸਿੱਧੂ ਸਾਹਿਬ ਰਲੇ ਨੇ, ਜਿਹੜੇ ਅੱਜ ਪੰਜਾਬ ਦੇ ਪਾਣੀਆਂ ਦੇ ਰਾਖੇ ਹੋ ਗਏ ਨੇ। ਸੋ ਉਹ ਮੈਂ ਕਾਂਗਰਸ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਗੱਲ ਮੈਂ ਸਿੱਧੂ ਸਾਹਿਬ ਦੀ ਕਰ ਰਿਹਾ ਕਿ ਉਸ ਪਾਰਟੀ ਦੇ ਕਿਰਦਾਰ ਦੇ ਵਿੱਚ ਉਹ ਕਿਵੇਂ ਸਮਾ ਕੇ ਔਰ ਉਸ ਦੇ ਕਿਰਦਾਰ ਨੂੰ, ਉਹਦੀ ਸੋਚ ਨੂੰ ਇਹੋ ਜਿਹੀ ਬਣਾਉਣਗੇ ਕਿ ਵਾਕਿਆ ਹੀ ਉਹ ਪੰਜਾਬ ਦੇ ਪੱਖੀ ਹੋ ਕੇ ਗੱਲ ਕਰੇ, ਪੰਜਾਬ ਦੇ ਲੋਕਾਂ ਦਾ ਕੁਝ ਸੁਧਾਰ ਕਰੇ। ਇਹਦਾ ਸੱਚ ਇੰਨੀ ਛੇਤੀ ਮੈਨੂੰ ਤੇ ਆ ਨਹੀਂ ਰਿਹਾ, ਤੇ ਜੇ ਕਿਸੇ ਨੂੰ ਆਉਂਦਾ ਹੋਵੇ ਤਾਂ ਜ਼ਰੂਰ ਉਹਦੀ ਵਿਆਖਿਆ ਕਰੇ ਕਿ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਸਿਰਫ ਸਾਰੀਆਂ ਹੀ ਪਾਰਟੀਆਂ ਭਾਵੇਂ ਕਹਿ ਲਓ ਕਿ ਜਦੋਂ ਤੁਸੀਂ ਰਾਜਨੀਤੀ ਜਿਹੜੀ ਹੈਗੀ ਅਜੀਤ ਜੀ ਇੱਕ ਵਾਰੀ ਟੋਕਣਾ ਚਾਹੂੰਗਾ। ਪਹਿਲਾਂ ਮੈਂ ਦਰਸ਼ਕਾਂ ਨੂੰ ਬੇਸਿਕ ਜਾਣਕਾਰੀ ਦੇਣਾ ਚਾਹੂੰਗਾ, ਮਾਫੀ ਚਾਹੁੰਦਾ ਜੀ, ਥੋੜੀ ਜਿਹੀ ਟੈਕਨੀਕਲ ਇਸ਼ੂ ਆ ਗਿਆ ਸੀ। ਕੱਲ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਅਜੇ ਮਾਕਨ ਅਜੇ ਆਸ਼ਾ ਕੁਮਾਰੀ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਆਪਣੇ ਉਹੋ ਹੀ ਅੰਦਾਜ਼ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ। ਅਸੀਂ ਸਾਰੇ ਜਾਣਦੇ ਹਾਂ ਪਿਛਲੇ ਲਗਭਗ 3-4 ਵੀਕਾਂ ਤੋਂ ਸਿੱਧੂ ਸਾਹਿਬ ਦੇ ਕਾਂਗਰਸ ਜੁਆਇਨ ਕਰਨ ਦੀਆਂ ਗੱਲਾਂ ਆ ਰਹੀਆਂ ਸੀ। ਮੈਡਮ ਸਿੱਧੂ ਪ੍ਰਗਟ ਸਿੰਘ ਸਾਹਿਬ ਨੇ ਤਾਂ ਆਲਰੇਡੀ ਜੁਆਇਨ ਕਰ ਲਈ ਸੀ, ਪਰ ਕਿਤੇ ਨਾ ਕਿਤੇ ਸਿੱਧੂ ਸਾਹਿਬ ਨੂੰ ਲੈ ਕੇ ਜੋ ਇੱਕ ਸਸਪੈਂਸ ਬਣਿਆ ਹੋਇਆ ਸੀ, ਫਾਈਨਲੀ ਉਹ ਪਰਸੋਂ ਟੁੱਟ ਗਿਆ ਸੀ। ਕੱਲ ਸਿੱਧੂ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਜੇ ਦੇਖਿਆ ਜਾਵੇ ਤਾਂ ਸਿੱਧੂ ਸਾਹਿਬ ਦੇ ਵਾਸਤੇ ਜੋ ਇਹ ਪਲਾਨਿੰਗ ਕੀਤੀ ਗਈ ਹੈ ਬੜੀ ਹੀ ਵਧੀਆ ਪਲਾਨਿੰਗ ਹੈ, ਕਿਉਂਕਿ ਕਾਂਗਰਸ ਪਾਰਟੀ ਨੂੰ ਪਤਾ ਸੀ ਕਿਤੇ ਨਾ ਕਿਤੇ ਉਹ ਸਵਾਲ ਸਿੱਧੂ ਸਾਹਿਬ ਕੋਲ ਜ਼ਰੂਰ ਪੁੱਛੇ ਜਾਣਗੇ ਤੇ ਲੋਕ ਜ਼ਰੂਰ ਜਾਨਣਾ ਚਾਹਣਗੇ ਕਿ ਜੋ ਸਬਦੀਸ਼ ਜੀ ਨੇ ਮੈਂਸ਼ਨ ਕੀਤਾ ਜਾਂ ਅਜੀਤ ਜੀ ਨੇ ਮੈਂਸ਼ਨ ਕੀਤਾ ਕਿ ਇਹਨਾਂ ਚਿਰ ਕਿਉਂ ਲਾਤਾ। ਤੇ ਉਹ ਕਾਂਗਰਸ ਪਾਰਟੀ ਜਿਹਨੂੰ ਕਿ ਸਿੱਧੂ ਸਾਹਿਬ ਕਈ ਗੱਲਾਂ ਕਰਦੇ ਸੀ, ਅੱਜ ਉਸ ਕਾਂਗਰਸ ਪਾਰਟੀ ਨੂੰ ਕਿੱਦਾਂ ਡਿਫੈਂਡ ਕਰਨਗੇ। ਕਈ ਚੀਜ਼ਾਂ ਦਾ ਜੋ ਸਿੱਧੂ ਸਾਹਿਬ ਨੇ ਜਵਾਬ ਦਿੱਤਾ, ਮੈਨੂੰ ਉਹਨਾਂ ਜਵਾਬਾਂ ਤੋਂ ਸਿੱਧੂ ਸਾਹਿਬ ਦੇ ਪੱਤਰਕਾਰਾਂ ਦੇ ਸਵਾਲ ਤੇ ਸਿੱਧੂ ਸਾਹਿਬ ਦੇ ਜਵਾਬ ਤੋਂ ਮੈਨੂੰ ਸ਼ਾਇਦ ਕੋਈ ਹੈਰਾਨੀ ਨਹੀਂ ਆ, ਕਿਉਂਕਿ ਕਿਤੇ ਨਾ ਕਿਤੇ ਸਿੱਧੂ ਸਾਹਿਬ ਨੇ ਕਈ ਸਵਾਲਾਂ ਦੇ ਜੋ ਜਵਾਬ ਦਿੱਤੇ ਆ ਉਹ ਬਿਲਕੁਲ ਸਹੀ ਆ। ਸਭ ਤੋਂ ਪਹਿਲਾਂ ਮੈਂ ਆਪਣੇ ਪੈਨਲਿਸਟ ਨਾਲ ਡਿਸਕਸ ਕਰਨਾ ਚਾਹੂੰਗਾ ਕਿ ਘਰ ਵਾਪਸੀ ਦੀ ਗੱਲ ਕੀਤੀ ਗਈ। ਆਪਣੇ ਆਪ ਨੂੰ ਬੋਰਨ ਕਾਂਗਰਸੀ ਦੱਸਿਆ ਗਿਆ, ਆਪਣੇ ਪਿਤਾ ਦਾ ਨਾਂ ਦਾ ਹਵਾਲਾ ਲੈ ਕੇ ਕਿ ਮੇਰੇ ਪਿਤਾ ਕਾਂਗਰਸੀ ਸੀ ਤੇ ਮੈਨੂੰ ਪੱਠਲ ਮੈਮ ਨੇ ਤੇ ਕੈਪਟਨ ਸਾਹਿਬ ਨੇ ਹੱਥਾਂ 'ਚ ਖੜਾਇਆ ਵਾ। ਵਾਪਸ ਆਪਣੇ ਆਪ ਨੂੰ ਘਰ ਵਾਪਸੀ ਜਾਂ ਕਾਂਗਰਸ ਚੋਣ ਦੀ ਗੱਲ ਕੀਤੀ ਗਈ। ਸਭ ਤੋਂ ਪਹਿਲਾਂ ਘਰ ਵਾਪਸੀ ਨੂੰ ਲੈ ਕੇ ਮੈਂ ਸਵਾਲ ਪੁੱਛਣਾ ਚਾਹੂੰਗਾ। ਅੱਜ ਸਾਰੇ ਦਿਨ ਮੀਡੀਆ ਵਿੱਚ ਇਹੀ ਸਵਾਲ ਪੱਕਦੇ ਰਹੇ, ਕਈ ਸੋਸ਼ਲ ਮੀਡੀਆ ਵੈਬਸਾਈਟ ਤੇ ਵੀਡੀਓਜ਼ ਵੀ ਸਿੱਧੂ ਸਾਹਿਬ ਦੇ ਸ਼ੇਅਰ ਕੀਤੇ ਗਏ, ਟਵਿੱਟਰ ਤੇ ਵੀ ਸਿੱਧੂ ਸਾਹਿਬ ਦਾ ਮਜ਼ਾਕ ਉਡਾਇਆ ਗਿਆ। ਪਰ ਸਵਾਲ ਇਹ ਆ ਕਿ ਸਿੱਧੂ ਸਾਹਿਬ ਨੂੰ ਇਹ ਸਵਾਲ ਕੌਣ ਕਰ ਰਿਹਾ ਹੈ ਕਿ ਸਿੱਧੂ ਸਾਹਿਬ ਬੀਜੇਪੀ ਛੱਡ ਕੇ ਕਾਂਗਰਸ ਚ ਆਏ? ਕੀ ਇਹ ਸਵਾਲ ਬੀਜੇਪੀ ਕਰੂਗੀ? ਉਹ ਬੀਜੇਪੀ ਜਿਨ੍ਹਾਂ ਦੇ ਕਿ 100 ਤੋਂ ਜ਼ਿਆਦਾ ਐਮਪੀ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚ ਆਏ ਆ। ਸਿੱਧੂ ਸਾਹਿਬ ਨੂੰ ਇਹ ਸਵਾਲ ਆਮ ਆਦਮੀ ਪਾਰਟੀ ਕਰੂਗੀ? ਉਹ ਆਮ ਆਦਮੀ ਪਾਰਟੀ ਜੋ ਸਿਧਾਂਤਾਂ ਦੀ ਰਾਜਨੀਤੀ ਕਰਨ ਆਈ ਸੀ, ਪਰ ਅੱਜ ਵੀ ਆਮ ਆਦਮੀ ਪਾਰਟੀ ਦੇ ਜੇ ਪੰਜਾਬ ਦੇ ਕੈਂਡੀਡੇਟ ਦੇਖ ਲਈਏ ਤੇ 30-35-40 ਕੈਂਡੀਡੇਟ ਉਹ ਨੇ ਜੋ ਕਾਂਗਰਸ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਾਂ ਬੀਜੇਪੀ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ, ਜਾਂ ਫਿਰ ਜੇ ਕਹੀਏ ਤੇ ਹੋਰ ਕਿਹੜੀ ਪਾਰਟੀ ਆ ਜਿਹੜੀ ਸਿੱਧੂ ਸਾਹਿਬ ਨੂੰ ਇਹ ਸਵਾਲ ਪੁੱਛ ਸਕਦੀ ਆ?
ਕੀ ਉਹ ਪਾਰਟੀ ਨੂੰ ਆਪਣੀ ਪੀੜੀ ਥੱਲੇ ਝਾਕਣ ਦੀ ਲੋੜ ਨਹੀਂ ਹੈਗੀ? ਮੇਰੇ ਖਿਆਲ ਜੇ ਸਿੱਧੂ ਸਾਹਿਬ ਬੀਜੇਪੀ ਛੱਡ ਕੇ ਕਾਂਗਰਸ ਚ ਆਉਂਦੇ ਨੇ ਤੇ ਸ਼ਾਇਦ ਇੰਡੀਆ ਦੇ ਵਿੱਚ ਦੂਜੀਆਂ ਕੋਈ ਵੀ ਪੋਲੀਟੀਕਲ ਪਾਰਟੀਆਂ ਕੋਲੇ ਹੱਕ ਨਹੀਂ ਬਣਦਾ ਜਾਂ ਮਜ਼ਾਕ ਉਡਾਉਣ ਦਾ ਹੱਕ ਨਹੀਂ ਬਣਦਾ ਕਿ ਸਿੱਧੂ ਸਾਹਿਬ ਨੇ ਪਾਰਟੀ ਕਿਉਂ ਚੇਂਜ ਕੀਤੀ। ਪਰ ਮੈਂ ਆਪਣੇ ਸਾਰੇ ਪੈਨਲਿਸਟ ਦਾ ਇੱਥੇ ਜ਼ਰੂਰ ਚਾਹੂੰਗਾ ਕਿ ਦੂਜੀਆਂ ਪਾਰਟੀਆਂ ਕੋਲ ਇਹ ਹੱਕ ਬਣਦਾ ਵਾ। ਚਾਹੇ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ, ਚਾਹੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ, ਬਾਰ-ਬਾਰ ਇੱਕ ਗੱਲ ਕਹਿ ਰਹੀ ਹੈ ਕਿ ਆਪਣੀ ਮਦਰ ਪਾਰਟੀ, ਮਾਂ ਪਾਰਟੀ ਛੱਡ ਕੇ ਜਿਹੜੇ ਲੋਕ ਜਾਂਦੇ ਆ ਉਹ ਗਲਤ ਹੁੰਦੇ ਆ। ਪਰ ਉਹੀ ਸੁਖਬੀਰ ਬਾਦਲ ਕਾਂਗਰਸ ਤੋਂ ਆਏ ਲੀਡਰਾਂ ਨੂੰ ਵੀ ਆਪਣੀ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਕਰਦੇ ਆ। ਉਹੀ ਪ੍ਰਕਾਸ਼ ਸਿੰਘ ਬਾਦਲ ਜਦੋਂ ਪੱਤਰਕਾਰ ਉਹਨਾਂ ਤੋਂ ਇਹ ਮੁੱਦਾ ਲੈ ਕੇ ਸਵਾਲ ਪੁੱਛਦੇ ਆ, ਉਹ ਸਵਾਲ ਦਾ ਜਵਾਬ ਵੀ ਨਹੀਂ ਦਿੰਦੇ ਤੇ ਕਿ ਹੋਰ ਸਵਾਲ ਦੇ ਨਾਲ ਪੱਤਰਕਾਰਾਂ ਦੀ ਅਟੈਂਸ਼ਨ ਦੂਜੇ ਪਾਸੇ ਲੈ ਕੇ ਜਾਂਦੇ ਆ। ਦਿਲਰਾਜ ਸਿੰਘ ਜੀ ਤੋਂ ਸ਼ੁਰੂ ਕਰੂੰਗਾ। ਹਰਪ੍ਰੀਤ ਜੀ, ਤੁਹਾਡੀਆਂ ਗੱਲਾਂ ਵੀ ਸਹੀ ਹੈ, ਪਰ ਮੈਂ ਥੋੜਾ ਜਿਹਾ ਡਿਸਐਗਰੀ ਕਰਦਾ। ਕਾਰਨ ਸਾਫ਼ ਤੇ ਸਪਸ਼ਟ ਹੈਗਾ ਕਿ 3-4 ਮਹੀਨੇ ਜਿਹੜੇ ਜੇ ਸਿੱਧੂ ਸਾਹਿਬ 4 ਮਹੀਨੇ ਪਹਿਲੇ ਸਿੱਧਾ ਬੀਜੇਪੀ ਛੱਡ ਕੇ ਕਾਂਗਰਸ ਵਿੱਚ ਜੁਆਇਨ ਕਰਦੇ ਤੇ ਇਹ ਸਾਰੇ ਆਨਸਰ ਦਿੰਦੇ ਤੇ ਬਿਲਕੁਲ ਸਟੋਰੀ ਹੋਰ ਹੋਣੀ ਸੀਗੀ। ਪਰ ਸਿੱਧੂ ਸਾਹਿਬ ਨੇ ਜਿੱਦਾਂ ਦੀ ਛਵੀ ਸੀ, ਜਿੱਦਾਂ ਵੱਡਾ ਚਿਹਰਾ ਸੀ, ਲੋਕੀ ਜਿੱਦਾਂ ਪਸੰਦ ਕਰਦੇ ਪਏ ਸੀਗੇ, ਚੌਥੇ ਫਰੰਟ ਦੀ ਅਨਾਉਂਸਮੈਂਟ ਹੁੰਦਿਆਂ ਹੀ ਲੋਕਾਂ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ ਸੀ ਚੌਥੇ ਫਰੰਟ ਨੂੰ, ਜਿਹੜਾ ਇਹਨਾਂ ਨੇ ਇੱਕ ਫਰੰਟ ਘੋਸ਼ਿਤ ਕੀਤਾ ਸੀ ਬੈਸ ਬਦਲ ਤੇ ਪ੍ਰਗਟ ਸਿੰਘ ਜੀ ਨਾਲ ਗੱਲ ਕੇ। ਪਰ ਉਸ ਤੋਂ ਬਾਅਦ 4 ਮਹੀਨੇ ਜਿਹੜੀ ਇੱਕ ਡੀਲਿੰਗ ਚੱਲੀ, ਚਾਹੇ ਆਮ ਆਦਮੀ ਪਾਰਟੀ ਨਾਲ ਡੈਪੂਟੀ ਸੀਐਮ ਦੀ ਗੱਲ ਹੋਵੇ, ਚਾਹੇ ਕਾਂਗਰਸ ਨਾਲ ਗੱਲਾਂ ਹੋਣ, ਚਾਹੇ ਚੌਥੇ ਫਰੰਟ ਦੀਆਂ ਗੱਲਾਂ ਹੋਣ, ਚਾਹੇ ਸੁੱਚਾ ਸਿੰਘ ਛੋਟੇਪੁਰ ਵਾਲਾ ਚੈਨਲ ਚੱਲਿਆ ਹੋਵੇ, ਜੋ ਕੁਝ ਹੋਇਆ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਘਰ ਕਰ ਗਈ ਕਿ ਸਿੱਧੂ ਸਾਹਿਬ ਕਿਤੇ ਨਾ ਕਿਤੇ ਆਪਣਾ ਪਰਸਨਲ ਇੰਟਰਸਟ ਦੇਖਦੇ ਪਏ ਆ। ਸਿੱਧੂ ਸਾਹਿਬ ਆਪਣਾ ਪਰਸਨਲ ਦੇਖਦੇ ਪਏ ਆ ਕਿ ਮੈਨੂੰ ਕਿਹੜਾ ਪਦ ਮਿਲੇਗਾ। ਮੈਨੂੰ ਲੱਗਦਾ ਕਿ ਉੱਥੇ ਸਾਰੀ ਸਿਚੁਏਸ਼ਨ ਖਰਾਬ ਹੋ ਗਈ। ਇਸ ਕਰਕੇ ਜਿਹੜਾ 4 ਮਹੀਨੇ ਬਾਰਗੇਨਿੰਗ ਕੀਤੀ ਗਈ, ਉਹ ਬਾਰਗੇਨਿੰਗ ਨੇ ਸਿੱਧੂ ਸਾਹਿਬ ਦੀ ਪੋਜੀਸ਼ਨ ਘੱਟ ਕੀਤੀ ਹੈਗੀ ਹੈ ਤੇ ਇਸੇ ਕਰਕੇ ਹੀ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਵਾ ਉਹ ਇਹ ਕੁਐਸਚਨ ਪੁੱਛਦੀਆਂ ਪਈਆਂ। ਬਿਲਕੁਲ ਕੋਈ ਵੀ ਕਿਸੇ ਵੀ ਸੁਤੰਤਰ ਦੇਸ਼ ਹੈਗਾ ਵਾ ਜਿਹੜਾ ਚਾਹੇ ਜਿਹੜੀ ਮਰਜ਼ੀ ਪਾਰਟੀ ਜੁਆਇਨ ਕਰ ਸਕਦਾ ਵਾ, ਪਰ ਸਿੱਧੂ ਸਾਹਿਬ ਦੇ ਉਦੋਂ 4 ਮਹੀਨੇ ਪਹਿਲੇ ਜੁਆਇਨ ਕਰਦੇ ਤੇ ਬਿਲਕੁਲ ਸਿਨੈਰੀਓ ਹੋਰ ਹੋਣਾ ਸੀਗਾ। ਫਿਰ ਸ਼ਾਇਦ ਮੈਂ ਵੀ ਤੁਹਾਡੀ ਗੱਲ ਤੇ ਸਹਿਮਤ ਹੁੰਦਾ ਤੇ ਖੜਾ ਹੁੰਦਾ। ਪਰ ਅੱਜ ਦੀ ਡੇਟ ਵਿੱਚ ਜਿੰਨੀ ਬਾਰਗੇਨਿੰਗ ਚੱਲੀ, ਅਰਵਿੰਦ ਕੇਜਰੀਵਾਲ ਸਾਹਿਬ ਇਹ ਵੀ ਕਹਿ ਚੁੱਕੇ ਆ ਕਿ ਅਸੀਂ ਡੈਪੂਟੀ ਸੀਐਮ ਦਾ ਪਦ ਵੀ ਸਿੱਧੂ ਸਾਹਿਬ ਨੂੰ ਆਫਰ ਕਰ ਦਿੱਤਾ ਸੀਗਾ। ਪਰ ਕਾਂਗਰਸ ਨੇ ਐਸੀ ਕਿਹੜੀ ਚੀਜ਼ ਆਫਰ ਕੀਤੀ ਹੈਗੀ ਹੈ ਸਿੱਧੂ ਸਾਹਿਬ ਨੂੰ ਕਿ ਸਿੱਧੂ ਸਾਹਿਬ ਕਾਂਗਰਸ ਵਿੱਚ ਜੁਆਇਨ ਕੀਤੇ ਐਂਡ 15-20 ਦਿਨ ਪਹਿਲੇ। ਜੇ ਪਹਿਲੇ ਕਰਦੇ ਤਾਂ ਚਲੋ ਗੱਲ ਸਮਝ ਆਉਂਦੀ ਸੀਗੀ। ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ। ਮੈਨੂੰ ਲੱਗਦਾ ਕਿ ਇਸ ਕਰਕੇ ਆਪੋਜੀਸ਼ਨ ਕੁਐਸਚਨ ਪੁੱਛਦੀ ਪਈ ਹੈ ਤੇ ਕੱਲੀ ਆਪੋਜੀਸ਼ਨ ਜੋ ਆਮ ਲੋਕੀ ਵੀ ਕੁਐਸਚਨ ਪੁੱਛਣਗੇ ਕਿਉਂਕਿ ਸਿੱਧੂ ਸਾਹਿਬ ਨੇ 3-4 ਮਹੀਨੇ ਪੰਜਾਬ ਦੀ ਪੋਲਿਟਿਕਸ ਨੂੰ ਕਾਫੀ ਹੰਤਰ ਕੀਤਾ ਹੈ। ਦਰਸ਼ਕਾਂ ਨੂੰ ਚੇਤੇ ਦਿਵਾਉਣਾ ਚਾਹੂੰਗਾ ਜਦੋਂ ਆਵਾਜ਼ ਪੰਜਾਬ ਇੱਕ ਫੋਰਮ ਪੋਲੀਟੀਕਲ ਫਾਰਮ ਬਣਾਉਣ ਦੀ ਗੱਲ ਕੀਤੀ ਸੀ, ਸਿੱਧੂ ਸਾਹਿਬ ਨੇ ਬੰਬੇ ਤੋਂ ਟਵੀਟ ਕਰਕੇ ਉਸ ਪੋਲੀਟੀਕਲ ਫਾਰਮ ਨੂੰ ਜਾਂ ਇੱਕ ਫੋਰਥ ਫਰੰਟ ਬਣਾਉਣ ਤੋਂ ਮਨਾ ਕਰਤਾ ਸੀ। ਕਿਹਾ ਸੀ ਕਿ ਐਂਟੀ ਇਨਕੰਬੈਂਸੀ ਵਾਲੀ ਵੋਟਸ ਨੂੰ ਮੈਂ ਵੰਡਣਾ ਨਹੀਂ ਚਾਹੁੰਦਾ। ਨਾਲ ਹੀ ਉਸ ਨੋਟ ਦੇ ਵਿੱਚ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੋਵਾਂ ਦਾ ਨਾਂ ਲਿਆ ਸੀ ਕਿ ਮੈਂ ਇਹਨਾਂ ਦੋਵਾਂ ਦੇ ਹੱਥ 'ਚ ਪੰਜਾਬ ਨੂੰ ਬਰਬਾਦ ਨਹੀਂ ਹੋਣ ਦੇਣ ਦਊਂਗਾ। ਪਰ ਜੋ ਸਭ ਤੋਂ ਵੱਡਾ ਸਵਾਲ ਕੱਲ ਉੱਠਦਾ ਵਾ ਕਿ ਜਦੋਂ ਜੇ ਸਿੱਧੂ ਸਾਹਿਬ ਕਾਂਗਰਸ ਜੁਆਇਨ ਕਰਦੇ ਆ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਕੰਮ ਕਰਦੇ ਆ, ਤੇ ਕੀ ਉਦੋਂ ਜੋ ਸਿੱਧੂ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਜੀ ਉੱਤੇ ਸਵਾਲ ਉਠਾਏ ਸੀ, ਉਹਨਾਂ ਨੂੰ ਵੀ ਪੰਜਾਬ ਦੇ ਲੁੱਟਣ ਦਾ ਦੋਸ਼ੀ ਮੰਨਿਆ ਸੀ, ਕਿ ਉਹ ਮੁੱਦੇ ਕਿੱਦਾਂ ਸੋਲਵ ਹੋਣਗੇ? ਜਦੋਂ ਪੱਤਰਕਾਰਾਂ ਨੇ ਪੁੱਛਿਆ ਗਿਆ ਤੇ ਸਿੱਧੂ ਸਾਹਿਬ ਨੇ ਨਿਤੀਸ਼ ਕੁਮਾਰ ਤੇ ਲਾਲੂ ਪ੍ਰਸਾਦ ਯਾਦਵ ਦਾ ਜੋ ਐਗਜ਼ਾਮਪਲ ਦੇ ਕੇ ਕਿ ਤੁਹਾਡੀ ਭਾਵੇਂ ਸੋਚ ਵੱਖਰੀ ਹੋਵੇ ਪਰ ਇੱਕ ਵਧੀਆ ਕੰਮ ਵਾਸਤੇ ਤੁਸੀਂ ਟੇਬਲ ਤੇ ਬਹਿ ਕੇ ਗੱਲਬਾਤ ਕਰਕੇ ਮਸਲੇ ਸੁਲਝਾ ਸਕਦੇ ਜੋ, ਪਰ ਇੱਕ ਵੱਡੇ ਕੰਮ ਵਾਸਤੇ ਤੁਸੀਂ ਮਿਹਨਤ ਨਾਲ ਉਹਨੂੰ ਮਸਲਾ ਆਪਣੇ ਮਸਲੇ ਸੁਲਝਾ ਕੇ ਇੱਕ ਵੱਡੀ ਏਮ ਵਾਸਤੇ ਇਕੱਠੇ ਹੋ ਕੇ ਤੁਰ ਸਕਦੇ ਜੋ। ਪਰ ਸਵਾਲ ਇੱਥੇ ਆਉਂਦਾ ਵਾ ਕਿ ਸਿੱਧੂ ਸਾਹਿਬ ਦੇ ਇਹ ਜਵਾਬ ਨਾਲ ਸਾਰੇ ਮੇਰੇ ਹੀ ਪੈਨਲਿਸਟ ਐਗਰੀ ਕਰਦੇ ਨੇ ਜਾਂ ਨਹੀਂ? ਹਰਪ੍ਰੀਤ ਜੀ ਬਿਲਕੁਲ ਐਗਰੀ ਨਹੀਂ ਕਰਦੇ। ਦੇਖੋ ਉਹਦਾ ਕਾਰਨ ਇਹ ਹੈ ਕਿ ਜੇ ਤਾਂ ਉਹਨਾਂ ਦੇ ਪੱਧਰ ਤੇ ਹੀ ਸੀਪੀ ਸਿੰਘ ਜੀ ਪਲੀਜ਼ ਗੋ ਹੈਡ।
ਜੀ ਜੀ ਹਰਪ੍ਰੀਤ ਜੀ ਬਿਲਕੁਲ ਮੈਂ ਦੇਖੋ ਤੁਸੀਂ ਐਥਿਕਸ ਦੀ ਗੱਲ ਕੀਤੀ ਸੀ ਕੋਈ ਵੀ ਪੋਲੀਟੀਕਲ ਪਾਰਟੀ ਹੈ ਇੰਡੀਆ ਦੇ ਵਿੱਚ ਕਹਿ ਲਓ ਕੋਈ ਵੀ ਪੋਲੀਟੀਕਲ ਪਾਰਟੀ ਐਥਿਕਸ ਜਿਹੜੀ ਹੁੰਦੀ ਹੈ ਪੋਲਿਟਿਕਸ ਐਥਿਕਸ ਨੂੰ ਫੋਲੋ ਨਹੀਂ ਕਰਦੀ ਉਹ ਆਪਣੇ ਲਈ ਤਾਂ ਉਹ ਬਿਲਕੁਲ ਐਥਿਕਸ ਅੱਗੇ ਕਰ ਲੈਂਦੇ ਨੇ ਪਰ ਜਦੋਂ ਦੂਸਰੇ ਦੇ ਉੱਪਰ ਇਲਜ਼ਾਮਾਤ ਦੀ ਝੜੀ ਕਰਨੀ ਹੁੰਦੀ ਹੈ ਉਦੋਂ ਉਹ ਚੀਜ਼ ਸਭ ਕੁਝ ਭੁੱਲ ਜਾਂਦੀ ਹੈ ਬਿਲਕੁਲ ਸਹੀ ਕਿਹਾ ਤੁਸੀਂ ਬੀਜੇਪੀ ਦੇ ਖੇਮੇ ਦੇ ਵਿੱਚ ਵੀ ਹੋਰ ਪਾਰਟੀਆਂ ਦੇ ਬੰਦੇ ਆਏ ਨੇ ਔਰ ਬੀਜੇਪੀ ਦੇ ਵਿੱਚੋਂ ਵੀ ਨਿਕਲ ਕੇ ਹੋਰ ਪਾਰਟੀਆਂ ਦੇ ਵਿੱਚ ਸ਼ਮੂਲੀਅਤ ਕੀਤੀ ਕਈ ਬੰਦਿਆਂ ਨੇ ਔਰ ਜਦੋਂ ਇਹ ਕੁਐਸਚਨ ਖੜਾ ਕਰਨ ਦੀ ਗੱਲ ਆਉਂਦੀ ਹੈ ਤਾਂ ਬਿਲਕੁਲ ਠੀਕ ਹੈ ਪਹਿਲਾਂ ਆਪਣੇ ਪੀੜੀ ਦੇ ਥੱਲੇ ਸੋਟਾ ਮਾਰਨ ਦੀ ਗੱਲ ਜ਼ਰੂਰ ਆ ਜਾਂਦੀ ਹੈ ਪਰ ਪੋਲਿਟੀਕਲ ਹਿਸਟਰੀ ਦੇ ਵਿੱਚ ਜੇ ਅਸੀਂ ਪਿੱਛੇ ਵੀ ਦੇਖੀਏ ਤਾਂ ਇਦਾਂ ਦੇ ਕੋਈ ਵੀ ਚੀਜ਼ ਨੂੰ ਫੋਲੋ ਨਹੀਂ ਕੀਤਾ ਜਾਂਦਾ ਔਰ ਜਦੋਂ ਤੁਹਾਡੇ ਤੋਂ ਗਲਤੀ ਹੁੰਦੀ ਹੈ ਉਦੋਂ ਇਹ ਚੀਜ਼ ਨੂੰ ਅੱਗੇ ਰੱਖਿਆ ਜਾਂਦਾ ਔਰ ਜਦੋਂ ਕੋਈ ਹੋਰ ਗਲਤੀ ਕਰਦਾ ਫਿਰ ਕੁਐਸਚਨਾਂ ਦੀ ਝੜੀ ਲਾ ਦਿੱਤੀ ਜਾਂਦੀ ਹੈ ਬਿਲਕੁਲ ਠੀਕ ਹੈ ਕੱਲ ਟਵਿੱਟਰਸ ਦੇ ਵਿੱਚ ਇੰਨੇ ਕੁ ਜ਼ਿਆਦਾ ਮੈਸੇजेस ਔਰ ਇੰਨੇ ਕੁ ਜ਼ਿਆਦਾ ਕਮੈਂਟਸ ਲੋਕਾਂ ਨੇ ਦਿੱਤੇ ਉਹਦੇ ਵਿੱਚ ਕੁਝ ਨੈਗੇਟਿਵ ਵੀ ਸੀ ਔਰ ਕੁਝ ਪੋਜ਼ਿਟਿਵ ਵੀ ਸੀ ਪਰ ਇੱਕ ਮੈਂ ਛੋਟਾ ਜਿਹਾ ਐਂਗਲ ਇਹਦੇ ਵਿੱਚ ਹੋਰ ਦੇਖਣਾ ਚਾਹੂੰਗਾ ਬਿਲਕੁਲ ਠੀਕ ਹੈ ਸਿੱਧੂ ਸਾਹਿਬ ਨੇ ਜੁਆਇਨਿੰਗ ਦੇ ਵਿੱਚ ਡਿਲੇ ਕੀਤੀ ਹੈ ਇਸੇ ਕਰਕੇ ਸ਼ਾਇਦ ਅੱਜ ਉਹਨਾਂ ਨੂੰ ਇਹਨਾਂ ਕੁਐਸਚਨ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪਰ ਜਿਸ ਹਿਸਾਬ ਨਾਲ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਮੈਨੂੰ ਇੱਕ ਛੋਟਾ ਜਿਹਾ ਇਹਦੇ ਵਿੱਚ ਸਪਿਰਿਚੁਅਲ ਫੈਕਟਰ ਵੀ ਲੱਗਦਾ ਹੈ ਕਿਉਂਕਿ ਜਦੋਂ ਵੀ ਉਹ ਚੀਜ਼ ਕੋਈ ਕਰਦੇ ਹੈ ਉਹਦੇ ਪਿੱਛੇ ਕੋਈ ਨਾ ਕੋਈ ਉਹਨਾਂ ਦਾ ਸਪਿਰਿਚੁਅਲ ਰੀਜ਼ਨ ਹੁੰਦਾ ਹੈ ਔਰ ਬਲੈਕ ਡਰੈਸ ਪਾਣੀ ਹੋਵੇ ਤਾਂ ਉਹ ਬਿਲਕੁਲ ਇਵੈਂਟ ਦੇ ਹਿਸਾਬ ਨਾਲ ਉਸ ਚੀਜ਼ ਨੂੰ ਫੋਲੋ ਕਰਦੇ ਹੈ ਕੱਲ ਵੀ ਉਹਨਾਂ ਨੇ ਬਲੈਕ ਡਰੈਸ ਪਾਈ ਹੋਈ ਸੀ ਪਿੱਛੇ ਵੀ ਜਦੋਂ ਰਾਹੁਲ ਗਾਂਧੀ ਨੂੰ ਮਿਲੇ ਉਦੋਂ ਵੀ ਸੀ ਫੋਰਥ ਫਰੰਟ ਦੀ ਇਨੋਗ੍ਰੇਸ਼ਨ ਕੀਤੀ ਜਾਂ ਫੋਰਥ ਫਰੰਟ ਲਾਂਚ ਕੀਤਾ ਉਦੋਂ ਵੀ ਉਹਨਾਂ ਨੇ ਬਲੈਕ ਡਰੈਸ ਪਾਈ ਹੋਈ ਸੀ ਸੋ ਕਿਤੇ ਨਾ ਕਿਤੇ ਸਪਿਰਿਚੁਅਲ ਫੈਕਟਰ ਸਿੱਧੂ ਨੂੰ ਨਵਜੋਤ ਸਿੰਘ ਸਿੱਧੂ ਨੂੰ ਇਸ ਚੀਜ਼ ਕਰਨ ਤੋਂ ਮਤਲਬ ਰੋਕ ਲੈਂਦਾ ਜਾਂ ਇੱਕ ਪਾਰਟਿਕੂਲਰ ਟਾਈਮ ਫਿਕਸ ਕਰ ਦਿੰਦਾ ਕਿ ਇਸ ਟਾਈਮ ਤੇ ਹੀ ਕਰਨਾ ਪਵੇਗਾ ਸੋ ਇਹ ਫੈਕਟਰ ਵੀ ਮੇਰੇ ਖਿਆਲ ਨਾਲ ਇਹ ਕੰਮ ਕਰ ਰਿਹਾ ਕਿਉਂਕਿ ਜਦੋਂ ਕੱਲ ਕੁਐਸਚਨ ਪੁੱਛੇ ਗਏ ਉਹਨਾਂ ਨੂੰ ਕਿ ਤੁਸੀਂ ਕਾਂਗਰਸ ਨੂੰ ਹਰ ਇੱਕ ਰੈਲੀ ਦੇ ਵਿੱਚ ਜਦੋਂ ਬੀਜੇਪੀ ਦੇ ਵਿੱਚ ਸ਼ਾਮਿਲ ਸੀ ਕੁਐਸਚਨਾਂ ਦੀ ਝੜੀ ਲਾ ਦਿੰਦੇ ਸੀ ਕਾਫੀ ਕੁਝ ਮੁੱਦਿਆਂ ਤੇ ਕਾਂਗਰਸ ਨੂੰ ਅੜੇ ਹੱਥੀ ਲੈਂਦੇ ਸੀ ਸੋ ਇਸ ਚੀਜ਼ਾਂ ਦਾ ਜਵਾਬ ਜਦੋਂ ਉਹਨਾਂ ਨੇ ਦਿੱਤਾ ਤਾਂ ਮਹਾਭਾਰਤ ਦੀ 3 ਮਾਵਾਂ ਦੇ ਨਾਲ ਕੰਪੇਅਰ ਕਰਕੇ ਦਿੱਤਾ ਕੈਕਈ ਮੰਥਰਾ ਐਂਡ ਕੌਸ਼ਲਿਆ ਸੋ ਇਸ ਚੀਜ਼ ਨੂੰ ਮੈਂ ਸਪਿਰਿਚੁਅਲ ਦੇਖਣਾ ਜ਼ਿਆਦਾ ਪਸੰਦ ਕਰੂੰਗਾ ਕਿਉਂਕਿ ਸਿੱਧੂ ਸਾਹਿਬ ਵੀ ਜਿਹੜੇ ਹੈ ਉਹ ਸਪਿਰਿਚੁਅਲ ਜ਼ਿਆਦਾ ਪਸੰਦ ਕਰਦੇ ਹੈ ਔਰ ਇਹਦੇ ਉੱਪਰ ਮੰਨਦੇ ਵੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਹੈ ਸੋ ਕਿਤੇ ਨਾ ਕਿਤੇ ਜਿਹੜੀ ਇਹ ਸਾਰੀ ਚੀਜ਼ ਉਹ ਫੋਲੋ ਕਰ ਰਿਹਾ ਹੈ ਇਲੈਕਸ਼ਨ ਦੀ ਉਹਦੇ ਪਿੱਛੇ ਸਪਿਰਿਚੁਅਲ ਫੈਕਟਰ ਜ਼ਿਆਦਾ ਕੰਮ ਕਰ ਰਿਹਾ ਹੈ ਹਾਂਜੀ ਅਜੀਤ ਜੀ ਹਰਪ੍ਰੀਤ ਜੀ ਮੈਂ ਤਾਂ ਇੱਕ ਵੱਖਰੇ ਤਰੀਕੇ ਤੋਂ ਇਸ ਚੀਜ਼ ਨੂੰ ਦੇਖਦਾ ਜੇ ਉਹਨਾਂ ਦੀ ਐਕਸਪਲੇਨੇਸ਼ਨ ਜਾਂ ਉਹਨਾਂ ਦੀ ਸ਼ਬਦਾਵਲੀ ਦੇਖੀ ਜਾਵੇ ਉਹਨਾਂ ਨੇ ਆਪਣੇ ਆਪ ਨੂੰ ਵਿੰਡੀਕੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਦੂਜੀ ਪਾਰਟੀ ਛੱਡ ਕੇ ਇਸ ਪਾਰਟੀ 'ਚ ਕਿਉਂ ਆਇਆ ਉਹ ਉੱਥੇ ਤੱਕ ਉਹ ਠੀਕ ਨੇ ਉਹ ਨਤੀਸ਼ ਕੁਮਾਰ ਬਾਬੂ ਦਾ ਤੇ ਲਾਲੂ ਜੀ ਦਾ ਕੁਝ ਦਿੰਦੇ ਨੇ ਰੈਫਰੈਂਸ ਉੱਥੇ ਤੱਕ ਠੀਕ ਨੇ ਇਹੋ ਜਿਹੇ ਜੋੜ ਤੋੜ ਅੱਜ ਕਿਤੇ ਕੱਲ ਨੂੰ ਦੂਸਰੇ ਥਾਂ ਜਾ ਕੇ ਉਹਨੂੰ ਸਹੀ ਕਹਿਣਾ ਇਹ ਰਾਜਨੀਤੀ ਦੇ ਵਿੱਚ ਚੱਲਦਾ ਪਰ ਇੱਕ ਵੱਖਰੀ ਚੀਜ਼ ਜਿਹੋ ਜੇ ਉਹਨਾਂ ਦੀ ਹੈਸੀਅਤ ਤੋਂ ਲੋਕ ਸੋਚ ਸਕਦੇ ਸੀ ਔਰ ਅੱਜ ਤੋਂ 4-5 ਮਹੀਨੇ ਪਹਿਲਾਂ ਸ਼ਾਇਦ ਲੋਕਾਂ ਨੇ ਉਹਨਾਂ ਤੋਂ ਉਹੇ ਜਿਹੇ ਇੱਕ ਸਿਆਸੀ ਵਰਤਾਰੇ ਬਾਰੇ ਸੋਚਿਆ ਵੀ ਹੋਵੇ ਦੇਖੋ ਹਿੰਦੁਸਤਾਨ ਦੇ ਵਿੱਚ ਰਾਜਨੀਤਿਕ ਪ੍ਰੋਫੈਸ਼ਨ ਵਾਂਗੂ ਲਈ ਜਾਂਦੀ ਹੈ ਔਰ ਜਿਹਦੇ ਵਿੱਚ ਜੇ ਕੋਈ ਸਹੀ ਸਿਆਸੀ ਪਾਏਦਾਨ ਤੇ ਕੋਈ ਬੰਦਾ ਚਲਾ ਜਾਂਦਾ ਹੈ ਉਹ ਕੁਝ ਸਮੇਂ ਤੋਂ ਬਾਅਦ ਆਮ ਲੋਕਾਂ ਨਾਲੋਂ ਕਿਤੇ ਅਮੀਰ ਹੋ ਜਾਂਦਾ ਹੈ ਕਿਤੇ ਕੁਝ ਆਪਣੀ ਮਾਲੀ ਸਿਆਸੀ ਸਮਾਜਿਕ ਹੈਸੀਅਤ ਵਧਾ ਲੈਂਦਾ ਹੈ ਤੇ ਜਿਵੇਂ ਕੋਈ ਬੰਦਾ ਆਪਣੇ ਪ੍ਰੋਫੈਸ਼ਨ 'ਚ ਤਰੱਕੀ ਕਰਦਾ ਹੈ ਪਰ ਜਦੋਂ ਸਿੱਧੂ ਸਾਹਿਬ ਵਰਗੇ ਲੋਕ ਜਿਹੜੇ ਸ਼ੋਹਰਤ ਵੀ ਪੈਸਾ ਵੀ ਲੋਕਾਂ ਦੇ ਵਿੱਚ ਵੱਡਾ ਨਾਂ ਜਿਨ੍ਹਾਂ ਦੇ ਕੋਲ ਬਣ ਚੁੱਕਿਆ ਹੈ ਫਿਰ ਵੀ ਉਹ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਨੇ ਕਿ ਮੈਨੂੰ ਸਿਆਸੀ ਗੇਨ ਕਿੱਥੋਂ ਹੋ ਸਕਦਾ ਹੈ ਉਹਦੀ ਜੋੜ ਤੋੜ ਦੀ ਕਰਦਾ ਤੇ ਉਹਨੂੰ ਇੱਕ ਲਿਬਾਸ ਇਸ ਚੀਜ਼ ਦਾ ਪਹੁੰਚਾਉਂਦੇ ਨੇ ਕਿ ਮੈਂ ਲੋਕਾਂ ਦੇ ਜਾਂ ਆਪਣੇ ਸੂਬੇ ਦੀ ਭਲਾਈ ਵਾਸਤੇ ਹੀ ਸਾਰੀ ਕੁਝ ਮੈਨੂਵਰਿੰਗ ਕਰ ਰਿਹਾ ਤਾਂ ਇਹ ਇੱਕ ਚੀਜ਼ ਮਨ ਨੂੰ ਦੁੱਖ ਜਿਹਾ ਪਹੁੰਚਾਉਂਦੀ ਹੈ ਕਿ ਜਿਹੜੇ ਬੰਦਾ ਇੱਕ ਹੈਸੀਅਤ ਤੇ ਪਹੁੰਚ ਚੁੱਕਿਆ ਉਹ ਤਾਂ ਦੋ ਟੁਕ ਗੱਲ ਕਰਨ ਦੀ ਜੁਰਤ ਰੱਖਦਾ ਹੋਵੇ ਜੇ ਮੈਂ ਨਹੀਂ ਕਹਿੰਦਾ ਕਿ ਕਿਸੇ ਪਾਰਟੀ 'ਚ ਜਾਣ ਪਰ ਜਿਹੜੀ ਪਾਰਟੀ 'ਚ ਜਾਣਾ ਜਿਹੜੇ ਉਸ ਦੇ ਵਾਸਤੇ ਇੱਕ ਤਾਂ ਉਹਨਾਂ ਦੇ ਇਹ ਚੀਜ਼ ਅੱਖਰਦੀ ਹੈ ਜਿਵੇਂ ਉਹ ਪਹਿਲਾਂ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਬਦਾਵਲੀ ਵਰਤਦੇ ਰਹੇ ਆ ਬਹੁਤ ਸਖਤ ਲਫ਼ਜ਼ਾਂ ਦੇ ਵਿੱਚ ਉਹਨਾਂ ਦੀ ਖਿੱਲੀ ਉਡਾਉਂਦੇ ਰਹੇ ਦੂਜੀਆਂ ਪਾਰਟੀਆਂ ਦੀ ਅੱਜ ਉਹ ਉਸ ਪਾਰਟੀ 'ਚ ਜਾ ਕੇ ਦੂਜੀਆਂ ਪਾਰਟੀਆਂ ਵਾਸਤੇ ਉਹ ਜੀ ਮਤਲਬ ਇਹ ਹੈ ਕਿ ਜੇ ਕਿਸੇ ਨੂੰ ਕੋਈ ਸਮਝ ਦਿੱਤੀ ਹੈ ਪ੍ਰਮਾਤਮਾ ਨੇ ਉਹਨਾਂ ਨੂੰ ਚੰਗਾ ਜਿਹੜਾ ਹੈਗਾ ਬੋਲਣ ਦਾ ਇੱਕ ਤਰੀਕਾ ਦਿੱਤਾ ਹੈ
ਔਰ ਕੈਪੈਸਿਟੀ ਦਿੱਤੀ ਹੈ ਲੋਕਾਂ ਨੂੰ ਕੁਝ ਮੰਤਰ ਮੁਗਧ ਕਰਨ ਦੀ, ਤਾਂ ਉਹਨੂੰ ਆਪਣੀ ਨਿੱਜੀ ਤੌਰ ਤੇ ਹੀ ਆਪਣੇ ਆਪ ਨੂੰ ਚਮਕਾਉਣ ਜਾਂ ਆਪਣੀ ਹੈਸੀਅਤ ਵਧਾਉਣ ਤੱਕ ਕਿਉਂ ਲੋਕ ਲਾਈ ਰੱਖਦੇ ਨੇ? ਕਿਉਂ ਨੂੰ ਉਸ ਹੈਸੀਅਤ ਦੀ, ਜਦੋਂ ਕਿਤੇ ਪੰਜਾਬ ਦੇ ਬਾਰੇ ਸੋਚਿਆ ਜਾ ਰਿਹਾ ਸੀ ਕਿ ਜੇ ਇੱਕ ਨਵੀਂ ਪੰਜਾਬ ਬੇਸਡ ਪਾਰਟੀ ਬਣ ਜਾਵੇ, ਉਦੋਂ ਉਹ ਪਿੱਛੇ ਹਟ ਗਏ, ਸੰਘਰਸ਼ ਤੋਂ ਪਿੱਛੇ ਹਟ ਗਏ। ਅੱਜ ਉਹ ਇਹ ਗੱਲਾਂ ਕਰਦੇ ਨੇ ਤੇ ਨਾ ਫਿਰ ਪੰਜਾਬ ਦਾ ਵਰਤਿਆ ਜਾਂਦਾ ਕਿ ਪੰਜਾਬ ਵਾਸਤੇ ਕੀਤਾ ਜਾਂਦਾ। ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ ਕਿ ਪੰਜਾਬ ਨੂੰ ਕਿ ਇਸੇ ਤਰ੍ਹਾਂ ਹੀ ਬਚਾਇਆ ਜਾ ਸਕਦਾ, ਲੋਕਾਂ ਨਾਲ ਸਿੱਧੇ ਜੁੜ ਕੇ, ਮੈਦਾਨ 'ਚ ਨਿਕਲ ਕੇ, ਮੁੱਦਿਆਂ ਨੂੰ ਲੈ ਕੇ ਨਹੀਂ ਬਚਾਇਆ ਜਾ ਸਕਦਾ। ਹੁਣ ਅੱਜ ਜੇ ਉਹ ਕਾਂਗਰਸ ਚਲੇ ਗਏ, ਭਾਵੇਂ ਉਹ ਕਿੰਨੇ ਹੀ ਇਮਾਨਦਾਰ ਹੋਣ, ਕਿੰਨੇ ਹੀ ਕੁਛ ਹੋਣ, ਪੰਜਾਬ ਜੋ ਕਾਂਗਰਸ ਦੀ ਪਾਲਿਸੀ ਹੋਗੀ ਉਹ ਤੋਂ ਬਾਹਰ ਜਾ ਕੇ ਮੈਨੂੰ ਨਹੀਂ ਲੱਗਦਾ ਕਿ ਉਹ ਕੰਮ ਕਰ ਸਕਣਗੇ। ਤੇ ਜੇ ਚਾਹੇ ਕਾਂਗਰਸ ਕਹਿ ਲਓ ਜਾਂ ਦੂਜੀਆਂ ਪਾਰਟੀਆਂ ਕਹਿ ਲਓ, ਕਿੰਨੀਆਂ ਕੁ ਲੋਕ ਹਤੈਸ਼ੀ ਹੁਣ ਤੱਕ ਹੋਈਆਂ ਨੇ ਤੇ ਕਿੰਨੀਆਂ ਕੁ ਪੰਜਾਬ ਹਤੈਸ਼ੀ ਹੋਈਆਂ, ਇਹਦੇ ਬਾਰੇ ਕੋਈ ਲੰਬਾ ਚੌੜਾ ਦੱਸਣ ਦੀ ਲੋੜ ਨਹੀਂ, ਇਹ ਸਭ ਕੁਝ ਜੱਗ ਜ਼ਾਹਰ ਹੈ। ਬਦਨਸੀਬੀ ਆ ਪੰਜਾਬ ਦੀ ਕਿ ਪੰਜਾਬ ਨੂੰ ਜੋ ਨੇਤਾ ਮਿਲਦੇ ਨੇ ਜਾਂ ਜੋ ਲੀਡਰ ਮਿਲਦੇ ਨੇ ਜਿਨ੍ਹਾਂ ਨੂੰ ਕਿ ਲੋਕ ਫੋਲੋ ਕਰਦੇ ਨੇ, ਉਹ ਮੁੱਦਿਆਂ ਦੀ ਰਾਜਨੀਤੀ ਘੱਟ ਤੇ ਮਜ਼ਾਕ ਜ਼ਿਆਦਾ ਕਰਦੇ ਨੇ। ਮੈਨੂੰ ਸਮਝ ਵੀ ਨਹੀਂ ਆਉਂਦਾ ਕਿ ਉਹਨਾਂ ਦੇ ਫੋਲੋਅਰ ਪੰਜਾਬ ਵਿੱਚ ਵੀ, ਇੰਡੀਆ ਵਿੱਚ ਵੀ ਤੇ ਇੰਡੀਆ ਤੋਂ ਬਾਹਰ NRIs ਵੀ ਜ਼ਿਆਦਾ ਬਣਦੇ ਨੇ। ਇੱਕ ਪਾਸੇ ਤੁਸੀਂ ਸੀਰੀਅਸ ਇਸ਼ੂਜ਼ ਜੋ ਅੱਜ ਪੰਜਾਬ ਗੁਜ਼ਰ ਰਿਹਾ ਵਾ ਉਹਨੂੰ ਸੋਲਵ ਕਰਨਾ ਚਾਹੁੰਦੇ ਜੋ, ਦੂਜੇ ਪਾਸੇ ਤੁਸੀਂ ਚੁਟਕਲੇ ਸੁਣ ਕੇ, ਠਾਕੇ ਮਾਰ ਕੇ, ਤਾੜੀਆਂ ਮਾਰਦੇ ਜੋ ਤੇ ਉਹਨਾਂ ਲੀਡਰਾਂ ਨੂੰ ਸਪੋਰਟ ਕਰਨਾ ਚਾਹੁੰਦੇ ਜੋ। ਸਿੱਧੂ ਸਾਹਿਬ ਦੀ ਜੇ ਗੱਲ ਕੀਤੀ ਜਾਵੇ, ਸਿੱਧੂ ਸਾਹਿਬ ਵੀ ਕਾਂਗਰਸ ਪਾਰਟੀ ਦਾ ਮਜ਼ਾਕ ਉਡਾਉਂਦੇ ਰਹੇ ਆ। ਪੱਤਰਕਾਰਾਂ ਨੇ ਵੀ ਸਿੱਧੂ ਸਾਹਿਬ ਨੂੰ ਸਵਾਲ ਪੁੱਛੇ ਕਿ ਉਹ ਕਾਂਗਰਸ ਪਾਰਟੀ ਜਿਹਦਾ ਤੁਸੀਂ ਮਜ਼ਾਕ ਉਡਾਉਂਦੇ ਰਹੇ ਜੋ, ਅੱਜ ਤੁਸੀਂ ਕਿੱਦਾਂ ਉਸ ਕਾਂਗਰਸ ਪਾਰਟੀ ਦੀ ਤਾਰੀਫ ਕਰੋਗੇ ਜਾਂ ਉਸ ਕਾਂਗਰਸ ਪਾਰਟੀ ਦੇ ਨਾਲ ਕੰਮ ਕਰੋਗੇ? ਸਿੱਧੂ ਸਾਹਿਬ ਦਾ ਇੱਕ ਛੋਟਾ ਜਿਹਾ ਜਵਾਬ ਸੀ, ਜਦੋਂ ਤੁਸੀਂ ਰਾਜਨੀਤੀ ਕਰਦੇ ਜੋ, ਰਾਜਨੀਤੀ ਤੁਸੀਂ ਤੇ ਨਾਲ ਤੁਹਾਡੇ ਪਾਰਟੀ ਹੁੰਦੀ ਆ, ਤੇ ਆਮ ਤੌਰ ਤੇ ਜੇ ਤੁਸੀਂ ਆਪਣੀ ਪਾਰਟੀ ਨੂੰ ਲੈ ਕੇ ਚੱਲਦੇ ਜੋ ਤੇ ਆਪੋਜੀਸ਼ਨ ਉੱਤੇ ਤੁਹਾਨੂੰ ਮਜ਼ਾਕ ਉਡਾਉਣੇ ਪੈਂਦੇ ਆ ਜਾਂ ਸਵਾਲ ਜਵਾਬ ਕਰਨੇ ਪੈਂਦੇ ਆ। ਇਹ ਜਵਾਬ ਦੇ ਕੇ ਸਿੱਧੂ ਸਾਹਿਬ ਸਰ ਪੱਤਰਕਾਰਾਂ ਦੇ ਉਸ ਸਵਾਲ ਤੋਂ ਤੇ ਬਚ ਗਏ। ਪਰ ਜੋ ਸਾਡਾ ਇੱਥੇ ਸਵਾਲ ਆ ਕਿ ਪੰਜਾਬ ਦੀ ਬਦਨਸੀਬੀ ਆ, ਉਹ ਜਿੰਨੇ ਵੀ ਲੀਡਰ ਮਿਲਦੇ ਆ ਮਜ਼ਾਕ ਕਰਕੇ ਲੋਕਾਂ ਦੀਆਂ ਤਾੜੀਆਂ ਤੇ ਜ਼ਰੂਰ, ਤਾੜੀਆਂ ਦੇ ਹੱਕਦਾਰ ਤੇ ਜ਼ਰੂਰ ਬਣ ਜਾਂਦੇ ਆ। ਪਰ ਕੀ ਇਹ ਸੀਰੀਅਸ ਰਾਜਨੀਤੀ? ਇਵਨ ਦੋ ਕਿ ਸਿੱਧੂ ਸਾਹਿਬ ਨੇ ਕੱਲ ਪੰਜਾਬ ਦੇ ਕੁਝ ਮੁੱਦਿਆਂ ਦੀ ਗੱਲ ਵੀ ਕੀਤੀ ਕਿ ਪੰਜਾਬ ਦੇ ਜੋ ਬੇਸਿਕ ਮੁੱਦੇ ਆ ਉਹਨਾਂ ਨੂੰ ਕਿੱਦਾਂ, ਬੇਸਿਕ ਸਮੱਸਿਆ ਵਾ ਉਹਨਾਂ ਨੂੰ ਕਿੱਦਾਂ ਸੋਲਵ ਕੀਤਾ ਜਾਵੇ, ਸਟ੍ਰਿਕਟ ਲਾਅ ਬਣਾਉਣ ਦੀ ਗੱਲ ਕੀਤੀ। ਪਰ ਫਿਰ ਵੀ ਕਿਤੇ ਨਾ ਕਿਤੇ ਹੈਰਾਨੀ ਹੁੰਦੀ ਆ ਕਿ ਪੰਜਾਬ ਤੇ ਪੰਜਾਬੀ ਕਿਉਂ ਅੱਜ ਚੁਟਕਲਿਆਂ ਦੀ ਰਾਜਨੀਤੀ ਵਿੱਚ ਜਾ ਕੇ ਸਿਮਟ ਕੇ ਰਹਿ ਗਏ ਨੇ। ਸੀਰੀਅਸ ਮੁੱਦਿਆਂ ਦੀ ਰਾਜਨੀਤੀ ਉੱਤੇ ਕਿਉਂ ਗੱਲਬਾਤ ਨਹੀਂ ਕਰਦੇ, ਜਾਂ ਉਹ ਲੀਡਰ ਜੋ ਸੀਰੀਅਸ ਮੁੱਦਿਆਂ ਉੱਤੇ ਗੱਲਬਾਤ ਕਰਦੇ ਆ ਕਿਉਂ ਉਹਨਾਂ ਨੂੰ ਸਪੋਰਟ ਨਹੀਂ ਕਰਦੇ? ਸਬਦੀਸ਼ ਜੀ। ਜੀ ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹਾਂਗਾ ਕਿ ਸਾਡੇ ਦੇਸ਼ ਦੇ ਵਿੱਚ ਰਾਜਨੀਤੀ ਨੂੰ ਦੇਸ਼ ਦੇ ਨਾਂ ਦੇ ਉੱਤੇ, ਰਾਜ ਦੇ ਨਾਂ ਦੇ ਉੱਤੇ ਚਲਾਏ ਜਾਣ ਦੀ ਪ੍ਰਵਿਰਤੀ ਬਹੁਤ ਹੈ, ਪਰ ਰਾਜ ਨਾਲ ਤੇ ਦੇਸ਼ ਨਾਲ ਲੋਕਾਂ ਦੀ ਕਿੰਨੀ ਕੁ ਕਮਿਟਮੈਂਟ ਆ, ਇਹ ਇਸ ਗੱਲ ਤੋਂ ਹੀ ਜ਼ਾਹਰ ਹੋ ਜਾਂਦਾ ਕਿ ਅਸੀਂ ਦੇਸ਼ ਦੇ ਵਿੱਚ ਅਸੀਂ ਨਵਜੋਤ ਸਿੱਧੂ ਨੂੰ ਕਿਉਂ ਕਹੀਏ, ਅਸੀਂ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਹੀ ਕਿਉਂ ਨਾ ਸ਼ੁਰੂ ਕਰੀਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਰ-ਵਾਰ ਜਦੋਂ ਵੀ ਕੋਈ ਬੰਦਾ ਪਾਰਟੀ ਛੱਡਦਾ, ਚਾਹੇ ਉਹ ਭਾਰਤੀ ਜਨਤਾ ਪਾਰਟੀ ਨੂੰ ਛੱਡੇ, ਚਾਹੇ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਛੱਡੇ, ਉਦੋਂ ਹੀ ਉਹ ਇੱਕ ਗੱਲ ਜ਼ਰੂਰ ਕਹਿੰਦੇ ਨੇ ਔਰ ਕਦੇ ਇਸ ਗੱਲ ਨੂੰ ਉਹ ਮਿਸ ਨਹੀਂ ਕਰਦੇ ਕਿ ਮਾਂ ਪਾਰਟੀ ਛੱਡ ਦਿੱਤੀ ਗਈ ਆ। ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਸਵਾਲ ਦਾ ਜਵਾਬ ਨਹੀਂ ਪੁੱਛਿਆ ਜਾਣਾ ਚਾਹੀਦਾ ਕਿ ਪਹਿਲੀ ਵਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹ ਵੀ ਇੱਕ ਕਾਂਗਰਸੀ ਦੇ ਤੌਰ ਤੇ ਹੀ ਸ਼ਾਮਲ ਹੋਏ ਸਨ, ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਨੂੰ ਜੁਆਇਨ ਕੀਤਾ ਸੀ। ਅੱਜ ਤੋਂ 50 ਸਾਲ ਪਹਿਲਾਂ ਜੇ ਕੋਈ ਕਾਂਗਰਸ ਨੂੰ ਛੱਡ ਦੇਵੇ ਤੇ ਉਹ ਜਸਟੀਫਾਈਡ ਹੋ ਜਾਂਦਾ, ਜੇ ਕੋਈ ਅੱਜ ਛੱਡ ਦੇਵੇ ਤਾਂ ਉਹ ਜਸਟੀਫਾਈਡ ਨਹੀਂ ਹੁੰਦਾ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਜਾਂਦਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈਗੀ ਦੇਸ਼ ਦੇ ਵਿੱਚ ਮੁੱਦਿਆਂ ਦੀ ਸਿਆਸਤ ਦੀ, ਮੁੱਦਿਆਂ ਦੀ ਸਿਆਸਤ ਕਰਨ ਦਾ ਅਰਥ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਨੂੰ ਲੌਜਿਕ ਦੇ ਉੱਤੇ ਗੱਲ ਕਰਕੇ ਦਿਖਾਉਣੀ ਹੈ। ਮੁੱਦਿਆਂ ਦੀ ਸਿਆਸਤ ਤੁਹਾਡੇ ਤੋਂ ਇਹ ਮੰਗ ਕਰਦੀ ਹੈ ਕਿ ਪੰਜਾਬ ਦੀਆਂ ਸੱਚਾਈਆਂ ਨੂੰ, ਦੇਸ਼ ਦੀਆਂ ਸੱਚਾਈਆਂ ਨੂੰ ਸਵੀਕਾਰ ਕਰੋ ਤੇ ਉਹਨਾਂ ਸੱਚਾਈਆਂ ਦਾ ਸਾਹਮਣਾ ਕਰੋ। ਮੁੱਦਿਆਂ ਦੀ ਸਿਆਸਤ ਮੰਗ ਕਰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਸਮੱਸਿਆ ਵਾ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਗੇ ਤੁਰੀਏ। ਮੁੱਦਿਆਂ ਦੀ ਸਿਆਸਤ ਸਾਡੇ ਤੋਂ ਇਹ ਮੰਗ ਕਰਦੀ ਹੈ ਕਿ ਪੰਜਾਬ ਦੇ ਵਿੱਚ ਫੈਲੀ ਹੋਈ ਬੇਰੁਜ਼ਗਾਰੀ ਦੀ ਗੱਲ ਕਰੀਏ। ਪਰ ਜੇ ਅਸੀਂ ਮੁੱਦਿਆਂ ਦੇ ਉੱਤੇ ਆਧਾਰਿਤ ਸਿਆਸਤ ਕਰਾਂਗੇ ਤੇ ਸਾਡੇ ਉਹ ਝੂਠ ਫਿਰ ਪੁੱਗਣਗੇ ਨਹੀਂ ਜਿਹਦੇ ਵਿੱਚ ਅਸੀਂ ਇਹ ਕਹਿ ਦਾਂਗੇ ਕਿ ਅਸੀਂ
ਪੁਲ ਬਣਾ ਦਿੱਤੀ, ਸੜਕਾਂ ਬਣਾ ਦਿੱਤੀਆਂ, ਸੜਕਾਂ ਤੇ ਬੰਬ ਸੁੱਟ ਦਿਓ ਤੇ ਟੁੱਟਣਗੀਆਂ ਨਹੀਂ, ਪਾਣੀ ਦੇ ਵਿੱਚ ਅਸੀਂ ਬੱਸਾਂ ਚਲਾ ਦਿਆਂਗੇ, ਇਦਾਂ ਦੇ ਵਾਅਦੇ ਕਰਨੇ ਸ਼ਾਇਦ ਲੋਕਾਂ ਨੂੰ ਆਕਰਸ਼ਿਤ ਵੱਧ ਕਰਦੇ ਨੇ। ਔਰ ਜਿਹਨੂੰ ਕਹਿੰਦੇ ਹੁੰਦੇ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ, ਸੜਕਾਂ ਕੋਈ ਬਣਾ ਜਾਂਦਾ, ਸੜਕਾਂ ਦੇ ਉੱਤੇ ਟੋਲ ਟੈਕਸ ਦਾ ਜਿਹੜਾ ਕਮਾਈ ਉਹ ਕੋਈ ਕਰ ਜਾਂਦਾ, ਤੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜਾਂ ਜੇ ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਬਣ ਜਾਂਦੇ ਨੇ ਜਾਂ ਆਮ ਆਦਮੀ ਪਾਰਟੀ ਬਣ ਜਾਂਦੀ ਆ ਤਾਂ ਉਹਦਾ ਕ੍ਰੈਡਿਟ ਉਹ ਲੈ ਜਾਣਗੇ। ਇਸ ਕਰਕੇ ਲੋਕਾਂ ਦੇ ਮੁੱਦੇ ਉਠਾਏ ਜਾਣ ਦੀ ਉਹਨਾਂ ਨੂੰ ਬਹੁਤੀ ਜ਼ਰੂਰਤ ਨਹੀਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਤੋਂ ਵੱਧ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਚ ਤੋਂ ਤੁਹਾਨੂੰ ਅੱਜ ਤੱਕ ਕਦੇ ਇਹ ਗੱਲ ਸੁਣਾਈ ਨਹੀਂ ਦਿੱਤੀ ਕਿ ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਇੱਕ ਵੀ ਪੰਨੇ ਨੂੰ ਪੜ੍ਹ ਕੇ ਰੈਲੀ ਦੇ ਵਿੱਚ ਲੋਕਾਂ ਸਾਹਮਣੇ ਇਸ਼ੂ ਪੇਸ਼ ਕੀਤੇ ਹੋਣ ਜਿਹੜੇ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਵੀ ਦਰਜ ਕਰ ਰੱਖੇ ਨੇ, ਜਾਂ ਕਾਂਗਰਸ ਪਾਰਟੀ ਨੇ ਜਿਸ ਦਿਨ ਤੋਂ ਮੈਨੀਫੈਸਟੋ ਜਾਰੀ ਕੀਤਾ ਉਸ ਦਿਨ ਤੋਂ ਬਾਅਦ ਕਦੇ ਮੈਨੀਫੈਸਟੋ ਦੀ ਕੋਈ ਗੱਲ ਕੀਤੀ ਹੋਵੇ। ਮੈਨੀਫੈਸਟੋ ਕਮਿਟਮੈਂਟ ਦੀਆਂ ਗੱਲਾਂ ਸਿਰਫ ਕਾਗਜ਼ਾਂ ਦੇ ਵਿੱਚ ਦਰਜ ਕਰਨ ਲਈ ਨੇ। ਇਸੇ ਕਰਕੇ ਅਸੀਂ ਡਿਮਾਂਡ ਕਰਦੇ ਰਹਿੰਦੇ ਹਾਂ ਕਿ ਇਹਨਾਂ ਨੂੰ ਇੱਕ ਕਾਨੂੰਨੀ ਦਸਤਾਵੇਜ਼ ਦੀ ਜਿਹੜੀ ਸ਼ਕਲ ਦੇ ਦੇਣੀ ਚਾਹੀਦੀ ਆ, ਤਾਂ ਕਿ ਜੇ ਪਾਰਟੀਆਂ ਉਹਦੇ ਉੱਤੇ ਪਹਿਰੇਦਾਰੀ ਨਾ ਕਰਨ ਤਾਂ ਘੱਟੋ ਘੱਟ ਲੋਕ ਉਹਦੇ ਉੱਤੇ ਪਹਿਰੇਦਾਰੀ ਦੀ ਮੰਗ ਕਰ ਸਕਣ ਕੋਰਟ ਦੇ ਵਿੱਚ ਜਾ ਕੇ। ਅਗਲੀ ਗੱਲ ਜਿਹੜੀ ਮੈਂ ਇਹਦੇ 'ਚ ਬਹੁਤ ਸੰਖੇਪ ਦੇ ਵਿੱਚ ਇਹ ਕਹਿਣੀ ਚਾਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਜਿਵੇਂ ਨਵਜੋਤ ਸਿੰਘ ਸਿੱਧੂ ਦੇਸ਼ ਦੀ ਗੱਲ ਪੰਜਾਬ ਦੀ ਰਾਖੀ ਲਈ ਆ ਜਾਂਦੇ ਨੇ, ਸਾਡੇ ਪ੍ਰਧਾਨ ਮੰਤਰੀ ਵੀ ਸਰਜੀਕਲ ਸਟ੍ਰਾਈਕ ਕਰਦੇ ਨੇ ਤੇ ਉਹ ਦੇਸ਼ ਦੇ ਨਾਂ ਤੇ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੇ ਵਿੱਚ ਵੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਝੂਠ ਬੋਲੇ ਜਾਂਦੇ ਨੇ ਕਸ਼ਮੀਰ ਬਾਰੇ ਕਿ ਉੱਥੇ ਪੱਥਰਬਾਜ਼ੀ ਰੁਕ ਗਈ ਹੈ। ਸਾਡੇ ਦੇਸ਼ ਦੇ ਵਿੱਚ ਨੌਜਵਾਨਾਂ ਦੇ ਉੱਤੇ JNU ਦੇ ਨੌਜਵਾਨਾਂ ਦੇ ਉੱਤੇ ਰਾਸ਼ਟਰਵਾਦ ਵਿਰੋਧੀ ਹੋਣ ਦੇ ਕੇਸ ਦਰਜ ਕਰ ਦਿੱਤੇ ਜਾਂਦੇ ਨੇ। ਕੇਸਾਂ ਦਾ ਹਾਲੇ ਕੁਝ ਨਹੀਂ ਬਣਿਆ, ਲਗਭਗ ਸਾਲ ਬੀਤਣ ਵਾਲਾ ਵਾ, ਅੱਜ ਤੱਕ ਉਹਨਾਂ ਦੇ ਖਿਲਾਫ ਕੋਈ ਦੋਸ਼ ਸਾਬਤ ਨਹੀਂ ਹੋਏ, ਪਰ ਇਹਦੇ ਨਾਲ ਰਾਸ਼ਟਰਵਾਦ ਨੂੰ ਹਵਾ ਜ਼ਰੂਰ ਮਿਲ ਜਾਂਦੀ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ 500 ਤੇ 1000 ਦੇ ਨੋਟ ਨੂੰ ਸਮਾਨਾਂਤਰ ਜਿਹੜੀ ਹੈਗੀ ਆਰਥਿਕਤਾ ਚਲਾਏ ਜਾਣ ਦਾ ਦੋਸ਼ੀ ਕਰਾਰ ਦਿੰਦੇ ਨੇ, ਕਾਲੇ ਧਨ ਨੂੰ ਜਮ੍ਹਾਂ ਕਰਨ ਦਾ ਸਭ ਤੋਂ ਵੱਡਾ ਸਾਧਨ ਐਲਾਨ ਕਰਦੇ ਨੇ, ਔਰ ਨਾਲ ਦੀ ਨਾਲ 2000 ਦਾ ਨੋਟ ਜਿਹੜਾ ਉਹ ਆਪ ਛਾਪ ਕੇ ਲੋਕ ਸਾਡੇ ਸਾਹਮਣੇ ਮੁਹੱਈਆ ਕਰ ਦਿੰਦੇ ਨੇ, ਔਰ ਉਸ ਤੋਂ ਬਾਅਦ 500 ਦਾ ਨੋਟ ਵੀ ਆ ਜਾਂਦਾ। ਕਿ ਹੁਣ 500 ਦਾ ਨੋਟ ਜਿਹੜਾ ਮੇਰੇ ਮੁਤਾਬਕ ਪਹਿਲਾਂ ਵੀ ਗਰੀਬਾਂ ਦਾ ਨੋਟ ਸੀ ਹੁਣ ਵੀ ਗਰੀਬਾਂ ਦਾ ਨੋਟ ਹੋਏਗਾ, ਕਿ ਹੁਣ ਉਹਦੇ ਵਿੱਚ ਕਾਲਾ ਧਨ ਨਹੀਂ ਆਏਗਾ? ਅਸਲ ਦੇ ਵਿੱਚ ਮੈਂ ਸਿਰਫ ਇੰਨੀ ਗੱਲ ਕਹਿਣ ਦਾ ਯਤਨ ਕਰ ਰਿਹਾ ਕਿ ਸਾਡੇ ਦੇਸ਼ ਦੇ ਵਿੱਚ ਮੁੱਦਿਆਂ ਦੀ ਸਿਆਸਤ ਕਿਉਂਕਿ ਪੁੱਗਦੀ ਨਹੀਂ ਆ। ਅਸੀਂ ਪੰਜਾਬ ਦੇ ਵਿੱਚ ਧਰਮਵੀਰ ਗਾਂਧੀ ਦਾ ਹਾਲ ਦੇਖ ਸਕਦੇ ਹਾਂ, ਜਿਹੜੇ ਮੁੱਦਿਆਂ ਦੀ ਸਿਆਸਤ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਪੰਜਾਬ ਦੇ ਵਿੱਚ ਸ਼ਾਇਦ ਹੀ ਵੋਟਾਂ ਪਾਵੇ। ਮੈਨੂੰ ਲੱਗਦਾ ਉਹਨਾਂ ਨੂੰ ਸ਼ਾਇਦ ਓਨੀਆਂ ਵੋਟਾਂ ਪੈ ਜਾਣਗੀਆਂ ਜਿੰਨੀਆਂ ਕਮਿਊਨਿਸਟਾਂ ਦੇ ਕੈਂਡੀਡੇਟਾਂ ਨੂੰ ਜਦੋਂ ਚੋਣ ਲੜਦੇ ਨੇ ਉਨੀਆਂ ਵੋਟਾਂ ਮਿਲ ਜਾਂਦੀਆਂ। ਸ਼ਾਇਦ ਮੁੱਦਿਆਂ ਦੀ ਸਿਆਸਤ ਅੱਜ ਦੇ ਦੌਰ ਦੇ ਵਿੱਚ ਸੰਕੇਤਕ ਪੋਲਿਟਿਕਸ ਬਣ ਗਈ, ਔਰ ਜਿਹੜੇ ਲੋਕ ਸੱਤਾ ਲਈ ਸੰਘਰਸ਼ ਕਰਨਗੇ ਉਹ ਸੰਕੇਤਕ ਪੋਲਿਟਿਕਸ ਨਹੀਂ ਕਰ ਸਕਦੇ, ਉਹ ਤਾਂ ਸੱਤਾ ਲਈ ਜਿਹੜੀ ਵੀ ਕਿਸਮ ਦਾ ਝੂਠ ਬੋਲਿਆ ਜਾਣਾ ਚਾਹੀਦਾ ਉਹ ਬੋਲਣਗੇ, ਜਾਂ ਐਸੇ ਚੈਲੰਜ ਕਰਨਗੇ ਜਿਨ੍ਹਾਂ ਚੈਲੰਜਾਂ ਦਾ ਨਾਲ ਤੁਸੀਂ ਆਪਣੇ ਆਪ ਨੂੰ ਵੱਡਾ ਕਰ ਲਓ। ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਜਾਣ ਦਾ ਐਲਾਨ ਕੀਤਾ ਤੇ ਭਗਵੰਤ ਮਾਨ ਉਹਨਾਂ ਨੂੰ ਜਲਾਲਾਬਾਦ ਤੋਂ ਲਲਕਾਰਦੇ ਨੇ, ਜੇ ਹਿੰਮਤ ਹੈ ਤਾਂ ਉਹਨਾਂ ਨੂੰ ਜਲਾਲਾਬਾਦ ਆ ਕੇ ਮੇਰੇ ਖਿਲਾਫ ਚੋਣ ਲੜਨੀ ਚਾਹੀਦੀ। ਜਿਵੇਂ ਭਗਵੰਤ ਮਾਨ ਇਹ ਸਾਬਤ ਕਰਨਾ ਚਾਹੁੰਦੇ ਹੋਣ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਅੱਜ ਦੀ ਤਰੀਕ 'ਚ ਮੁੱਖ ਮੰਤਰੀ ਨੇ ਸ਼ਾਇਦ ਉਹ ਉਹਨਾਂ ਤੋਂ ਬਹੁਤ ਵੱਡੇ ਨੇ ਤੇ ਕੈਪਟਨ ਲਈ ਉਹ ਬਹੁਤ ਵੱਡਾ ਚੈਲੰਜ ਨੇ। ਮੈਨੂੰ ਲੱਗਦਾ ਭਗਵੰਤ ਮਾਨ ਨੂੰ ਤਾਂ ਜਿਨ੍ਹਾਂ ਨਾਲ ਉਹਨਾਂ ਨੇ ਚੈਲੰਜ ਦੇ ਦਿੱਤਾ ਉਹਨਾਂ ਦਾ ਚੈਲੰਜ ਕਬੂਲ ਕਰਨ ਦੇ ਵਿੱਚ ਆਪਣੀ ਜਿਹੜੀ ਊਰਜਾ ਲਾਉਣੀ ਚਾਹੀਦੀ, ਪਰ ਕਿਉਂਕਿ ਪੋਲਿਟਿਕਸ ਹੈ ਇਸ ਕਰਕੇ ਉਹ ਕੈਪਟਨ ਨੂੰ ਵੀ ਲਲਕਾਰ ਸਕਦੇ ਨੇ। ਪਰ ਕੈਪਟਨ ਸਾਹਿਬ ਕੀ ਕਰਦੇ ਨੇ, ਕਿਉਂ ਗਏ ਨੇ, ਲੰਬੀ ਗਏ, ਮੈਂ ਇਸ ਤੇ ਬਹਿਸ ਨਹੀਂ ਕਰਦਾ। ਤੇ ਇੱਕ ਗੱਲ ਜ਼ਰੂਰ ਹੈ ਕਿ ਮੁੱਦੇ ਨਹੀਂ ਸਾਡੀ ਪੋਲਿਟਿਕਸ ਨੂੰ ਪੁੱਗਦੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਕਾਂਗਰਸ ਪਾਰਟੀ ਹੋਵੇ, ਤੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ, ਚਾਹੇ ਅਕਾਲੀ ਦਲ। ਮੁੱਦਿਆਂ ਦੀ ਪੋਲਿਟਿਕਸ ਵਾਲੇ ਧਰਮਵੀਰ ਗਾਂਧੀ ਜਾਂ ਜਿਹੜੇ ਕਮਿਊਨਿਸਟ ਵੀ ਮੁੱਦਿਆਂ ਦੀ ਗੱਲ ਕਰਦੇ ਨੇ ਜਾਂ ਜਿਹੜੀਆਂ ਸੀਟਾਂ ਦੇ ਉੱਤੇ ਉਹ ਚੋਣ ਲੜਨਗੇ, ਅਸੀਂ 11 ਤਰੀਕ ਨੂੰ ਦੇਖਾਂਗੇ ਮੁੱਦਿਆਂ ਵਾਲਿਆਂ ਨੂੰ ਲੋਕ ਕਿੰਨਾ ਪੁੱਛਦੇ ਨੇ ਤੇ ਮੁੱਦਿਆਂ ਤੋਂ ਪਾਸੇ ਜਾ ਕੇ ਗੁੰਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਨੂੰ ਲੋਕ ਕਿੰਨੀ ਵੋਟਿੰਗ ਪਾਉਂਦੇ ਨੇ। 11 ਤਰੀਕ ਜਾਂ 12 ਤਰੀਕ ਨੂੰ ਸ਼ਾਇਦ ਅਸੀਂ ਇਸੇ ਤੇ ਚਰਚਾ ਕਰ ਰਹੇ ਹੋਵਾਂਗੇ। ਜੇ ਅਸੀਂ ਗੱਲ ਕਰੀਏ ਤਾਂ ਚੁਟਕਲੇ ਤੇ ਇੱਕ ਪਾਸੇ, ਪਰ ਜਿਹੜੇ ਦੂਜੇ ਲੀਡਰ ਜੇ ਉਹਨਾਂ ਦੀ ਵੀ ਸਪੀਚਾਂ ਸੁਣੀਆਂ ਜਾਣ, ਜਾਂ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ, ਹਰ ਸਟੇਜ ਤੋਂ ਇਹੀ ਗੱਲ ਕਿ ਅਸੀਂ ਫੜ ਕੇ ਬਾਦਲਾਂ ਨੂੰ ਦੂਜੇ ਦਿਨ ਅੰਦਰ ਦੇ ਦਾਂਗੇ। ਈਵਨ ਕਿ ਕੁਝ ਆਮ ਆਦਮੀ ਪਾਰਟੀ ਦੇ ਲੀਡਰ ਤੇ ਇਹ ਵੀ ਕਹਿੰਦੇ ਸੁਣੇ ਗਏ ਨੇ ਕਿ 11 ਤਰੀਕ ਨੂੰ ਰਿਜ਼ਲਟ ਹੋਣਾ ਵਾ, 12 ਜਾਂ 13 ਤਰੀਕ ਨੂੰ ਅਸੀਂ ਸਹੁੰ ਚੁੱਕ ਲੈਣੀ ਹੈ, 14 ਤਰੀਕ ਨੂੰ ਅਸੀਂ ਕੇਸ ਫਾਈਲ ਕਰ ਦੇਣਾ ਤੇ 15 ਤਰੀਕ ਨੂੰ ਅੰਦਰ ਕਰ ਦੇਣਾ ਵਾ।
ਜੇ ਮੈਂ ਗੱਲ ਅਮਰਿੰਦਰ ਸਿੰਘ ਦੀ ਵੀ ਕਰਾਂ ਤੇ ਕੱਲ ਮੈਂ ਅਮਰਿੰਦਰ ਸਿੰਘ ਜੀ ਦੀ ਇੱਕ ਸਪੀਚ ਸੁਣ ਰਿਹਾ ਸੀ ਜਿਹਦੇ ਵਿੱਚ ਉਹ ਵੀ ਕਹਿ ਰਹੇ ਸੀ ਉਹ ਠਿੰਗਣਾ ਜਾਂ ਉਹ ਸਨੀਕੀ ਜਾਂ ਹੈ ਪਰਸਨ ਆ। ਗੱਲ ਫਿਰ ਤੋਂ ਉਹੀ ਆ ਜਾਂਦੀ ਆ ਕਿ ਤੁਸੀਂ ਇਹ ਗੱਲਾਂ ਸੁਣ ਕੇ ਇਹਨਾਂ ਲੋਕਾਂ ਨੂੰ ਵੋਟ ਪਾਉਣਾ ਚਾਹੁੰਦੇ ਜੋ, ਕਿਉਂਕਿ ਕਿਤੇ ਨਾ ਕਿਤੇ ਜੋ ਜੇ ਚੁਟਕਲਿਆਂ ਦੀ ਰਾਜਨੀਤੀ ਵੀ ਚੁਟਕਲਿਆਂ ਦੀ ਰਾਜਨੀਤੀ ਨੂੰ ਅਸੀਂ ਸਪੋਰਟ ਨਹੀਂ ਕਰਦੇ ਤਾਂ ਜੋ ਇਹ ਵੀ ਗੱਲਾਂ ਸਟੇਜ ਤੋਂ ਕੀਤੀਆਂ ਜਾ ਰਹੀਆਂ ਨੇ ਇਹਨੂੰ ਵੀ ਅਸੀਂ ਸਪੋਰਟ ਨਹੀਂ ਕਰਦੇ। ਇੱਕ ਪ੍ਰੈਸ ਕਾਨਫਰੰਸ ਦੀ ਹੋਰ ਗੱਲ ਕਰਨੀ ਚਾਹੂੰਗਾ। ਹੈਰਾਨੀ ਹੋਈ ਮੈਨੂੰ ਉਹ ਪ੍ਰੈਸ ਕਾਨਫਰੰਸ ਸੁਣ ਕੇ। ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਕਿ ਆਮ ਆਦਮੀ ਪਾਰਟੀ ਦੀ ਜਲੰਧਰ ਤੋਂ ਲੋਕ ਸਭਾ ਦੀ ਕੈਂਡੀਡੇਟ ਸੀ ਜੋਤੀ ਮਾਨ 2014 ਵਿੱਚ, ਉਹਨਾਂ ਨੂੰ ਆਪਣੀ ਸ਼੍ਰੋਮਣੀ ਅਕਾਲੀ ਦਲ ਚ ਜੁਆਇਨ ਕਰਵਾਇਆ। ਇੱਕ ਪਾਸੇ ਆਮ ਆਦਮੀ ਪਾਰਟੀ ਦੀ ਲੀਡਰ ਨੂੰ ਆਪਣੀ ਪਾਰਟੀ ਜੁਆਇਨ ਕਰਵਾ ਰਹੇ ਨੇ, ਦੂਜੇ ਪਾਸੇ ਸਿੱਧੂ ਸਾਹਿਬ ਉੱਤੇ ਸਵਾਲ ਵੀ ਕਰ ਰਹੇ ਨੇ। ਇੱਥੇ ਵੀ ਹੈਰਾਨੀ ਹੁੰਦੀ ਆ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਜੋ ਉਹੀ ਕੰਮ ਵਾਸਤੇ ਦੂਜੇ ਉੱਤੇ ਕਿੱਦਾਂ ਸਵਾਲ ਉਠਾ ਰਹੇ ਜੋ। ਪਰ ਇੱਕ ਹੋਰ ਮੁੱਦਾ ਮੈਂ ਡਿਸਕਸ ਕਰਨਾ ਚਾਹੂੰਗਾ ਇਸ ਪ੍ਰੈਸ ਕਾਨਫਰੰਸ ਤੋਂ ਜੋ ਕਿ ਸੁਖਬੀਰ ਬਾਦਲ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਚੱਕਿਆ। ਆਮ ਆਦਮੀ ਪਾਰਟੀ ਜੋ ਬਾਰ-ਬਾਰ ਇਹ ਕਹਿ ਰਹੀ ਸੀ ਕਿ ਕੈਪਟਨ ਸਾਹਿਬ ਲੰਬੀ ਤੋਂ ਜਾਂ ਜਲਾਲਾਬਾਦ ਤੋਂ ਚੁਣਾਵ ਲੜਨ। ਫਾਈਨਲੀ ਕਾਂਗਰਸ ਪਾਰਟੀ ਨੇ ਸਟ੍ਰੈਟਜੀ ਬਣਾਈ ਤੇ ਆਪਣੇ ਦੋ ਦਿੱਗਜ ਨੇਤਾ ਕੈਪਟਨ ਸਾਹਿਬ ਲੰਬੀ ਤੋਂ ਤੇ ਰਵਨੀਤ ਬਿੱਟੂ ਜਲਾਲਾਬਾਦ ਤੋਂ ਚੁਣਾਵ ਲੜਨ ਦੀ ਗੱਲ ਕੀਤੀ। ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੇ ਅਸੀਂ ਕਹਿ ਸਕਦੇ ਆਮ ਆਦਮੀ ਪਾਰਟੀ ਦੀ ਇਹ ਡਿਮਾਂਡ ਪੂਰੀ ਕਰਤੀ। ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਜੋ ਰੁਖ ਚੇਂਜ ਕੀਤਾ ਵਾ ਉਹ ਇਹ ਆਮ ਆਦਮੀ ਪਾਰਟੀ ਦਾ ਬਾਰ-ਬਾਰ ਇਹ ਕਹਿਣਾ ਵਾ ਕਿ ਕੈਪਟਨ ਸਾਹਿਬ 2 ਸੀਟਾਂ ਤੋਂ ਕਿਉਂ ਇਲੈਕਸ਼ਨ ਲੜ ਰਹੇ ਨੇ। ਵੈਲਿਡ ਕੁਐਸਚਨ ਆ ਤੇ ਜੇ ਇਹ ਕੁਐਸਚਨ ਸ਼ਾਇਦ ਮੈਂ ਵੀ ਕੈਪਟਨ ਸਾਹਿਬ ਤੋਂ ਪੁੱਛਣਾ ਚਾਹੂੰਗਾ ਕਿ 2 ਸੀਟਾਂ ਤੋਂ ਕਿਉਂ ਇਲੈਕਸ਼ਨ ਲੜ ਰਹੇ ਜੋ, 1 ਸੀਟ ਤੋਂ ਇਲੈਕਸ਼ਨ ਲੜੋ ਜੇ ਤੁਸੀਂ ਇਮਾਨਦਾਰੀ ਨਾਲ ਇਲੈਕਸ਼ਨ ਲੜਨਾ ਚਾਹੁੰਦੇ ਹੋ, ਕਿਉਂਕਿ ਜਦੋਂ ਤੁਸੀਂ 2 ਸੀਟਾਂ ਤੋਂ ਇਲੈਕਸ਼ਨ ਲੜਦੇ ਹੋ ਕਿਤੇ ਨਾ ਕਿਤੇ ਇੱਕ ਤੁਹਾਡੀ ਬੈਕਅਪ ਹੁੰਦੀ ਆ। ਪਰ ਸਵਾਲ ਆਮ ਆਦਮੀ ਪਾਰਟੀ ਤੋਂ ਪਹਿਲਾਂ ਮੈਂ ਸ਼ੁਰੂ ਕਰਨਾ ਚਾਹੂੰਗਾ। ਆਮ ਆਦਮੀ ਪਾਰਟੀ ਜੋ ਕੈਪਟਨ ਸਾਹਿਬ ਨੂੰ ਬੜੇ ਸਵਾਲ ਪੁੱਛ ਰਹੀ ਆ, ਉਹਨਾਂ ਤੇ ਸੁਖਬੀਰ ਬਾਦਲ ਨੇ ਵੀ ਸਵਾਲ ਉਠਾਏ ਨੇ ਜਿਹੜੇ ਮੈਨੂੰ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਜਵਾਬ ਦੇ ਆ। ਸੁਖਬੀਰ ਬਾਦਲ ਨੇ ਭਗਵੰਤ ਮਾਨ ਦੀ ਗੱਲ ਕੀਤੀ ਆ ਕਿ ਜੇ ਭਗਵੰਤ ਮਾਨ ਜਲਾਲਾਬਾਦ ਤੋਂ ਇਲੈਕਸ਼ਨ ਲੜਨਾ ਹੀ ਚਾਹੁੰਦਾ ਵਾ ਤੇ ਕਿਉਂ ਨਹੀਂ ਆਪਣੀ ਐਮਪੀ ਦੀ ਸੀਟ ਤੋਂ ਰਿਜ਼ਾਈਨ ਕਰਕੇ ਫਿਰ ਜਲਾਲਾਬਾਦ ਆਉਂਦਾ। ਐਂਡ ਸੇਮ ਗੋਸ ਫॉर ਰਵਨੀਤ ਬਿੱਟੂ ਤੇ ਭਗਵੰਤ ਮਾਨ ਜੋ ਦੋਵੇਂ ਐਮਪੀ ਨੇ। ਜੇ ਇਹਨਾਂ ਨੂੰ ਪੰਜਾਬ ਬਚਾਉਣ ਦਾ ਇੰਨਾ ਹੀ ਦਰਦ ਆ ਤੇ ਆਪਣੀ ਐਮਪੀ ਦੀ ਸੀਟ ਛੱਡ ਕੇ ਕਿਉਂ ਨਹੀਂ ਐਮਐਲਏ ਦੀ ਇਲੈਕਸ਼ਨ ਵਿੱਚ ਹਿੱਸਾ ਲੈਂਦੇ। ਜਰਨੈਲ ਸਿੰਘ ਜੋ ਟੈਕਨੀਕਲੀ ਕਰ ਨਹੀਂ ਸਕਦੇ ਸੀ, ਟੈਕਨੀਕਲ ਇਸ਼ੂਜ਼ ਦੇ ਕਾਰਨ ਉਹਨਾਂ ਨੂੰ ਅਸਤੀਫਾ ਦੇਣਾ ਪਿਆ, ਪਰ ਉਹਨੂੰ ਵੀ ਕੁਰਬਾਨੀ ਦੱਸਿਆ ਗਿਆ। ਪਰ ਇਹ ਕੁਰਬਾਨੀ ਭਗਵੰਤ ਮਾਨ ਤੇ ਰਵਨੀਤ ਬਿੱਟੂ ਦੇਣਗੇ? ਨਹੀਂ ਹਰਪ੍ਰੀਤ ਜੀ, ਕਦੀ ਵੀ ਨਹੀਂ ਦੇਣਗੇ, 100% ਨਹੀਂ ਦੇਣਗੇ। ਕਾਰਨ ਸਾਫ਼ ਤੇ ਸਪਸ਼ਟ ਹੈਗਾ ਵਾ। ਇੱਕ ਵਾਰੀ ਭਗਵੰਤ ਮਾਨ ਸਾਹਿਬ ਐਮਪੀ ਬਣ ਚੁੱਕੇ ਹੋਏ ਆ। ਉਹਨਾਂ ਨੂੰ ਇਹ ਹੈਗਾ ਕਿ ਜੇ ਮੈਂ ਸੁਖਬੀਰ ਬਾਦਲ ਨੂੰ ਜਲਾਲਾਬਾਦ ਤੋਂ ਹਰਾ ਦਿੰਦਾ ਤੇ ਸ਼ਾਇਦ ਐਜ਼ ਸੀਐਮ ਕੈਂਡੀਡੇਟ ਵਜੋਂ ਮੈਨੂੰ ਪ੍ਰੈਜ਼ੈਂਟ ਕੀਤਾ ਜਾ ਸਕਦਾ ਜਾਂ ਜੇ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈਗੀ ਹੈ, ਬਹੁਮਤ ਲੈ ਜਾਂਦੀ ਹੈ ਤੇ ਸ਼ਾਇਦ ਸੀਐਮ ਉਹ ਬਣ ਜਾਣਗੇ। ਤੇ ਜੇ ਹਾਰ ਜਾਂਦੇ ਆ ਤੇ ਐਮਪੀ ਤਾਂ ਰਹਿਣਗੇ। ਜਿਹੜੀ ਇੱਕ ਸਾਖ ਰਹੇਗੀ ਇੱਕ ਲੀਡਰ ਦੀ, ਇੱਕ ਐਮਪੀ ਦੀ, ਉਹ ਰਹੇਗੀ ਆਮ ਆਦਮੀ ਪਾਰਟੀ ਵਿੱਚ। ਇਸ ਕਰਕੇ ਮੈਂ ਤਾਂ ਸ਼ੋਰ ਹਾਂ ਕਿ ਐਮਪੀ ਵਾਲੀ ਸੀਟ ਤੋਂ ਕਦੀ ਵੀ ਰੈਜ਼ਿਗਨੇਸ਼ਨ ਭਗਵੰਤ ਮਾਨ ਸਾਹਿਬ ਨਹੀਂ ਦੇਣਗੇ। ਜੇ ਆਪਾਂ ਰਵਨੀਤ ਬਿੱਟੂ ਸਾਹਿਬ ਦੀ ਗੱਲ ਕਰੀਏ ਤੇ ਸੇਮ ਗੋਸ ਫॉर ਬਿੱਟੂ, ਖੜੇ ਉਹਨਾਂ ਨੂੰ ਕਰ ਦਿੱਤਾ ਹੈਗਾ। ਹੋ ਸਕਦਾ ਹਾਈ ਕਮਾਂਡ ਦਾ ਦਬਾਅ ਹੋਵੇ ਉਹਦੇ ਤੇ ਕਿ ਤੁਸੀਂ ਸੁਖਬੀਰ ਬਾਦਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੇ ਖਿਲਾਫ ਲੜੋ। ਪਰ ਜੇ ਹਾਰ ਵੀ ਜਾਂਦੇ ਹੈਗੇ ਆ ਤੇ ਐਮਪੀ ਦੀ ਕੁਰਸੀ ਬਰਕਰਾਰ ਰਹੇਗੀ। ਜਿਹੜੇ ਫੈਸਲੇ, ਜਿਹੜੀ ਸਾਖ ਉਹਨਾਂ ਦੀ ਕਾਂਗਰਸ ਵਿੱਚ ਐਮਪੀ ਦੇ ਵਜੋਂ ਰਹੇਗੀ, ਉਹ ਹਮੇਸ਼ਾ ਰਹੇਗੀ। ਤੇ ਮੈਨੂੰ ਨਹੀਂ ਲੱਗਦਾ ਇਹਨਾਂ ਦੋਨਾਂ ਚੋਂ ਕੋਈ ਕੁਰਬਾਨੀ ਵਾਲਾ ਵਰਡ ਯੂਜ਼ ਕੀਤਾ ਜਾ ਸਕਦਾ ਵਾ। ਜਰਨੈਲ ਸਿੰਘ ਸਾਹਿਬ ਦੀ ਗੱਲ ਕਰੀਏ, ਉਹਨਾਂ ਦੀ ਮਜਬੂਰੀ ਬਣ ਗਈ ਸੀ ਕਿ ਉਹਨਾਂ ਨੂੰ ਦਿੱਲੀ ਤੋਂ ਵੋਟ ਕਟਵਾ ਕੇ ਪੰਜਾਬ ਦੇ ਵਿੱਚ ਵੋਟ ਬਣਾਉਣੀ ਪੈਣੀ ਸੀ, ਫੇਰ ਹੀ ਉਹ ਇਲੈਕਸ਼ਨ ਲੜ ਸਕਦੇ ਸੀਗੇ। ਤੇ ਜੇ ਦਿੱਲੀ ਤੋਂ ਵੋਟ ਕੱਟੀ ਜਾਂਦੀ ਹੈ ਤੇ ਆਟੋਮੈਟਿਕਲੀ ਉਹਨਾਂ ਨੂੰ ਐਮਐਲਏ ਦੀ ਜਿਹੜੀ ਐਮਐਲਏ ਤੋਂ ਰੈਜ਼ਿਗਨੇਸ਼ਨ ਦੇਣਾ ਪੈਣਾ ਸੀ। ਇਸ ਕਰਕੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਦੇਣਾ ਪਿਆ। ਜੇ ਇਦਾਂ ਦਾ ਕੋਈ ਲਾਅ ਨਾ ਹੁੰਦਾ ਤੇ ਸ਼ਾਇਦ ਉਹ ਵੀ ਕਦੀ ਰੈਜ਼ਿਗਨੇਸ਼ਨ ਨਾ ਦਿੰਦੇ। ਹਰ ਬੰਦਾ ਆਪਣਾ ਪੋਲੀਟੀਕਲ ਲਾਹਾ ਦੇਖ ਕੇ ਹੀ ਇਲੈਕਸ਼ਨ ਲੜਦਾ ਵਾ। ਕੋਈ ਵੀ ਕੁਰਬਾਨ ਹੋਣ ਲਈ ਮੈਨੂੰ ਨਹੀਂ ਲੱਗਦਾ, ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ, ਕੋਈ ਵੀ ਕੁਰਬਾਨ ਹੋਣ ਲਈ ਕਦੀ ਵੀ ਨਹੀਂ ਲੜਦਾ। ਤੇ ਇਸ ਕਰਕੇ ਮੈਂ ਤਾਂ 100% ਸ਼ੋਰ ਹਾਂ, ਚਾਹੇ ਭਗਵੰਤ ਮਾਨ ਹੋਣ, ਚਾਹੇ ਰਵਨੀਤ ਸਿੰਘ ਬਿੱਟੂ ਹੋਣ, ਇਹਨਾਂ ਤੋਂ ਕੋਈ ਵੀ ਐਮਪੀ ਸੀਟ ਦੀ ਇਲੈਕਸ਼ਨ ਐਮਪੀ ਤੋਂ ਰੈਜ਼ਿਗਨੇਸ਼ਨ ਨਹੀਂ ਕਰੇਗਾ। ਸੁਖਬੀਰ ਸਿੰਘ ਬਾਦਲ ਦਾ ਭਗਵੰਤ ਮਾਨ ਤੇ ਰਵਨੀਤ ਬਿੱਟੂ ਕੋਲੋਂ ਰੈਜ਼ਿਗਨੇਸ਼ਨ ਮੰਗਣਾ ਬਿਫੋਰ ਕਿ ਉਹ ਐਮਐਲਏ ਦੀ ਇਲੈਕਸ਼ਨ
ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਵਾਸਤੇ ਕੰਟੈਸਟ ਕਰਨ। ਮੇਰਾ ਜੋ ਕੋਈ ਵੀ ਸਾਥੀ ਜੇ ਤੇ ਕਮੈਂਟ ਕਰਨਾ ਚਾਹੇ ਪਲੀਜ਼ ਗੋ ਹੈਡ। ਹਰਪ੍ਰੀਤ ਜੀ ਦੇਖੋ ਇਹਦੇ ਦੋ ਪੱਖ ਨੇ। ਜੇ ਤਾਂ ਤੁਸੀਂ ਇਹਨੂੰ ਕਹੋ ਕਿ ਕਿਆ ਉਹ ਰੈਜ਼ਿਗਨੇਸ਼ਨ ਮੰਗਣਾ ਜਾਇਜ਼ ਹੈ ਤਾਂ ਜ਼ਰੂਰ ਇਹ ਕਿਹਾ ਜਾਣਾ ਚਾਹੀਦਾ ਜਾਇਜ਼ ਹੈ, ਪਰ ਕਿਆ ਉਹ ਆਪ ਉਸ ਜਿਹੜੀ ਅਖਲਾਕੀ ਪੱਧਰ ਤੇ ਕੁਆਲੀਫਾਈ ਕਰਦੇ ਨੇ? ਉੱਥੇ ਆਪਾਂ ਕਹਾਂਗੇ ਕਿ ਨਹੀਂ ਸੁਖਬੀਰ ਸਿੰਘ ਬਾਦਲ ਵੀ ਸ਼ਾਇਦ ਉਸ ਪੱਧਰ ਤੇ ਕੁਆਲੀਫਾਈ ਨਹੀਂ ਕਰਦੇ ਕਿ ਆਪਣੇ ਉਹ ਸਹੀ ਨਹੀਂ, ਕਿਉਂਕਿ ਜੇ ਜਿੱਥੇ ਤੱਕ ਪੋਲੀਟੀਕਲ ਪ੍ਰੈਕਟਿਸਿਸ ਦਾ ਖਿਆਲ ਹੈ ਤਾਂ ਇੰਨੀ ਉੱਚ ਪਾਏ ਦੀ ਇੰਨੀ ਮੋਰਲ ਜਿਹੜੀ ਹੈਗੀ ਸਟੈਂਡਿੰਗ ਦੇ ਉੱਤੇ ਉਹਨਾਂ ਦੀ ਰਾਜਨੀਤੀ ਵੀ ਕਿਤੇ ਖੜੀ ਨਜ਼ਰ ਨਹੀਂ ਆਉਂਦੀ ਹੈਗੀ। ਸੋ ਉਸ ਪੱਖ ਤੋਂ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਰੈਜ਼ਿਗਨੇਸ਼ਨ ਮੰਗਣਾ ਹੈ ਉਹ ਬਿਲਕੁਲ ਸਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਜੀ ਉੱਚ ਪਾਏ ਦੀ ਸਿਆਸਤ ਕੋਈ ਵੀ ਪਾਰਟੀ ਨਹੀਂ ਕਰ ਰਹੀ ਹੈਗੀ। ਪਰ ਜੇ ਲੋਕਾਂ ਦੇ ਇੰਟਰਸਟ ਤੋਂ ਪੱਖ ਤੇ ਵੇਖਿਆ ਜਾਵੇ ਤਾਂ ਇਹ ਚੀਜ਼ ਸਾਰੀ ਪਾਰਟੀਆਂ ਤੇ ਲਾਗੂ ਹੁੰਦੀ ਹੈ ਕਿ ਉਹਨਾਂ ਨੂੰ ਸਿਆਸਤ ਕਰਨੀ ਚਾਹੀਦੀ ਹੈ, ਪਰ 24 ਘੰਟੇ ਹਰ ਗੱਲ ਦੇ ਵਿੱਚ ਸਿਆਸੀ ਜੋੜ ਤੋੜ ਤੇ ਹੀ ਆਧਾਰਿਤ ਨਹੀਂ ਰਹਿਣਾ ਚਾਹੀਦਾ ਹੈਗਾ। ਆਪਾਂ ਇਹ ਕਹਿ ਲਈਏ ਕਿ ਜਿਹੜੀ ਪੋਲੀਟੀਕਲ ਮੈਨੂਵਰਿੰਗ ਹੈ ਉਹਦੇ ਤੇ ਹੀ ਕਨਸੈਂਟਰੇਟਡ ਨਹੀਂ ਰਹਿਣਾ ਚਾਹੀਦਾ। ਕੁਝ ਜਿਹੜੀਆਂ ਚੰਗੀਆਂ ਰਵਾਇਤਾਂ ਨੇ ਉਹ ਅੱਗੇ ਵਾਸਤੇ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਉਸ ਪੱਖ ਤੋਂ ਇਹ ਠੀਕ ਵੀ ਹੈਗਾ, ਪਰ ਗੱਲ ਠੀਕ ਹੈ, ਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਸ਼ਾਇਦ ਆਪ ਉਹਨੇ ਇਸ ਗੱਲ ਕਹਿਣ ਦੇ ਯੋਗ ਨਾ ਹੋਣ। ਜੇ ਮੇਰਾ ਹੋਰ ਕੋਈ ਸਾਥੀ ਕਮੈਂਟ ਕਰਨਾ ਚਾਹੋ ਤੋਂ ਬਾਅਦ ਮੈਂ ਥੋੜਾ ਜਿਹਾ ਮੁੱਦਾ ਇੱਕ ਹੋਰ ਹੈ ਜਿਹੜਾ ਡਿਸਕਸ ਕਰਨਾ ਚਾਹੂੰਗਾ। ਬਿਲਕੁਲ ਹਰਪ੍ਰੀਤ ਜੀ ਗੱਲ ਵਿੱਚ ਰਹਿ ਗਈ ਸੀ। ਗੱਲ ਉਹੀ ਆ ਜਾਂਦੀ ਹੈ ਕਿ ਜੇ ਤੁਸੀਂ ਮੁੱਦਿਆਂ ਦੀ ਰਾਜਨੀਤੀ ਨਹੀਂ ਕਰੋਗੇ, ਹਰ ਗੱਲ ਦੇ ਵਿੱਚ ਤੁਸੀਂ ਜੁਮਲੇ ਜਾਂ ਚੁਟਕਲੇ ਲੈ ਕੇ ਆਓਗੇ ਤਾਂ ਉਸ ਚੀਜ਼ ਨੂੰ ਅਸੀਂ ਰੀਅਲ ਰਾਜਨੀਤੀ ਨਹੀਂ ਕਹਿ ਸਕਦੇ। ਮੁੱਦੇ ਜਿਹੜੇ ਹੈ ਉਹ ਬਿਲਕੁਲ ਤੁਸੀਂ ਕਹਿ ਲਓ ਕਿ ਟਾਰਗੇਟਡ ਨਹੀਂ ਰਹਿ ਜਾਂਦੇ, ਕਿਉਂਕਿ ਦੇਖੋ ਜੇ ਅਸੀਂ ਗੱਲ ਕਰੀਏ ਕਿ ਇਕੱਠ ਵਧਾਉਣਾ ਹੈ ਜਾਂ ਲੋਕੀ ਉੱਥੇ ਤੁਹਾਨੂੰ ਸੁਣਨ ਆਉਂਦੇ ਨੇ, ਤਾਂ ਇੱਥੇ ਇੱਕ ਚੀਜ਼ ਹੋਰ ਐਡ ਆਨ ਕਰਨੀ ਚਾਹੂੰਗਾ ਹਰਪ੍ਰੀਤ ਜੀ। ਸਾਡੇ ਜਿਹੜੇ ਵੋਟਰਸ ਹੈ, ਸਾਡੇ ਜਿਹੜੇ ਪੰਜਾਬ ਦੀ ਜਨਤਾ ਹੈ, ਕਿਤੇ ਨਾ ਕਿਤੇ ਉਹਨਾਂ ਦਾ ਵੀ ਜਿਹੜਾ ਮੈਜੋਰਿਟੀ ਆਫ ਜਨਤਾ ਹੈ ਉਹਨਾਂ ਦਾ ਵੀ ਕਸੂਰ ਇੱਥੇ ਆ ਜਾਂਦਾ ਹੈ, ਕਿਉਂਕਿ ਅਸੀਂ ਜਦੋਂ ਰੈਲੀਆਂ ਦੇ ਵਿੱਚ ਸ਼ਮੂਲੀਅਤ ਕਰਦੇ ਹਾਂ ਅਸੀਂ ਆਪਣੇ ਰੀਅਲ ਮੁੱਦਿਆਂ ਨੂੰ ਭੁੱਲ ਕੇ ਉਹਨਾਂ ਚੁਟਕਲਿਆਂ ਵੱਲ ਸੈਂਟਰਿਕ ਹੋ ਕੇ ਰਹਿ ਜਾਂਦੇ ਹਾਂ, ਔਰ ਜਿਹੜੇ ਇਦਾਂ ਦੇ ਨੇਤਾ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ ਟੇਕ ਇਟ ਗ੍ਰਾਂਟਡ ਹੋ ਜਾਂਦੀ ਹੈ ਕਿ ਜੇ ਅਸੀਂ 4 5 6 ਜੁਮਲੇ ਉੱਥੇ ਰੈਲੀਆਂ ਦੇ ਵਿੱਚ ਛੱਡ ਦਾਂਗੇ ਤਾਂ ਉਹ ਸਾਡਾ ਜਿਹੜਾ ਕਰਾਊਡ ਪੁਲਿੰਗ ਵਾਲਾ ਸਿਸਟਮ ਹੈ ਜਾਂ ਸਾਨੂੰ ਜਿਹੜਾ ਉੱਥੇ ਕਰਾਊਡ ਲੈ ਕੇ ਆਉਣਾ ਔਖਾ ਹੁੰਦਾ ਹੈ ਉਹ ਸਾਡੇ ਲਈ ਬਹੁਤ ਈਜ਼ੀ ਹੋ ਜਾਂਦਾ ਹੈ। ਸੋ ਰਾਜਨੀਤੀ ਦੇ ਵਿੱਚ ਕਹਿ ਲਓ ਜਾਂ ਇਸ ਤਰ੍ਹਾਂ ਦੇ ਮੁੱਦੇ ਜਦੋਂ ਅਸੀਂ ਸਟੇਜ ਤੇ ਨਹੀਂ ਚੱਕਦੇ ਤਾਂ ਅਸੀਂ ਅਸਲ ਲੋਕਾਂ ਦੇ ਮੁੱਦਿਆਂ ਤੋਂ ਭਟਕ ਜਾਂਦੇ ਹਾਂ, ਔਰ ਕਰਾਊਡ ਨੋ ਡਾਊਟ ਉੱਥੇ ਬਹੁਤ ਆ ਜਾਂਦਾ ਹੈ, ਲੇਕਿਨ ਰੀਅਲ ਕਰਾਊਡ ਹੁੰਦਾ ਜਿਹੜਾ ਮੁੱਦਿਆਂ ਦੇ ਉੱਪਰ ਰਾਜਨੀਤੀ ਜਾਂ ਮੁੱਦਿਆਂ ਦੇ ਉੱਪਰ ਨੇਤਾ ਨੂੰ ਪਸੰਦ ਕਰਦਾ ਹੈ, ਉਹ ਕਰਾਊਡ ਜਿਹੜਾ ਇਸ ਚੀਜ਼ ਨੂੰ ਲਾਈਕ ਨਹੀਂ ਕਰਦਾ। ਸੋ ਕਿਤੇ ਨਾ ਕਿਤੇ ਰੀਅਲ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਨਾ ਕਿ ਚੁਟਕਲਿਆਂ ਦੇ ਵਿੱਚ ਲੈ ਕੇ ਅਸੀਂ ਇੱਕ ਦੂਜੇ ਦੇ ਉੱਪਰ ਦੂਸ਼ਣਬਾਜ਼ੀ ਲਗਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੀਏ। ਇੱਕ ਹੋਰ ਅੱਜ ਇੱਕ ਵੀਡੀਓ ਮੇਰੇ ਕੋਲ ਵੀਡੀਓ ਆਈ ਸੀ ਜੋ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਚਾਹੂੰਗਾ। ਥੋੜੀ ਜਿਹੀ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਸੀ, ਆਮ ਆਦਮੀ ਪਾਰਟੀ ਦੀ ਵਾਪਸ ਗੱਲ ਕਰਨੀ ਚਾਹੂੰਗਾ। ਪਹਿਲਾਂ ਤੇ ਆਮ ਆਦਮੀ ਪਾਰਟੀ ਇਹ ਸ਼ਰਤਾਂ ਰੱਖਦੀ ਰਹੀ ਕਿ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਮਿਲੇ ਹੋਏ ਨੇ, ਬਾਅਦ ਦੇ ਵਿੱਚ ਇਹ ਆਂਦੀ ਰਹੀ ਕਿ ਹੁਣ ਜਦੋਂ ਤੇ ਕੈਪਟਨ ਸਾਹਿਬ ਜੇ ਇਮਾਨਦਾਰੀ ਨਾਲ ਇਲੈਕਸ਼ਨ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਜਲਾਲਾਬਾਦ ਤੋਂ ਇਲੈਕਸ਼ਨ ਲੜਨੀ ਚਾਹੀਦੀ ਹੈ। ਤੇ ਜਦੋਂ ਅਮਰਿੰਦਰ ਸਿੰਘ ਜੀ ਨੇ ਜਲਾਲਾਬਾਦ ਤੋਂ ਇਲੈਕਸ਼ਨ ਲੜਨ ਦੀ ਐਲਾਨ ਕੀਤਾ ਉਦੋਂ ਹੀ ਆਮ ਆਦਮੀ ਪਾਰਟੀ ਨੇ ਦੂਜੀਆਂ ਆਪਣੀਆਂ ਸ਼ਰਤਾਂ ਸਾਹਮਣੇ ਰੱਖਣੀਆਂ ਸ਼ੁਰੂ ਕਰਤੀਆਂ। ਇਹ ਗੱਲ ਤੇ ਸਾਫ਼ ਆ ਕਿ ਵਿੱਚੋਂ ਆਮ ਆਦਮੀ ਪਾਰਟੀ ਵੀ ਖੋਖਲੀ ਹੋ ਚੁੱਕੀ ਆ। ਪਰ ਮੈਂ ਤੁਹਾਨੂੰ ਇੱਕ ਅਰਵਿੰਦ ਕੇਜਰੀਵਾਲ ਦੀ ਜੋ ਅੱਜ ਸਵੇਰੇ ਫੇਸਬੁੱਕ ਤੇ ਲਾਈਵ ਕੀਤਾ ਸੀ ਉਹ ਵੀਡੀਓ ਸੁਣਾਉਣਾ ਚਾਹੂੰਗਾ, ਤੋਂ ਗੱਲਾਂ ਸੁਣਾਉਣੀਆਂ ਚਾਹੂੰਗਾ। ਉਸ ਤੋਂ ਬਾਅਦ ਆਪਾਂ ਉਹਨਾਂ ਦੀ ਇਸ ਗੱਲ ਤੇ ਕਮੈਂਟ ਕਰਾਂਗੇ ਤੇ ਪੈਨਲਿਸਟ ਦੇ ਵਿਚਾਰ ਵੀ ਲਵਾਂਗੇ। ਤੇ ਜੇ ਕੋਈ ਦਰਸ਼ਕ ਵੀ ਕਾਲ ਕਰਕੇ ਆਪਣੇ ਵਿਚਾਰ ਦੇਣਾ ਚਾਹੇ ਤੇ ਮੈਂ ਉਹਨਾਂ ਨੂੰ ਵੀ ਜ਼ਰੂਰ ਕਹੂੰਗਾ ਇਸ ਵੀਡੀਓ ਤੋਂ ਬਾਅਦ ਕਾਲ ਕਰਕੇ ਸਾਨੂੰ ਜ਼ਰੂਰ ਦੱਸਣਾ कि ਤੁਸੀਂ ਕੀ सोचते जो। सबको नमस्कार। अभी आप लोगों ने 1-2 दिन से सुना होगा कैप्टन अमरिंदर साहब लंबी से और पटियाला दोनों सीटों से लड़ रहे हैं। बहुत लोगों के मन में ये आ रहा है कि वो लंबी से क्यों लड़ रहे हैं, पहली चीज़ तो 2 सीटों से क्यों लड़ रहे हैं।
अगर वो प्रकाश सिंह बादल को, बादलों को हराना चाहते थे, उनके अन्याय के खिलाफ लड़ना चाहते थे, तो सीधे लंबी से लड़ते ना। पटियाला और लंबी दोनों से क्यों लड़ रहे हैं? इसका कारण मैं आपको बताता हूँ। आज सुबह मेरे से कुछ लोग मिलने के लिए आए जो कैप्टन के बहुत करीबी हैं। उन्होंने बताया जी बादलों की और कैप्टन साहब की दोनों की डील हो गई है। आम आदमी पार्टी ने प्रकाश सिंह बादल जी के खिलाफ लंबी में जरनैल सिंह को उतारा था और पिछले कुछ दिनों से जरनैल सिंह का चुनाव खूब खड़ा हो गया और क्लियर हो गया कि प्रकाश सिंह बादल लंबी से हारने वाले हैं। तो अब कैप्टन साहब की और प्रकाश सिंह बादल की डील हुई है। कैप्टन साहब को रिक्वेस्ट किया प्रकाश सिंह बादल ने कि आप लंबी से लड़िए और जरनैल सिंह के वोट काटिए, जो एंटी बादल जितने वोट हैं वो सारे काटिए आप। तो लंबी से कैप्टन साहब प्रकाश सिंह बादल को जिताने के लिए लड़ रहे हैं, उनको हराने के लिए नहीं लड़ रहे। आज टाइम्स ऑफ इंडिया में उन्होंने इंटरव्यू भी दिया। उन्होंने कहा है कि पटियाला से मैं लड़ रहा हूँ जीतने के लिए और लंबी से लड़ रहा हूँ बादल के खिलाफ लड़ने के लिए। तो बादल के खिलाफ लड़ नहीं रहे, वो बेसिकली एंटी बादल वोट काटने के लिए और बादल साहब को जिताने के लिए लड़ रहे हैं। पहली चीज़ तो कैप्टन साहब जो मर्जी कर लें, जरनैल सिंह जीतने वाला है वहाँ से। दूसरी चीज़, ऐसे टाइम में जब पूरे पंजाब के अंदर बादलों के खिलाफ इतनी नफरत है, पूरा पंजाब बादलों को हराने के लिए खड़ा हो गया, मजीठिया को हराने के लिए खड़ा हो गया, कैप्टन साहब ने बादलों से हाथ मिला लिया। ये तो धोखा दिया है उन्होंने पूरे पंजाब को। ये तो पीठ में छुरा घोंप दिया आप सारे पंजाब के। कैप्टन साहब ने बहुत शर्मनाक हरकत की है। कैप्टन साहब ने बादलों के साथ हाथ मिला के चुनाव के टाइम में। कैप्टन साहब कह रहे हैं मैं बादलों को उनके अन्याय के खिलाफ लड़ रहा हूं, इसलिए मैं सीधे लंबी से लड़ रहा हूं। मैं कैप्टन साहब से पूछना चाहता हूं, कैप्टन साहब 35 साल हो गए आपको राजनीति में, 35 साल में एक बार आप बादलों के खिलाफ सीधे नहीं लड़े। अगर लड़ना ही था आप 2 महीने पहले नहीं आपने ऐलान किया, चुनाव के 10 दिन पहले आपने ऐलान किया है कि मैं लंबी से प्रकाश सिंह बादल के खिलाफ लड़ूंगा। तो दाल में तो काला नहीं है, पूरी की पूरी दाल काली है कैप्टन साहब। पूरा पंजाब देख रहा है, आप पंजाब के लोगों को धोखा दे रहे हो। आपने पंजाब के लोगों की पीठ में छुरा घोंपा है। आप माफ़ी मांगिए पंजाब के लोगों से जिस तरह से आपने हाथ मिलाया बादलों के साथ। लेकिन पूरा पंजाब खड़ा हो गया है। इस बार आपकी और बादलों की ये जो फ्रेंडली मैच चल रहा है ना, ये जो मिलके आपने पंजाब को प्राइवेट लिमिटेड कंपनी बना दिया, लोग आपको ऐसा उखाड़ के फेंकेंगे, जिंदगी भर याद रखेंगे आप। एसीजी अरविंद केजरीवाल ਦੀ ਇੱਕ ਵੀਡੀਓ ਜੋ ਅਰਵਿੰਦ ਕੇਜਰੀਵਾਲ ਨੇ ਲਾਈਵ ਫੇਸਬੁੱਕ ਤੇ ਪਾਈ ਹੋਈ ਸੀ। ਹੈਰਾਨੀ ਵੀ ਹੁੰਦੀ ਆ ਕਿ ਇਸ ਲੈਵਲ ਤੇ ਪਹੁੰਚ ਕੇ ਤੁਸੀਂ ਇਦਾਂ ਦੀਆਂ ਬਚਕਾਨੀਆਂ ਗੱਲਾਂ, ਮੈਂ ਵਰਡ ਬਚਕਾਨੀਆਂ ਯੂਜ਼ ਕਰੂੰਗਾ, ਕਿੱਦਾਂ ਕਰ ਸਕਦੇ ਜੋ। ਇੱਕ ਪਾਸੇ ਆਮ ਆਦਮੀ ਪਾਰਟੀ ਆਪ ਹੀ ਸ਼ਰਤਾਂ ਰੱਖਣ ਡਈ ਸੀ ਕਿ ਅਮਰਿੰਦਰ ਸਿੰਘ ਤੋਂ ਲੜਨ, ਜਦੋਂ ਹੁਣ ਉਹਨਾਂ ਨੇ ਲੰਬੀ ਤੋਂ ਚੁਣਾਵ ਲੜਨ ਦੀ ਫੈਸਲਾ ਕਰ ਰਿਹਾ। ਤੇ ਮੈਨੂੰ ਅਰਵਿੰਦ ਕੇਜਰੀਵਾਲ ਦੀ ਗੱਲਾਂ ਸੁਣ ਕੇ ਹੈਰਾਨੀ ਹੁੰਦੀ ਆ ਕਿ ਕੈਪਟਨ ਸਾਹਿਬ ਦੇ ਕਰੀਬੀ ਲੋਕ ਮੇਰੇ ਕੋਲ ਆਏ। ਪਹਿਲੀ ਗੱਲ ਤੇ ਕੈਪਟਨ ਸਾਹਿਬ ਦੇ ਕਿਹੜੇ ਕਰੀਬੀ ਲੋਕ ਨੇ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਜਾ ਕੇ ਇਹ ਦੱਸਣਗੇ ਕਿ ਕੈਪਟਨ ਸਾਹਿਬ ਨੂੰ ਬਾਦਲ ਸਾਹਿਬ ਦਾ ਫੋਨ ਆਇਆ ਸੀ ਤੇ ਬਾਦਲ ਸਾਹਿਬ ਨੇ ਇਹ ਆਖਿਆ ਕਿ ਜਰਨੈਲ ਸਿੰਘ ਲੰਬੀ ਤੋਂ ਜਿੱਤ ਰਿਹਾ ਵਾ। ਇੱਕ ਤੋਂ ਬਾਅਦ ਇੱਕ ਝੂਠ ਬੋਲਿਆ ਜਾ ਰਿਹਾ ਹੈ। ਫਿਰ ਵੀ ਲੋਕਾਂ ਨੂੰ ਇਹ ਸਮਝ ਨਹੀਂ ਆਉਣ ਡਿਆ ਕਿ ਜਿਹੜੀ ਸਿਧਾਂਤਾਂ ਦੀ ਰਾਜਨੀਤੀ ਤੇ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਸ਼ੁਰੂ ਕੀਤੀ ਸੀ, ਉਹ ਅਰਵਿੰਦ ਕੇਜਰੀਵਾਲ ਹੁਣ ਅਰਵਿੰਦ ਕੇਜਰੀਵਾਲ ਨਹੀਂ ਰਿਹਾ। ਇਹ ਵੀਡੀਓ ਤੁਸੀਂ ਅਰਵਿੰਦ ਕੇਜਰੀਵਾਲ ਦੇ ਫੇਸਬੁੱਕ ਤੇ ਵੀ ਦੇਖ ਸਕਦੇ ਜੋ। ਇੱਕ ਵਾਰ ਨਹੀਂ, 2 ਵਾਰ ਨਹੀਂ, ਇਦਾਂ ਦੇ ਐਗਜ਼ਾਮਪਲ ਕਈ ਵਾਰ ਤੁਹਾਡੇ ਸਾਹਮਣੇ ਆਏ ਨੇ ਜਿੱਥੇ ਕਿ ਅਰਵਿੰਦ ਕੇਜਰੀਵਾਲ ਨੇ ਬਚਕਾਨੀਆਂ ਗੱਲਾਂ ਕਰਕੇ, ਆਪਣੇ ਬਚਕਾਨੀਆਂ ਗੱਲਾਂ ਕਰਕੇ ਉਦਾਹਰਨਾਂ ਦੇ ਕੇ अपनी गल रखने की कोशिश की। शो करते करते मैं आप ट्विटर चेक कर रहा सी, सुखबीर बादल ने ट्वीट किया कि कैप्टन साहब जे तुसी सही लड़ाई लड़नी है तो पटियाला की सीट छड्ड के लंबी तो आओ। अरविंद केजरीवाल ने जवाब ट्वीट किया कि आपके पापा ने ही तो उनको बोला था कि आप सिर्फ मुझसे आप लंबी से सिर्फ मुझे जिताने के लिए इलेक्शन लड़े। हिंदी ट्वीट या तुसी पढ़ भी सकते जो अरविंद केजरीवाल दे या सुखबीर बादल दे ट्विटर ते जाके। पर हैरानी हुंदी आ फिर भी लोग किदां
ਇਸ ਭ੍ਰਮ ਵਿੱਚ, ਇਸ ਵਹਿਮ ਵਿੱਚ ਜੀ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੀਆਂ ਸਮੱਸਿਆ ਖਤਮ ਕਰੂਗਾ। ਜਿਹੜਾ ਵਿਅਕਤੀ ਆਪਣੀਆਂ ਸਮੱਸਿਆ ਖਤਮ ਨਹੀਂ ਕਰ ਪਾ ਰਿਹਾ, ਜਿਹੜਾ ਵਿਅਕਤੀ ਬਿਨਾਂ ਮਤਲਬ ਤੋਂ ਸਮੱਸਿਆ ਤੇ ਸਮੱਸਿਆ ਖੜੀ ਕਰ ਰਿਹਾ ਵਾ, ਉਹ ਕਿੱਦਾਂ ਕਿ ਹੋਰ ਦੀ ਸਮੱਸਿਆ ਖਤਮ ਕਰ ਸਕਦਾ ਵਾ। ਜਰਨੈਲ ਸਿੰਘ ਦੇ ਜਿੱਤਣ ਦੀ ਗੱਲ ਕੀਤੀ, ਲੰਬੀ ਦਾ ਓਪੀਨੀਅਨ ਪੋਲ ਅਸੀਂ ਸ਼ਨੀਵਾਰ ਨੂੰ ਜ਼ਰੂਰ ਰਿਲੀਜ਼ ਕਰਾਂਗੇ, ਅਜੇ ਮੇਰੇ ਕੋਲ ਡੇਟਾ ਨਹੀਂ ਆਇਆ, ਪਰ ਜਿੰਨੀ ਪੰਜਾਬ ਦੀ ਰਾਜਨੀਤੀ ਮੈਨੂੰ ਅਜੇ ਤੱਕ ਸਮਝ ਆ ਗਈ ਆ, ਖਾਸ ਕਰਕੇ ਗਰਾਊਂਡ ਜ਼ੀਰੋ ਦੀ ਜੋ ਰਿਪੋਰਟ ਅਜੇ ਤੱਕ ਓਪੀਨੀਅਨ ਪੋਲ ਜੋ ਮੈਂ ਰਿਪੋਰਟਾਂ ਦੇਖਿਆ ਵਾ, ਇਸ ਗੱਲ ਤੋਂ ਤੇ ਮੈਂ ਕਾਫੀ ਹੱਦ ਤੱਕ ਤੈਅ ਹੈ ਕਿ ਲੰਬੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਨਾ ਹੀ ਜਰਨੈਲ ਸਿੰਘ, ਨਾ ਹੀ ਅਮਰਿੰਦਰ ਸਿੰਘ, ਨਾ ਹੀ ਅਰਵਿੰਦ ਕੇਜਰੀਵਾਲ, ਈਵਨ ਕਿ ਜਿਹੜੇ ਉੱਥੇ ਸਾਡੀ ਟੀਮ ਗਈ ਸੀ ਉਹਨਾਂ ਤੇ ਇਹ ਵੀ ਕਹਿਣਾ ਸੀ ਇੱਥੋਂ ਤੇ ਨਰਿੰਦਰ ਮੋਦੀ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਹਰਾ ਸਕਦਾ। ਜਰਨੈਲ ਸਿੰਘ ਜੋ ਦਿੱਲੀ ਤੋਂ ਕੱਲ ਗਏ ਸੀ, ਉਹਨਾਂ ਨੇ ਇੰਨੀ ਜ਼ਿਆਦਾ ਪ੍ਰਚਾਰ ਵਧੀਆ ਕਰ ਲਿਆ ਕਿ ਪ੍ਰਕਾਸ਼ ਸਿੰਘ ਬਾਦਲ ਡਰ ਗਏ ਨੇ। ਉਹਨਾਂ ਨੇ ਰਿਕੁਐਸਟ ਕੀਤੀ ਆ, ਮੈਨੂੰ ਲੱਗਦਾ ਜਿੱਦਾਂ ਮੈਂ ਕੋਈ ਮਨੋਰੰਜਨ ਕਾਮਿਕਸ ਜਾਂ ਕੁਝ ਮਜ਼ਾਕ ਕਰਨ ਵਾਲੀ, ਕੁਝ ਚੁਟਕਲਿਆਂ ਵਾਲੀ ਕਿਤਾਬ ਪੜ੍ਹ ਰਿਹਾ ਵਾਂ। ਜੇ ਮੇਰਾ ਕੋਈ ਸਾਥੀ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ, ਤੁਸੀਂ ਦੇਖੋਗੇ ਕਿ ਇਸ ਗੱਲ ਦੇ ਉੱਤੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਕੱਟੜ ਸਮਰਥਕ ਆ ਉਹ ਤਾੜੀਆਂ ਮਾਰਨਗੇ। ਉਹਨਾਂ ਦੀ ਗੱਲ ਨੂੰ, ਜਿਹੜੀ ਅਰਵਿੰਦ ਕੇਜਰੀਵਾਲ ਜੀ ਨੂੰ ਬਿਲਕੁਲ, ਪਰ ਇਹਦੇ ਵਿੱਚ ਕਿਉਂ ਇਸ ਤਰ੍ਹਾਂ ਹੋ ਜਾਂਦਾ, ਕਿਉਂ ਲੋਕੀ ਜਿਹੜੇ ਹੈਗੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਵੀ ਸਹੀ ਮੰਨ ਲੈਂਦੇ ਨੇ, ਔਰ ਇਹ ਲੋਕਾਂ ਦੇ ਵਿੱਚ ਫੇਰ ਵੀ ਜਿਵੇਂ ਕਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਏਦਾਂ ਲੈ ਲਿਆ ਜਾਂਦਾ ਜਿਵੇਂ ਇਹਨੂੰ ਠੀਕ ਕਿਹਾ ਜਾਂਦਾ। ਅਸਲ 'ਚ ਇਹਦੇ ਵਿੱਚ ਸਾਡੇ ਲੋਕਾਂ ਦੀ ਮਾਨਸਿਕਤਾ ਇੱਥੇ ਖੜੀ ਹੈ ਕਿ ਅਸੀਂ ਬਤੌਰ ਇੱਕ ਜਨਤਾ ਦੇ ਸਮੂਹਕ ਤੌਰ ਤੇ ਮੁੱਦਿਆਂ ਨਾਲ ਨਹੀਂ ਜੁੜਨਾ ਸਿੱਖਿਆ। ਅਸੀਂ ਪਰਸਨੈਲਿਟੀਆਂ ਨਾਲ ਜੁੜਦੇ ਹਾਂ, ਔਰ ਪਰਸਨੈਲਿਟੀਆਂ ਨਾਲ ਜੁੜ ਕੇ ਇੱਕ ਖਾਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਇੱਕ ਸੈਟੀਸਫੈਕਸ਼ਨ ਮਹਿਸੂਸ ਕਰਦੇ ਆ ਜਿਹੜੀ ਪਾਰਟੀ ਰਾਜ ਦੀ ਪ੍ਰਾਪਤ ਕਰਨ ਵਿੱਚ ਸਮਰੱਥ ਹੋ ਜਾਂਦੀ ਹੈ। ਜਦੋਂ ਉਹ ਸਰਕਾਰ ਬਣਾਉਂਦੀ ਹੈ, ਉਹਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਹੈਗਾ ਕਾਰਕੁਨ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਰਾਜ ਕਰਦੀ ਧਿਰ ਦਾ ਹਿੱਸਾ ਸਮਝ ਕੇ ਇੱਕ ਸੈਟੀਸਫੈਕਸ਼ਨ ਮਹਿਸੂਸ ਕਰਦੇ ਕਿ ਅਸੀਂ ਰਾਜ ਕਰ ਰਹੇ ਹਾਂ। ਨਿੱਜੀ ਤੌਰ ਤੇ ਉਹਦੇ ਜੀਵਨ ਪੱਧਰ 'ਚ ਕੀ ਤਬਦੀਲੀ ਆਉਂਦੀ ਹੈ ਉਹਦੇ ਬਾਰੇ ਉਹ ਜਾਗਰੂਕ ਨਹੀਂ ਹੁੰਦਾ ਹੈਗਾ। ਸਿਰਫ ਇਸ ਗੱਲ ਦੇ ਨਾਲ ਉਹਦੀ ਜਿਹੜੀ ਹੈਗੀ ਮਨ ਨੂੰ ਖੁਸ਼ੀ ਮਿਲ ਜਾਂਦੀ ਹੈ ਕਿ ਸਾਡੀ ਪਾਰਟੀ ਜਿਹਦੇ ਨਾਲ ਮੈਂ ਜੁੜਿਆ ਹੋਇਆ ਉਹ ਰਾਜ ਕਰਦੀ ਹੈ। ਅਸਲ 'ਚ ਅਸੀਂ ਮੁੱਦਿਆਂ ਨਾਲ ਨਹੀਂ ਜੁੜਦੇ। ਚਾਹੇ ਤੁਸੀਂ ਕਿਸੇ ਪਾਰਟੀ ਦੀ ਗੱਲ ਕਰ ਲਓ, ਜਿਹੜੇ ਮੁੱਦੇ ਲੈ ਕੇ ਜਾਂ ਚੋਣ ਮੈਨੀਫੈਸਟੋ ਲੈ ਕੇ ਆਉਂਦੀ ਆ, ਅਸੀਂ ਕਦੇ ਵੀ ਕੋਈ ਜਿਹੜੇ ਜਨਤਾ ਦੇ ਵਿੱਚ ਲੋਕ ਨੇ ਉਹ ਜਿਸ ਪਾਰਟੀ ਨਾਲ ਜੁੜੇ ਹੁੰਦੇ ਨੇ ਉਹਨੂੰ ਨੁਕਤਾਚੀਨੀ ਉਹਦੀ ਨਹੀਂ ਕਰਨੀ ਪਸੰਦ ਕਰਦੇ, ਨਾ ਸੁਣਨੀ ਪਸੰਦ ਕਰਦੇ ਨੇ, ਨਾ ਹੀ ਉਹ ਆਪਣੇ ਲੋਕਾਂ ਨੂੰ ਸਵਾਲ ਕਰਦੇ ਨੇ ਕਿ ਆਪਾਂ ਜਿਹੜੇ ਹੈਗੇ ਜੇ ਆਪ ਵੀ ਕਹਿ ਲੈਣ ਆਪਣੀ ਪਾਰਟੀ ਦਾ ਹਿੱਸਾ ਮੰਨ ਕੇ ਆਪਣੇ ਮੁਖੀਆਂ ਨੂੰ ਨਹੀਂ ਸਵਾਲ ਕਰਦੇ ਕਿ ਆਪਾਂ ਇਹ ਮੁੱਦੇ ਲੈ ਕੇ ਆਏ, ਆਪਾਂ ਕਿਉਂ ਨਹੀਂ ਪੂਰੇ ਕੀਤੇ, ਅਸੀਂ ਲੋਕਾਂ 'ਚ ਦੁਬਾਰਾ ਜਾ ਕੇ ਕਿਵੇਂ ਗੱਲ ਕਰਾਂਗੇ। ਸਗੋਂ ਉਹ ਉਸ ਪਰਸਨੈਲਿਟੀ ਨਾਲ ਜੁੜ ਕੇ ਉਹਦੀਆਂ ਜਿਹੜੀਆਂ ਹੈਗੀਆਂ ਕੁਰੀਤੀਆਂ ਨੇ ਜਾਂ ਉਹਨਾਂ ਦੀਆਂ ਫੇਲਿਅਰਸ ਨੇ ਉਹਨਾਂ ਤੇ ਪੋਚੇ ਪਾਉਣ ਦੀ, ਉਹਨਾਂ ਨੂੰ ਢੱਕਣ ਦੀ ਜਾਂ ਉਹ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਲੱਗ ਜਾਂਦੇ ਨੇ। ਸੋ ਜਦੋਂ ਤੱਕ ਪਬਲਿਕ ਜਿਹੜੀ ਦੀ ਕੌਨਸ਼ੀਅਸ ਹੈ ਸਮੂਹਕ ਤੌਰ ਤੇ, ਔਰ ਉਹਨਾਂ ਦੀ ਜਿਹੜੀ ਸਿਆਸਤ ਦੀ, ਉਹਨਾਂ ਦੀ ਜਿਹੜੀ ਚੇਤਨਤਾ ਦੀ ਜਾਂ ਉਹਨਾਂ ਦੀ ਕਹਿ ਲਓ ਜਿਹੜੀ ਕੌਨਸ਼ੀਅਸ ਐਂਡ ਕੌਨਸੀਅੰਸ ਜਿਹੜੀਆਂ ਦੋਵੇਂ ਨੇ, ਉਹਦਾ ਲੈਵਲ ਉਹ ਨਹੀਂ ਹੋ ਜਾਂਦਾ ਕਿ ਉਹ ਮੁੱਦਿਆਂ ਨਾਲ ਜੋੜਨ, ਉਹ ਇਸ ਚੀਜ਼ ਦੇ ਵਿੱਚੋਂ ਸੱਤਾ ਪ੍ਰਾਪਤ ਰਾਜ ਕਰਦੀ ਪਾਰਟੀ ਦਾ ਇੱਕ ਹਿੱਸਾ ਜਾਂ ਕਾਰਕੁਨ ਹੋਣ ਦੇ ਵਿੱਚੋਂ ਸੈਟੀਸਫੈਕਸ਼ਨ ਡਰਾ ਨਾ ਕਰੇ, ਜਦ ਤੱਕ ਉਹਨਾਂ ਲੋਕਾਂ ਨੂੰ ਨਹੀਂ ਸਵਾਲ ਕੀਤੇ ਜਾ ਸਕਦੇ। ਅੱਜ ਕੇਜਰੀਵਾਲ ਨੇ ਇਹ ਗੱਲ ਕੀਤੀ ਹੈ, ਉਹਦੇ ਸਮਰਥਕ ਕਹਿਣਗੇ ਉਹ ਸਹੀ ਕਹਿੰਦਾ, ਕੱਲ ਨੂੰ ਕੋਈ ਦੂਸਰੀ ਪਾਰਟੀ ਕਹਿੰਦੀ ਹੈ ਉਹਦੇ ਸਮਰਥਕ ਕਹਿਣਗੇ ਨਹੀਂ ਇਹ ਸਹੀ ਕਹਿੰਦਾ, ਉਹ ਗਲਤ ਕਹਿੰਦਾ। ਸੋ ਲੋਕ ਮੁੱਦਿਆਂ ਨਾਲ ਜਦ ਤੱਕ ਨਹੀਂ ਜੁੜਦੇ ਪਰਸਨੈਲਿਟੀਆਂ ਨੂੰ ਛੱਡ ਕੇ, ਤਦ ਤੱਕ ਇਹਦਾ ਵਿੱਚ ਕੋਈ ਮੋੜ ਆਉਣਾ, ਕੋਈ ਚੰਗੇ ਪਾਸੇ ਨੂੰ ਤੁਰਨ ਦੀ ਸੰਭਾਵਨਾ ਬਹੁਤ ਘੱਟ ਹੈ। ਮੈਂ ਜੀ ਦੀ ਗੱਲ ਤੋਂ ਕਾਫੀ ਜ਼ਿਆਦਾ ਐਗਰੀ ਹਾਂ। ਇਸ ਕਮੈਂਟ ਦੇ ਥੱਲੇ ਜਿਹੜੇ ਕਮੈਂਟ ਪਏ ਹੋਏ ਸੀ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਦੇ, ਵਾਹ ਕਰ ਰਹੇ ਸੀ ਅਰਵਿੰਦ ਕੇਜਰੀਵਾਲ ਦੀ, ਤੇ ਅਰਵਿੰਦ ਕੇਜਰੀਵਾਲ ਨੂੰ ਕਹਿ ਰਹੇ ਸੀ ਕਿ ਅਸੀਂ ਤੇਰੇ ਨਾਲ ਆ। ਪਰ ਹੈਰਾਨੀ ਹੁੰਦੀ ਆ ਕਿ ਥੋੜਾ ਜਿਹਾ ਜੇ ਦਿਮਾਗ ਲਾ ਕੇ ਸੋਚਿਆ ਜਾਵੇ
ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਵਾ ਕਿ ਇਹ ਡਰਾਮਾ ਹੋ ਰਿਹਾ ਵਾ ਤੇ ਬਚਕਾਨੀਆਂ ਹਰਕਤਾਂ ਹੋ ਰਹੀਆਂ ਵਾ ਤੇ ਐਦਾਂ ਦੇ ਡਰਾਮੇ ਜਾਂ ਬਚਕਾਨੀ ਹਰਕਤਾਂ ਨੂੰ ਪ੍ਰੋਤਸਾਹਨ ਨਾ ਦਿੱਤਾ ਜਾਵੇ। ਪਰ ਇੰਡੀਆ ਵਾਲੇ ਤੇ ਇੰਡੀਆ ਵਾਲੇ NRIਆਂ ਤੇ ਵੀ ਹੈਰਾਨ ਆ, ਉਹ ਬਾਹਰ ਬਹਿ ਕੇ ਵੀ ਇੰਡੀਆ ਚ ਜਾ ਕੇ ਕੈਨੇਡਾ ਅਮਰੀਕਾ ਚ ਜੋ ਚੱਲ ਰਿਹਾ ਸਿਸਟਮ ਹੈ ਉਹਦੀਆਂ ਗੱਲਾਂ ਕਰਦੇ ਆ ਕਿ ਅਸੀਂ ਜਦੋਂ ਕੈਨੇਡਾ ਗਏ ਸੀ 2 ਪੈਸੇ ਵੀ ਨਹੀਂ ਲੈ ਕੇ ਆਏ ਸੀ ਜਾਂ $500 ਲੈ ਕੇ ਆਏ ਸੀ, $1000 ਲੈ ਕੇ ਆਏ ਸੀ, ਅੱਜ ਅਸੀਂ ਕੀ ਬਣਾ ਲਿਆ ਕਿਉਂਕਿ ਸਿਸਟਮ ਬੜਾ ਵਧੀਆ ਵਾ, ਸਿਸਟਮ ਦੀਆਂ ਗੱਲਾਂ ਕਰਦੇ ਆ। ਪਰ ਜੇ ਉਹੀ ਲੌਜੀਕ ਨੂੰ ਇਹ ਸਪੀਚ ਉੱਤੇ ਲਾ ਕੇ ਦੇਖਿਆ ਜਾਵੇ ਤਾਂ ਤੁਹਾਨੂੰ ਸਮਝ ਆ ਜਾਂਦਾ ਵਾ ਕਿ ਜਿਹੜੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਜਿਹੜੇ NRI ਕੀ ਤੁਸੀਂ ਇਹਨਾਂ ਮੁੱਦਿਆਂ ਤੇ ਜਾਂ ਇਹਨਾਂ ਸਿਧਾਂਤਾਂ ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਜੋ? Please, anyone of you can go ahead. ਹਰਪ੍ਰੀਤ ਜੀ ਹੱਦ ਤਾਂ ਇੱਥੋਂ ਤੱਕ ਹੋ ਚੁੱਕੀ ਹੈ ਕਿ ਤੁਸੀਂ ਇਹ ਦੇਖੋ, ਮੈਂ ਬਿਲਕੁਲ ਮੰਨਦਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਐਂਟਰੀ ਪਾਈ ਸੀ, ਬਿਲਕੁਲ ਇੱਕ ਬਦਲਾਵ ਦੀ ਜਿਹੜੀ ਵੇਵ ਲੱਗ ਰਹੀ ਸੀ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਨੂੰ ਪੰਜਾਬ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ। ਪਰ ਅੱਜ ਜੇ ਅਸੀਂ ਗੱਲ ਕਰੀਏ, ਅਸੀਂ ਅੱਜ ਉਹਨਾਂ ਬੰਦਿਆਂ ਨੂੰ ਜਾਂ ਉਹਨਾਂ ਦੇ ਫੈਨਸ ਨੂੰ, ਆਮ ਆਦਮੀ ਪਾਰਟੀ ਦੇ ਸਪੋਰਟਰਸ ਨੂੰ ਜਦੋਂ ਮਿਲਦੇ ਆ, ਉਹ ਉਹਨਾਂ ਦੀ ਹਰ ਇੱਕ ਗਲਤ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਉਹੀ ਲੋਕ ਸੀ ਜਿਹੜੇ 6-7 ਮਹੀਨੇ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ, ਉਹਨਾਂ ਦੀ ਆਈਡੀਓਲੋਜੀ ਨੂੰ ਪਸੰਦ ਕਰਦੇ ਸੀ। ਪਰ ਅੱਜ ਜਿਹੜੀ ਕਿ ਆਈਡੀਓਲੋਜੀ ਦੇ ਉੱਪਰੋਂ ਬਿਲਕੁਲ ਖਿਸਕ ਚੁੱਕੀ ਹੈ, ਉਸ ਚੀਜ਼ ਨੂੰ ਵੀ ਉਹ ਮੰਨਣ ਲਈ ਤਿਆਰ ਨਹੀਂ ਹੈਗੇ। ਉਹਨਾਂ ਨੂੰ ਹਰ ਇੱਕ ਮੁੱਦੇ ਦੇ ਵਿੱਚ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਦੀ ਸ਼ਮੂਲੀਅਤ ਦਿਖਾਉਣ ਦੀ ਆਦਤ ਪੈ ਗਈ ਹੈ। ਕੋਈ ਵੀ ਗੱਲ ਆਮ ਆਦਮੀ ਪਾਰਟੀ ਤੋਂ ਗਲਤੀ ਹੁੰਦੀ ਹੈ, ਉਹਦੇ ਵਿੱਚ ਅਕਾਲੀ ਦਲ, BJP ਜਾਂ ਕਾਂਗਰਸ ਦਾ ਹੱਥ ਗਿਣਾਇਆ ਜਾਂਦਾ ਹੈ। ਔਰ ਈਵਨ ਤੁਸੀਂ ਦੇਖੋ, ਜੇ ਸੁਪਰੀਮੋ ਟਵਿੱਟਰ ਦੇ ਵਿੱਚ ਜਾਂ ਸਪੀਚ ਦੇ ਵਿੱਚ ਏਦਾਂ ਦੀ ਸ਼ਬਦਾਵਲੀ ਦੀ ਯੂਜ਼ ਕਰਨਗੇ ਜਿਹਦਾ ਕਿ ਕੋਈ ਬੇਸ ਹੀ ਨਹੀਂ ਹੈ, ਜਾਂ ਜੇ ਬੇਸ ਕੋਈ ਹੈਗਾ ਤਾਂ ਉਹਦੀ ਪ੍ਰੂਫ ਪੇਸ਼ ਕੀਤੇ ਜਾਣ ਤਾਂ ਸ਼ਾਇਦ ਗੱਲ ਦੇ ਵਿੱਚ ਕੁਝ ਵਜ਼ਨ ਲੱਗੇ। ਪਰ ਜੇ ਅਸੀਂ ਐਵੇਂ ਹਵਾ ਦੇ ਵਿੱਚ ਗੱਲਾਂ ਛੱਡਾਂਗੇ ਤਾਂ ਔਰ ਉਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਭਗਤ ਹੈ, ਮੈਂ ਤਾਂ ਭਗਤ ਵਰਡ ਯੂਜ਼ ਕਰੂੰਗਾ, ਉਹ ਜੇ ਬਿਲਕੁਲ ਬਲਾਈਂਡ ਫੇਥ ਹੋ ਕੇ ਉਸ ਚੀਜ਼ ਨੂੰ ਮੰਨਣਗੇ, ਫਿਰ ਉਹ ਜਿਹੜੀ ਰੀਅਲ ਆਈਡੀਓਲੋਜੀ ਨਾਲ ਆਏ ਸੀ ਜਾਂ ਜਿਹੜੀ ਸਹੀ ਆਈਡੀਓਲੋਜੀ ਪੰਜਾਬ ਲਈ ਵਰਤੀ ਜਾਣ ਦੀ ਗੱਲ ਕੀਤੀ ਜਾਂਦੀ ਸੀ, ਉਹ ਕਿਤੇ ਨਾ ਕਿਤੇ ਬਿਲਕੁਲ ਵੀ ਖਤਮ ਹੋ ਗਈ ਹੈ। ਇਹ ਕਿਸ ਤਰ੍ਹਾਂ ਦਾ ਬਦਲਾਵ ਲੋਕ ਚਾਹੁੰਦੇ ਨੇ, ਮੈਨੂੰ ਸਮਝ ਨਹੀਂ ਆਇਆ। ਜੇ ਅਸੀਂ ਬਲਾਈਂਡ ਫੇਥ ਹੋ ਕੇ ਵੋਟਾਂ ਪਾਉਣੀਆਂ ਤਾਂ ਪਿਛਲੇ ਕਿੰਨੇ ਸਾਲਾਂ ਤੋਂ ਅਸੀਂ ਬਲਾਈਂਡ ਫੇਥ ਹੋ ਕੇ ਪੰਥ ਨੂੰ ਜਾਂ ਕਿਸੇ ਕਾਂਗਰਸ ਨੂੰ ਵੋਟਾਂ ਪਾਉਂਦੇ ਹੀ ਆ ਰਹੇ ਹਾਂ। ਜੇ ਅਸੀਂ ਇਹ ਸੋਚਦੇ ਹਾਂ ਕਿ ਉਹਨਾਂ ਨੇ ਸਾਡਾ ਘਾਣ ਕੀਤਾ ਜਾਂ ਸਾਡਾ ਪੰਜਾਬ ਨੂੰ ਬਹੁਤ ਪਿੱਛੇ ਲੈ ਗਏ ਆ, ਅਸੀਂ ਬਦਲਾਵ ਚਾਹੁੰਦੇ ਹਾਂ, ਸਾਨੂੰ ਹਲੇ ਵੀ ਇਹ ਚੀਜ਼ ਐਨਾਲਾਈਜ਼ ਕਰਨੀ ਪਊਗੀ ਕਿ ਜੇ ਅਸੀਂ ਬਦਲਾਵ ਚਾਹੁੰਦੇ ਹਾਂ, ਬਦਲਾਵ ਦੇ ਰੂਪ ਦੇ ਵਿੱਚ ਕਿਸ ਨੂੰ ਨੇਤਾ ਲੈ ਕੇ ਆਉਣਾ ਚਾਹੁੰਦੇ ਹਾਂ, ਉਹ ਕਿੱਥੇ ਖੜਾ ਹੈ, ਉਹ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ ਹੈ, ਕੀ ਉਹ ਬਦਲਾਵ ਲੈ ਕੇ ਵੀ ਆਏਗਾ ਕਿ ਨਹੀਂ ਲੈ ਕੇ ਆਏਗਾ। ਇਸ ਚੀਜ਼ ਨੂੰ ਐਨਾਲਾਈਜ਼ ਨਹੀਂ ਕਰਦੇ ਲੋਕ ਜਿਹੜੇ ਕਿ ਕੱਟੜ ਇਸ ਪਾਰਟੀ ਨਾਲ ਜੁੜੇ ਹੋਏ ਨੇ। ਸੋ ਇਸ ਕਰਕੇ ਜਿਹੜੇ ਇਹਨਾਂ ਦੇ ਸੁਪਰੀਮੋ ਵੀ ਨੇ ਜਾਂ ਜਿਹਨਾਂ ਦੇ ਨੇਤਾ ਨੇ, ਏਦਾਂ ਦੀ ਜੁਮਲੇਬਾਜ਼ੀ ਕਰਕੇ ਉਹਨਾਂ ਨੂੰ ਹੋਰ ਸੈਂਟੀਮੈਂਟਲੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਔਰ ਸ਼ਾਇਦ ਇਹ ਚੀਜ਼ ਗਲਤ ਹੋ ਰਹੀ ਹੈ। ਜੇ ਤੁਸੀਂ ਰੀਅਲ ਨੇਤਾ ਦੀ ਚੋਣ ਕਰਨੀ ਹੈ ਜਾਂ ਜਿਹੜੇ ਉਸ ਨੇਤਾ ਦੀ ਚੋਣ ਕਰਨੀ ਹੈ, ਪਾਰਟੀ ਚਾਹੇ ਕੋਈ ਵੀ ਹੋਵੇ, ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ, ਤਾਂ ਇਸ ਤਰ੍ਹਾਂ ਦੀ ਬਲਾਈਂਡ ਫੇਥ ਹੋ ਕੇ, ਅੱਖਾਂ ਤੇ ਪੱਟੀਆਂ ਬੰਨ ਕੇ, ਹਰੇਕ ਗੱਲ ਨੂੰ ਉਹਨਾਂ ਦੀ ਮੰਨ ਕੇ ਨਹੀਂ ਹੋ ਸਕਦਾ ਇਹ ਚੀਜ਼। ਇਸ ਨਾਲ ਤਾਂ ਪੰਜਾਬ ਦਾ ਹੋਰ ਬੁਰਾ ਹਾਲ ਹੋਣ ਜਾ ਰਿਹਾ ਫਿਊਚਰ ਦੇ ਵਿੱਚ। ਇਸ ਚੀਜ਼ ਨੂੰ ਐਨਾਲਾਈਜ਼ ਕਰੋ। ਮੈਂ ਕਿਸੇ ਪਾਰਟੀ ਨੂੰ ਕੰਡੈਮ ਨਹੀਂ ਕਰਦਾ, ਪਰ ਪਾਰਟੀ ਉਹ ਆਣੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਮੁੱਦਿਆਂ ਦੀ ਔਰ ਸਹੀ ਰਾਜਨੀਤੀ ਕਰੇ ਔਰ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਨੂੰ ਸੋਲਵ ਕਰੇ। ਮੇਰੀ ਆਵਾਜ਼ ਆ ਰਹੀ ਜੀ? ਹਾਂਜੀ, ਪਲੀਜ਼ ਗੋ ਅਹੈਡ ਸਤੀਸ਼ ਜੀ। ਹਾਂਜੀ ਸਤੀਸ਼, ਮੈਂ ਕਾਫੀ ਦੇਰ ਤੋਂ ਮੈਨੂੰ ਤੁਹਾਡੀਆਂ ਗੱਲਾਂ ਤਾਂ ਸੁਣ ਰਹੀਆਂ ਸੀ, ਪਰ ਸਕਾਈਪ ਦੇ ਉੱਤੇ ਮੇਰਾ ਸ਼ਾਇਦ ਮੈਂ ਡੀਲਿੰਕ ਸੀ, ਇਸ ਕਰਕੇ ਮੈਨੂੰ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਸੀ ਪਹੁੰਚ ਰਹੀ। ਮੈਂ ਇਸ ਕਰਕੇ ਕਨਫਰਮ ਕਰਕੇ ਆਪਣੀ ਗੱਲ ਸ਼ੁਰੂ ਕਰਦਾ। ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਹੜਾ ਟਵੀਟ ਜਾਂ ਤੁਸੀਂ ਵੀਡੀਓ ਸੁਣਾਈ ਹੈ, ਉਹਨੂੰ ਸੁਣਨ ਤੋਂ ਬਾਅਦ ਇੱਕ ਗੱਲ ਤਾਂ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਕਿ ਜਦੋਂ ਕੇਜਰੀਵਾਲ ਸਾਹਿਬ ਇਹ ਕਹਿੰਦੇ ਨੇ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਲੋਕ ਮਿਲੇ ਤਾਂ ਉਹਨਾਂ ਨੂੰ ਥੋੜਾ ਜਿਹਾ ਸ਼ਬਦ ਸਹੀ ਇਸਤੇਮਾਲ ਕਰਨਾ ਚਾਹੀਦਾ। ਉਹਨਾਂ ਨੂੰ ਇਹ ਕਹਿ ਦੇਣਾ ਚਾਹੀਦਾ, ਸ਼ਾਇਦ ਲੋਕ ਉਹਨੂੰ ਜ਼ਿਆਦਾ ਜਸਟੀਫਾਈਡ ਤਰੀਕੇ ਨਾਲ ਮੰਨ ਲੈਂਦੇ, ਕਿ ਕਾਂਗਰਸ ਦੇ ਵਿੱਚ ਜਿਹੜੇ ਸਾਡੇ ਖਾਸ ਬੰਦੇ ਛੱਡੇ ਹੋਏ ਨੇ, ਜਿਹੜੇ ਕੈਪਟਨ ਦੇ ਵੀ ਕੋਲ ਗੁਜ਼ਰਦੇ ਨੇ, ਉਹਨਾਂ ਤੋਂ ਸਾਨੂੰ ਰਿਪੋਰਟ ਮਿਲੀ ਆ। ਜੇ ਉਹ ਸੱਚਮੁੱਚ ਕੈਪਟਨ ਦੇ ਖਾਸ ਬੰਦੇ ਨੇ ਤਾਂ ਮੇਰਾ ਨਹੀਂ ਖਿਆਲ ਐਨ ਚੋਣਾਂ ਦੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਉਹ ਜਾ ਕੇ ਕੇਜਰੀਵਾਲ ਸਾਹਿਬ ਕੋਲੇ ਕੋਈ ਰਿਪੋਰਟ ਕਰਨਗੇ। ਔਰ ਜੇ ਕੇਜਰੀਵਾਲ ਸਾਹਿਬ ਕੋਲੇ ਐਦਾਂ ਦੀ ਰਿਪੋਰਟ ਹੋ ਰਹੀ ਹੈ ਤਾਂ
ਤਾਂ ਉਹ ਬੰਦੇ ਬਿਲਕੁਲ ਵੀ ਕਾਂਗਰਸੀ ਨਹੀਂ ਹੋ ਸਕਦੇ ਜਾਂ ਕਾਂਗਰਸ ਦੇ ਸਮਰਥਕ ਨਹੀਂ ਹੋ ਸਕਦੇ। ਪਤਾ ਨਹੀਂ ਕੇਜਰੀਵਾਲ ਸਾਹਿਬ ਏਡੇ ਏਡੇ ਝੂਠ ਕਿਉਂ ਬੋਲਦੇ ਨੇ। ਅਗਲੀ ਗੱਲ ਜਿਹੜੀ ਮੈਂ ਲੰਬੀ ਹਲਕੇ ਦੇ ਪ੍ਰਸੰਗ ਦੇ ਵਿੱਚ ਕਹਿਣਾ ਚਾਹੁੰਦਾ, ਮੈਂ ਸਿਆਸੀ ਵਿਸ਼ਲੇਸ਼ਣਕਾਰ ਦੇ ਤੌਰ ਤੇ ਬਹੁਤ ਵੱਡਾ ਰਿਸਕ ਲੈ ਕੇ ਇੱਕ ਐਲਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਬਾਦਲ ਤੇ ਜਰਨੈਲ ਸਿੰਘ ਤਿੰਨਾਂ ਦਰਮਿਆਨ ਇੱਕ ਟੱਕਰ ਹੁੰਦੀ ਹੈ ਤਾਂ ਮੈਂ ਇਸ ਗੱਲ ਦੀ ਗਰੰਟੀ ਤਾਂ ਨਹੀਂ ਲੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉੱਥੋਂ ਮਾਤ ਦੇ ਕੇ ਵਿਧਾਨ ਸਭਾ ਦੇ ਵਿੱਚ ਪਹੁੰਚ ਜਾਣਗੇ। ਪਰ ਮੈਂ ਇਸ ਗੱਲ ਨੂੰ ਜ਼ਰੂਰ ਸਵੀਕਾਰ ਕਰ ਸਕਦਾ ਜਾਂ ਮੇਰਾ ਮਨ ਇਸ ਗੱਲ ਨੂੰ ਜ਼ਰੂਰ ਮੰਨਦਾ ਵਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਜ਼ਬਰਦਸਤ ਟੱਕਰ ਦੇ ਵਿੱਚ ਆਉਣਗੇ ਤਾਂ ਜਰਨੈਲ ਸਿੰਘ ਦੀ ਜ਼ਮਾਨਤ ਜ਼ਬਤ ਹੋ ਸਕਦੀ ਹੈਗੀ ਉਸ ਸੀਟ ਦੇ ਉੱਤੋਂ। ਦੂਸਰੀ ਗੱਲ ਜਿਹੜੀ ਮੈਂ ਇਹ ਕਹਿਣੀ ਚਾਹੁੰਦਾ, ਮੈਂ ਇਹ ਬਿਲਕੁਲ ਨਹੀਂ ਕਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਪੰਜਾਬ ਦੇ ਵਿੱਚ ਡਰਿਆ ਹੋਇਆ ਮਹਿਸੂਸ ਨਹੀਂ ਕਰਦਾ। ਉਹਦੀ ਇਸ ਗੱਲ ਦੀਆਂ ਬਹੁਤ ਸਾਰੀਆਂ ਤੁਹਾਨੂੰ ਮਿਸਾਲਾਂ ਮਿਲ ਜਾਂਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਸਭ ਤੋਂ ਵੱਡੀ ਮਿਸਾਲ ਪਿਛਲੇ ਦਿਨੀ 2-3 ਦਿਨ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਵੀਡੀਓ ਤੋਂ ਹੀ ਮਿਲੀ ਹੈ, ਜਿਹੜੀ ਉਹਨਾਂ ਨੇ ਕਿਸੇ ਚੈਨਲ ਦੇ ਉੱਤੇ ਗੱਲ ਕਰਦਿਆਂ ਜਵਾਬ ਦਿੰਦਿਆਂ ਕਹੀ। ਔਰ ਮੈਂ ਹੈਰਾਨ ਇਸ ਗੱਲ ਤੇ ਹੋਇਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਸੀਨੀਅਰ ਨੇਤਾ ਜਿਨ੍ਹਾਂ ਬਾਰੇ ਇਹ ਮੰਨ ਲਿਆ ਜਾਂਦਾ ਕਿ ਉਹ ਛੇਤੀ ਕੀਤੇ ਕੋਈ ਗਲਤ ਗੱਲ ਆਪਣੇ ਮੂੰਹੋਂ ਨਿਕਲਣ ਨਹੀਂ ਦਿੰਦੇ, ਗੱਲ ਲੁਕਾ ਕੇ ਆਪਣੇ ਦਿਲ ਦੇ ਵਿੱਚ ਚਾਹੇ ਅੱਗੇ ਲੰਘ ਜਾਣ, ਪਰ ਉਹਨਾਂ ਦੇ ਮੂੰਹੋਂ ਬਹੁਤ ਜ਼ਬਰਦਸਤ ਗੱਲ ਨਿਕਲੀ ਜਿਹੜੀ ਸੱਚਮੁੱਚ ਸੁਣ ਕੇ ਮੈਨੂੰ ਤਾਂ ਬਹੁਤ ਹੈਰਾਨੀ ਹੋਈ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਸਨ। ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਜਲਾਲਾਬਾਦ ਦੇ ਵਿੱਚ ਰਵਨੀਤ ਸਿੰਘ ਬਿੱਟੂ ਚੋਣ ਲੜਨ ਜਾ ਰਹੇ ਨੇ, ਲੰਬੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਚੋਣ ਲੜਨ ਜਾ ਰਹੇ ਨੇ, ਤਾਂ ਉਹਨਾਂ ਨੇ ਜਲਾਲਾਬਾਦ ਦੇ ਪ੍ਰਸੰਗ ਦੇ ਵਿੱਚ ਜਵਾਬ ਦਿੰਦੇ ਹੋਏ ਕਿਹਾ ਕਿ ਫਿਰ ਕੀ ਆ ਜੇ ਬਿੱਟੂ ਜਲਾਲਾਬਾਦ ਆ ਰਿਹਾ, ਬਿੱਟੂ ਕਿਹੜਾ ਕੋਈ ਔਰੰਗਜ਼ੇਬ ਹੈ। ਮੈਨੂੰ ਨਹੀਂ ਸਮਝ ਲੱਗੀ ਕਿ ਉਹਨਾਂ ਨੇ ਇੰਨਾ ਵੱਡੀ ਗੱਲ ਕਿਵੇਂ ਕਹੀ ਆ, ਕਿਵੇਂ ਉਹਨਾਂ ਨੇ ਬਿੱਟੂ ਦੇ ਪ੍ਰਸੰਗ ਦੇ ਵਿੱਚ ਐਡੀ ਇਸ ਭਾਸ਼ਾ ਦਾ ਇਸਤੇਮਾਲ ਕਰ ਰਿਹਾ। ਔਰ ਜੇ ਬਾਦਲ ਸਾਹਿਬ ਦੇ ਮੂੰਹੋਂ ਇਦਾਂ ਦੀ ਭਾਸ਼ਾ ਨਿਕਲ ਰਹੀ ਆ ਤਾਂ ਇੱਕ ਗੱਲ ਤਾਂ ਜ਼ਰੂਰ ਮੰਨਣੀ ਚਾਹੀਦੀ ਆ ਕਿ ਉਹ ਸਮੁੱਚੇ ਪੰਜਾਬ ਦੇ ਵਿੱਚ ਸੱਚਮੁੱਚ ਕਾਫੀ ਹੱਦ ਤੱਕ ਡਰੇ ਹੋਏ ਨੇ। ਤੇ ਜਿਹੜਾ ਮੇਰੇ ਮਨ ਦੇ ਵਿੱਚ ਆਉਂਦਾ ਕਿ ਹੰਗ ਅਸੈਂਬਲੀ ਆ ਰਹੀ ਆ, ਉਹਦੇ ਵਿੱਚ ਮੈਨੂੰ ਲੱਗਦਾ, ਮੈਨੂੰ ਨਹੀਂ ਪਤਾ ਪੰਜਾਬ ਦੇ ਵੋਟਰ ਉਹਦੇ ਚੋਂ ਕੀ ਰਿਜ਼ਲਟ ਦੇਣਗੇ, ਪਰ ਮੈਨੂੰ ਇਹੀ ਲੱਗਦਾ ਕਿ ਸਭ ਤੋਂ ਵੱਡੀ ਪਾਰਟੀ ਕਾਂਗਰਸ ਆ ਰਹੀ ਹੈ। ਔਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਇਸ ਗੱਲ ਲਈ ਲੜਾਈ ਲੜਨੀ ਪਵੇਗੀ ਕਿ ਦੋਨਾਂ ਦੇ ਵਿੱਚੋਂ ਸੈਕੰਡ ਲੀਡ ਕਿਹਦੇ ਕੋਲੇ ਆਏਗੀ। ਇਹ ਗੱਲ ਜੋ ਮੈਨੂੰ ਮਹਿਸੂਸ ਹੋ ਰਹੀ ਹੈ, ਮੈਨੂੰ ਨਹੀਂ ਪਤਾ, ਮੈਂ ਫਿਰ ਇੱਕ ਵਾਰੀ ਰਿਪੀਟ ਕਰਦਾ ਕਿ ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਵੋਟਰ ਵੋਟਾਂ ਪਾ ਕੇ ਸਾਨੂੰ 11 ਮਾਰਚ ਨੂੰ ਕਿਹੜਾ ਰਿਜ਼ਲਟ ਦੇਣ ਜਾ ਰਹੇ ਨੇ। ਪਰ ਇੱਕ ਗੱਲ ਮੈਂ ਫਿਰ ਰਿਪੀਟ ਕਰਾਂਗਾ ਕਿ ਜਰਨੈਲ ਸਿੰਘ ਦੀ ਜ਼ਮਾਨਤ ਮੇਰੇ ਮੁਤਾਬਕ ਜ਼ਬਤ ਹੋਣ ਜਾ ਰਹੀ ਹੈ, ਜਿਵੇਂ ਗੁਰਦਾਸ ਬਾਦਲ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜ਼ਬਤ ਹੋ ਗਈ ਸੀ। ਦਿਲਰਾਜ ਜੀ ਦੀ ਸ਼ਾਇਦ ਲਾਈਨ ਜੁੜੀ ਨਹੀਂ ਹੋਈ ਆ, ਪਰ ਸ਼ਾਇਦ ਸਾਨੂੰ ਸਾਰੇ ਜੋ ਦਰਸ਼ਕ ਇਸ ਟਾਈਮ ਦੇਖ ਰਹੇ ਨੇ ਜਾਂ YouTube ਤੇ ਜਾਂ Facebook ਤੇ ਸਾਡੇ ਪ੍ਰੋਗਰਾਮ ਵੇਖਣਗੇ, ਤੁਹਾਨੂੰ ਜ਼ਰੂਰ ਸੋਚਣਾ ਚਾਹੀਦਾ ਵਾ। ਸਿਰਫ ਅੱਖਾਂ ਬੰਦ ਕਰਕੇ ਆਸਥਾ ਰੱਖਣਾ ਕਿ ਇੱਕ ਪਰਟੀਕੂਲਰ ਪਾਰਟੀ ਜਾਂ ਪਰਟੀਕੂਲਰ ਬੰਦਾ ਹੀ ਪੰਜਾਬ ਬਚਾਏਗਾ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਉਹ ਅਰਵਿੰਦ ਕੇਜਰੀਵਾਲ ਹੋਣ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ। ਕਿਤੇ ਨਾ ਕਿਤੇ ਸਾਨੂੰ ਉਸ ਗਲਤ ਧਾਰਨਾ ਤੋਂ, ਉਸ ਅੰਧ ਵਿਸ਼ਵਾਸ ਵਾਲੀ ਆਸਥਾ ਤੋਂ ਬਾਹਰ ਨਿਕਲ ਕੇ ਆਪਣੇ ਨਿਰਣੇ ਲੈਣੇ ਚਾਹੀਦੇ ਆ। ਅਸੀਂ ਜੇ ਕੈਨੇਡਾ ਅਮਰੀਕਾ ਤੋਂ ਜਾ ਕੇ ਪ੍ਰਚਾਰ ਵੀ ਕਰ ਰਹੇ ਹਾਂ, ਸਾਨੂੰ ਸੋਚਣਾ ਜ਼ਰੂਰ ਚਾਹੀਦਾ ਕਿਹਦੇ ਵਾਸਤੇ ਪ੍ਰਚਾਰ ਕਰ ਰਹੇ ਹਾਂ। ਕਿ ਮੰਨਦੇ ਆ ਅਕਾਲੀ ਦਲ ਦੀ 10 ਸਾਲ ਦੀ ਹਕੂਮਤ ਤੋਂ ਅਸੀਂ ਤੰਗ ਆ, ਪਰ ਜਿਨ੍ਹਾਂ ਨੂੰ ਤੁਸੀਂ ਹਕੂਮਤ ਫੜਾਉਣਾ ਚਾਹੁੰਦੇ ਜੋ, ਉਹ ਲੋਕ ਕੌਣ ਨੇ? ਜਿਹੜੇ ਪੰਜਾਬ ਬਚਾਉਣ ਦੀਆਂ ਤੁਸੀਂ ਗੱਲਾਂ ਕਰਦੇ ਜੋ, ਕੀ ਤੁਸੀਂ ਪੰਜਾਬ ਬਚਾਉਣ ਵਾਸਤੇ ਇੱਕ ਆਪਣੇ ਕਦਮ ਚੱਕ ਰਹੇ ਜੋ ਜਾਂ ਫਿਰ ਪੰਜਾਬ ਨੂੰ ਵੱਡੀ ਮੁਸੀਬਤ ਪਹੁੰਚ ਜਾ ਰਹੇ ਜੋ? ਆਈ ਥਿੰਕ ਦਿਲਰਾਜ ਸਿੰਘ ਜੀ ਦੀ ਲਾਈਨ ਸ਼ਾਇਦ ਜੁੜ ਚੁੱਕੀ ਹੈ। ਦਿਲਰਾਜ ਸਿੰਘ ਜੀ, ਤੁਸੀਂ ਕਮੈਂਟ ਕਰਨਾ ਚਾਹੋ ਪਲੀਜ਼। ਹੈਪੀ ਜੀ, ਮੇਰੀ ਲਾਈਨ ਹੁਣੇ ਜੁੜੀ ਹੈ ਤੇ ਮੈਨੂੰ ਜੇ ਕੁਐਸਚਨ ਰਿਪੀਟ ਕਰ ਦੋਗੇ। ਮੈਂ ਉਹੀ ਜੋ ਕਮੈਂਟ ਅਰਵਿੰਦ ਕੇਜਰੀਵਾਲ ਜੋ ਵੀਡੀਓ ਦਿਖਾਇਆ ਸੀ ਉਹਦੇ ਉੱਤੇ ਹੀ ਗੱਲਬਾਤ ਚੱਲ ਰਹੀ ਸੀ। ਬਿਲਕੁਲ ਹਰਪ੍ਰੀਤ ਜੀ, ਪੰਜਾਬ ਬਚਾਉਣ ਦੀਆਂ ਗੱਲਾਂ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਪਈਆਂ, ਜਿਹਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਤੇਜ਼ੀ ਦੇ ਨਾਲ ਉਹ ਕਮੈਂਟ ਕਰਦੀ ਪਈ ਹੈ, ਸਭ ਤੋਂ ਜ਼ਿਆਦਾ ਕਮੈਂਟ ਕਰਦੀ ਪਈ ਹੈ, ਚਾਹੇ ਕੋਈ ਛੋਟਾ ਵਰਕਰ ਹੋਵੇ, ਚਾਹੇ ਅਰਵਿੰਦ ਕੇਜਰੀਵਾਲ ਸਾਹਿਬ ਹੋਣ। ਪੰਜਾਬ ਬਚਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ,
ਪਰ ਜਿਹੜਾ ਇੱਕ ਡਬਲ ਸਟੈਂਡਰਡ ਹੈਗਾ ਵਾ, ਚਾਹੇ SYL ਦੇ ਮੁੱਦੇ ਨੂੰ ਲੈ ਕੇ ਹੋਵੇ, ਚਾਹੇ CM ਕੈਂਡੀਡੇਟ ਦੇ ਮੁੱਦੇ ਨੂੰ ਲੈ ਕੇ ਹੋਵੇ, ਉਹਦੇ ਤੋਂ ਕੋਈ ਸਹੀ ਆਭਾਸ ਨਹੀਂ ਹੁੰਦਾ ਪਿਆ। ਹੁਣ ਆਪਾਂ ਜੇ ਵੀਡੀਓ ਕਮੈਂਟ ਦੀ ਗੱਲ ਕਰੀਏ ਜਿਹੜਾ ਕੇਜਰੀਵਾਲ ਸਾਹਿਬ ਨੇ ਲੰਬੀ ਹਲਕੇ ਤੋਂ ਦਿੱਤਾ, ਇਹ ਜਿਹੜੀ ਰਾਜਨੀਤੀ ਹੈਗੀ ਹੈ ਨਾ ਕਿ ਕੈਪਟਨ ਤੇ ਬਾਦਲ ਮਿਲੇ ਹੋਏ ਆ, ਇਹ ਸ਼ੁਰੂ ਹੀ ਆਮ ਆਦਮੀ ਪਾਰਟੀ ਨੇ ਕੀਤੀ ਹੋਈ ਹੈ। ਪਰ ਤੁਸੀਂ ਦੇਖੋਗੇ ਅੱਜ ਦੀ ਡੇਟ ਵਿੱਚ ਤਿੰਨੋਂ ਮੇਨ ਪੋਲੀਟੀਕਲ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ, BJP ਗੱਠਜੋੜ, ਕਾਂਗਰਸ ਤੇ ਆਮ ਆਦਮੀ ਵਾਲਾ ਹਾਲ ਹੋਣ ਵਾਲਾ ਹੈ। ਇਹਨਾਂ ਨੇ ਉਹੀ ਕੰਮ ਕਰ ਦੇਣਾ ਹੈ ਜਦ ਨਦੀਆਂ ਵਗੀਆਂ ਸੀ ਖੂਨ ਦੀਆਂ। ਤੁਸੀਂ ਦੇਖਿਆ ਨਹੀਂ, ਸਾਡੀ ਬੇਟਾ 65 ਸਾਲ ਦੀ ਉਮਰ ਹੈ ਮੇਰੀ। ਸਤਿ ਸ਼੍ਰੀ ਅਕਾਲ ਮੈਮ, ਇੱਕ ਵਾਰੀ ਆਪਣਾ ਨਾਂ ਜ਼ਰੂਰ ਦੱਸਿਓ ਮੈਮ। ਠੱਗਣ ਗਿਆ ਹੋਇਆ ਹੈ, ਪੰਜਾਬ ਨੂੰ ਠੱਗ ਕੇ ਉਹਨੇ ਆ ਜਾਣਾ ਹੈ ਤੇ ਉੱਥੇ ਲੜਾਈਆਂ ਆਪਸ ਦੇ ਵਿੱਚ ਪੈਣੀਆਂ। ਇੰਨੀ ਉਹ ਪ੍ਰਚਾਰ ਗੰਦਾ ਕਰਦਾ ਆ, ਬੇਹਿਸਾਬ ਗੰਦਾ ਪ੍ਰਚਾਰ ਕਰਦਾ ਆ। ਸਤਿ ਸ਼੍ਰੀ ਅਕਾਲ ਮੈਮ, ਆਪਣਾ ਨਾਂ ਜ਼ਰੂਰ ਦੱਸਿਓ ਤੁਸੀਂ ਪਲੀਜ਼। ਐਨੀਵੇ ਦਿਲਰਾਜ ਸਿੰਘ ਜੀ ਤੁਸੀਂ ਗੱਲ ਪੂਰੀ ਕਰ ਲਓ। ਮੈਂ ਮਾਫੀ ਚਾਹੂੰਗਾ ਦਰਸ਼ਕਾਂ ਤੋਂ, ਕਾਲਰ ਜੁੜ ਗਏ ਸੀ ਕੋਈ। ਮੈਂ ਟੈਕਨੀਕਲ ਟੀਮ ਨੂੰ ਵੀ ਇੱਕ ਵਾਰ ਜ਼ਰੂਰ ਰਿਕੁਐਸਟ ਕਰੂੰਗਾ, ਪਲੀਜ਼ ਕਾਲਰ ਪਾਉਣ ਤੋਂ ਪਹਿਲਾਂ ਇੱਕ ਵਾਰ ਚੈੱਕ ਜ਼ਰੂਰ ਕਰ ਲਿਆ ਕਰੋ ਐਂਡ ਕਾਲਰ ਨੂੰ ਥੋੜਾ ਜਿਹਾ ਇਨਫੋਰਮ ਕਰ ਦਿਆ ਕਰੋ ਕਿ ਜਦੋਂ ਤੱਕ ਨਾ ਆਖਿਆ ਜਾਏ ਪਲੀਜ਼ ਨਾ ਗੱਲ ਪੂਰੀ ਕਰਨ। ਦਿਲਰਾਜ ਸਿੰਘ ਜੀ ਪਲੀਜ਼ ਕੰਟੀਨਿਊ। ਬਿਲਕੁਲ ਹੈਪੀ ਜੀ, ਮੈਂ ਕਹਿ ਰਿਹਾ ਸੀਗਾ ਕਿ ਇਹ ਜਿਹੜੀ ਨੀਤੀ ਹੈਗੀ ਹੈ ਕਿ ਬਾਕੀ ਦੂਜੀਆਂ ਦੋਨੋਂ ਪੋਲੀਟੀਕਲ ਪਾਰਟੀਆਂ ਮਿਲੀਆਂ ਹੋਈਆਂ ਤੇ ਆਪਣੇ ਆਪ ਨੂੰ ਇੱਕ ਤਰ੍ਹਾਂ ਵਿਕਟਮ ਦੇ ਵਜੋਂ ਪ੍ਰੈਜ਼ੈਂਟ ਕਰਨਾ ਕਿ ਅਸੀਂ ਤਾਂ ਵਿਕਟਮ ਆ ਤੇ ਦੂਜੇ ਦੋਨੋਂ ਮਿਲ ਕੇ ਸਾਨੂੰ ਹਰਾਉਣਾ ਚਾਹੁੰਦੇ ਆ। ਉਹ ਸ਼ੁਰੂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੇ ਕੀਤਾ ਸੀਗਾ। ਪਰ ਹੁਣ ਤੁਸੀਂ ਦੇਖੋਗੇ ਕਿ ਤਿੰਨੋਂ ਪੋਲੀਟੀਕਲ ਪਾਰਟੀਆਂ ਮੇਨ ਜਿਹੜੀਆਂ ਹੈਗੀਆਂ ਉਹੀ ਗੱਲ ਕਰਦੀਆਂ ਪਈਆਂ। ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਬੀਬੀ ਹਰਸਿਮਰਤ ਕੌਰ ਬਾਦਲ ਹਰ ਰੋਜ਼ ਬਿਆਨ ਦਿੰਦੀ ਪਈ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲੀ ਹੋਈ ਹੈ, ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਨੂੰ ਹਰਾਉਣਾ ਚਾਹੁੰਦੀ ਹੈ। ਕਾਂਗਰਸ ਦੀ ਗੱਲ ਕਰੀਏ, ਸੇਮ ਕਾਂਗਰਸ ਗੱਲਾਂ ਕਰਦੀ ਪਈ ਹੈਗੀ ਆ। ਆਪਣੇ ਆਪ ਨੂੰ ਵਿਕਟਮ ਦੱਸ ਕੇ ਲੋਕਾਂ ਦੀ ਸਿੰਪਥੀ ਗੇਨ ਕਰਨਾ, ਲੋਕਾਂ ਦੇ ਮਨਾਂ ਦੇ ਵਿੱਚ ਇਹ ਯਕੀਨ ਦਿਵਾਉਣਾ ਕਿ ਦੂਜੀਆਂ ਦੋਨੋਂ ਪੋਲੀਟੀਕਲ ਪਾਰਟੀਆਂ ਮਿਲ ਗਈਆਂ ਹੋਈਆਂ ਤੇ ਸਾਡੀ ਸੱਚੀ ਸੁੱਚੀ ਪਾਰਟੀ ਹੈ, ਅਸੀਂ ਬਹੁਤ ਕੰਮ ਕਰਦੇ, ਬਹੁਤ ਭਲਾ ਕਰਦੇ ਪਏ ਆ। ਇੱਕ ਨਵੇਂ ਤੌਰ ਦੀ ਰਾਜਨੀਤੀ ਸ਼ੁਰੂ ਹੋ ਗਈ ਆ। ਅੱਗੇ ਵੀ ਇਲੈਕਸ਼ਨਾਂ ਹੁੰਦੀਆਂ ਸੀਗੀਆਂ, ਰੀਸੈਂਟਲੀ 2012 ਦੇ ਇਲੈਕਸ਼ਨ ਹੋਈਆਂ, ਪਰ ਇੰਨੀ ਗੰਦੀ ਤਰ੍ਹਾਂ ਦੀ ਰਾਜਨੀਤੀ ਕਦੀ ਵੀ ਦੇਖਣ ਨੂੰ ਨਹੀਂ ਮਿਲੀ। ਅੱਜ ਦੀ ਡੇਟ ਵਿੱਚ ਕਿਸੇ ਦੇ ਪੱਥਰਬਾਜ਼ੀ ਹੁੰਦੀ ਪਈ ਹੈ, ਕਿਸੇ ਦੇ ਜੁੱਤੀ ਸੁੱਟੀ ਜਾਂਦੀ ਪਈ ਹੈ। ਰਾਜਨੀਤੀ ਨੂੰ ਬਹੁਤ ਗੁੰਦਲਾ ਜਿਹਾ ਕਰ ਦਿੱਤਾ ਵਾ। ਕੋਈ ਇੱਕ ਪੋਲੀਟੀਕਲ ਪਾਰਟੀ ਨਹੀਂ ਹੈ, ਹੋ ਸਕਦਾ ਆਮ ਪਾਰਟੀ ਦਾ ਅਸਰ ਹੋਵੇ, ਪਰ ਹੁਣ ਤਿੰਨੋਂ ਪੋਲੀਟੀਕਲ ਪਾਰਟੀਆਂ ਕੀ ਆ, ਜਿੰਨੀਆਂ ਛੋਟੀਆਂ ਵੱਡੀਆਂ ਸਭ ਪੋਲੀਟੀਕਲ ਪਾਰਟੀਆਂ ਇਹ ਰਾਜਨੀਤੀ ਨੂੰ ਗੰਦੀ ਕਰਨ ਦੇ ਵਿੱਚ ਲੱਗੀਆਂ ਹੋਈਆਂ। ਤੇ ਮੈਨੂੰ ਨਹੀਂ ਲੱਗਦਾ ਕਿ ਏਦਾਂ ਰਾਜਨੀਤੀ ਨੂੰ ਇੰਨੀ ਗੰਦਗੀ ਦੇ ਵਿੱਚ ਸੁੱਟ ਕੇ ਤੁਸੀਂ ਕਦੀ ਵੀ ਪੰਜਾਬ ਦਾ ਭਲਾ ਕਰ ਸਕਦੇ ਹੋ। ਏਦਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਸਾਡੇ ਵੋਟਰਾਂ ਨੂੰ ਸੋਚਣਾ ਪਏਗਾ ਕਿ ਕਿਹੜੀ ਪੋਲੀਟੀਕਲ ਪਾਰਟੀ ਨੂੰ ਵੋਟ ਪਾਈਏ ਕਿ ਪੰਜਾਬ ਦਾ ਭਲਾ ਹੋ ਸਕੇ। ਅੱਜ ਦੀ ਡੇਟ ਵਿੱਚ ਜਿੱਦਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਬਿਹੇਵ ਕਰਦੀਆਂ ਪਈਆਂ, ਐਕਟ ਕਰਦੀਆਂ ਪਈਆਂ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪੰਜਾਬ ਦਾ ਭਲਾ ਅਸਲ ਦੇ ਵਿੱਚ ਕਰਨਾ ਚਾਹੁੰਦਾ। ਹਰ ਪੋਲੀਟੀਕਲ ਪਾਰਟੀ ਦਾ ਹਰ ਲੀਡਰ ਆਪਣਾ ਭਲਾ ਪਹਿਲੇ ਕਰਨਾ ਚਾਹੁੰਦਾ ਤੇ ਪੰਜਾਬ ਦਾ ਬਾਅਦ ਚ। ਇੱਕ ਅਖੀਰ ਚ ਸਮਾਂ ਜ਼ਿਆਦਾ ਨਹੀਂ ਬਚਾ, ਪਰ ਇੱਕ ਮੁੱਦਾ ਮੈਂ ਜ਼ਰੂਰ ਟੱਚ ਕਰਨਾ ਚਾਹੂੰਗਾ। ਟੈਕਨੀਕਲ ਇਸ਼ੂ ਦੇ ਕਾਰਨ ਕੁਝ ਸਾਡੇ ਟਾਈਮ ਲੌਸਟ ਹੋ ਗਿਆ ਸੀ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਸਾਹਿਬ, ਮੈਂ ਵੀ ਕਈ ਵਾਰ ਸ਼ੋਅ ਤੇ ਕਿਹਾ ਸੀ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਪੰਜਾਬ ਦੀ ਰਾਜਨੀਤੀ ਡਿਸਕਸ ਕਰਦੇ ਹਾਂ, ਇਹਨਾਂ ਦੋਵਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਖਾਸ ਕਰਕੇ BJP ਦਾ ਪਾਵਰ ਚ ਹੋਣਾ ਕਿਤੇ ਨਾ ਕਿਤੇ ਅਕਾਲੀ ਦਲ ਅਤੇ BJP ਦੇ ਗੱਠਜੋੜ ਦੇ ਹੱਕ 'ਚ ਜਾਂਦਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਨਰਿੰਦਰ ਮੋਦੀ ਸਾਹਿਬ ਦੀ ਪੰਜਾਬ ਨੂੰ ਲੈ ਕੇ ਕੋਈ ਖਾਸ ਐਕਟੀਵਿਟੀ ਵੇਖਣ ਨੂੰ ਨਜ਼ਰ ਨਹੀਂ ਆਈ। ਜੇ ਤੇ ਕੋਈ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ, ਮੈਨੂੰ ਤਾਂ ਇਹ ਜਾਪਦਾ ਹੈ ਕਿ ਪੰਜਾਬ ਦੇ ਪ੍ਰਤੀ ਜਿਹੜੀ ਉਦਾਸੀਨਤਾ ਉਹ ਕੱਲੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਨਹੀਂ ਹੈਗੀ, ਕਾਂਗਰਸ ਹਾਈ ਕਮਾਂਡ ਦੇ ਵੀ ਕੁਝ ਉਸ ਤਰ੍ਹਾਂ ਦਾ ਹੀ ਵਰਤਾਰਾ ਲੱਗਦਾ ਹੈ। ਆਉਣ ਵਾਲੇ ਸਮੇਂ ਦਾ ਤਾਂ ਪਤਾ ਨਹੀਂ, ਪਰ ਅੱਜ ਤੱਕ ਕੋਈ ਬਹੁਤ ਜਿਹੜੀ ਹੈਗੀ ਕਾਂਗਰਸ ਹਾਈ ਕਮਾਂਡ ਰਾਹੁਲ ਜੀ ਵੱਲੋਂ, ਸੋਨੀਆ ਜੀ ਵੱਲੋਂ ਜਾਂ ਪ੍ਰਿਯੰਕਾ ਗਾਂਧੀ ਜੀ ਵੱਲੋਂ ਕੋਈ ਬਹੁਤ ਵੱਡੀ ਰੈਲੀ ਜਾਂ ਬਹੁਤ ਵੱਡਾ ਲੋਕਾਂ ਦੇ ਵਿੱਚ ਆ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਆਪਣੇ ਵੱਲ ਪ੍ਰੇਰਨ ਦੀ ਜਾਂ ਕੋਈ ਪੰਜਾਬ ਦੇ ਬਾਰੇ ਕੋਈ ਇਹੋ ਜਿਹੇ ਐਲਾਨ ਕਰਨੇ ਕਿ ਸਾਡੀ ਸਰਕਾਰ ਹੋਵੇ ਤੇ ਅਸੀਂ ਇਹੋ ਜਿਹੀ ਸਰਕਾਰ ਦੇਵਾਂਗੇ, ਉਹ ਜਿਹਾ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਹ ਦੋਵੇਂ ਵੱਡੀਆਂ ਪਾਰਟੀਆਂ ਇਸ ਵਾਰੀ ਪੰਜਾਬ ਪ੍ਰਤੀ ਉਹਨਾਂ ਦਾ ਜਿਹੜਾ ਰੁਝਾਨ ਤੇ ਝੁਕਾਅ ਉਹਨਾਂ ਨੇ ਨਜ਼ਰ ਆਉਂਦਾ ਜਿੰਨਾ ਆਪਾਂ ਐਕਸਪੈਕਟ ਕਰਦੇ ਸੀ ਕਿ ਇਹ ਪਾਰਟੀਆਂ ਇੰਟਰਸਟ ਲੈਣਗੀਆਂ। ਔਰ ਇਹਦੇ ਪਿੱਛੇ ਮੈਨੂੰ ਲੱਗਦਾ ਹੈ ਕਿ ਦੂਜੀ ਜਿਹੜੀ ਵੱਡੀ ਸਟੇਟ UP ਦੇ ਵਿੱਚ ਇਲੈਕਸ਼ਨ ਹੋ ਰਹੀ ਹੈ,
ਉਹ ਜ਼ਿਆਦਾ ਪ੍ਰੀ ਆਕੂਪਾਈਡ ਨੇ ਉੱਥੇ, ਕਿਉਂਕਿ ਵੱਡੀ ਸਟੇਟ ਹੈ, ਉਹਦਾ ਜਿਹੜਾ ਇਮੇਜ ਬਹੁਤ ਮੈਸੇਜ ਉੱਥੇ ਦੀ ਜਿੱਤ ਹਾਰ ਦਾ ਜਿਹੜਾ ਹੈਗਾ ਉਹ ਵੱਡਾ ਜਾ ਸਕਦਾ ਹੈ, ਜਾਂ ਰਾਜ ਸਭਾ ਦੇ ਵਿੱਚ ਸੱਤਾ ਪ੍ਰਾਪਤ ਕਰਨ ਵਾਸਤੇ ਉਹ ਜ਼ਿਆਦਾ ਸਹਾਈ ਹੋ ਸਕਦੀ ਹੈ। ਸੋ ਦੋਵੇਂ ਵੱਡੀਆਂ ਪਾਰਟੀਆਂ ਦਾ ਜਿਹੜਾ ਝੁਕਾਅ ਹੈ ਉਹ ਜ਼ਰੂਰ ਲੱਗਦਾ ਹੈ। ਹਾਂ, ਆਮ ਆਦਮੀ ਪਾਰਟੀ ਦੇ ਜਿਹੜੀ ਹੈਗੀ ਕੇਂਦਰੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ, ਉਹ ਇੱਥੇ ਜ਼ਰੂਰ ਪੰਜਾਬ 'ਚ ਬਾਰ-ਬਾਰ ਗੇੜੇ ਮਾਰਦੇ ਨੇ, ਔਰ ਉਹਨਾਂ ਦਾ ਵੀ ਇੱਕ ਚੀਜ਼ ਦੇਖਣ ਵਾਲੀ ਹੈ ਕਿ ਉਹਨਾਂ ਦਾ ਝੁਕਾਅ ਸ਼ਾਇਦ ਉਹਨਾਂ ਹੁਣ ਗੋਆ ਵੱਲ ਨਹੀਂ ਹੈਗਾ, ਪੰਜਾਬ ਵੱਲ ਜ਼ਿਆਦਾ ਨੇ, ਇੱਧਰ ਵਾਲੇ ਸ਼ਾਇਦ ਉਹ ਕੌਨਫੀਡੈਂਟ ਨੇ। ਤਾਂ ਇਹਦੇ ਕਾਰਨ ਤਾਂ ਮੈਨੂੰ ਇਹੀ ਲੱਗਦਾ ਕਿ ਦੂਜੇ ਪਾਸੇ ਉਹਨਾਂ ਨੂੰ ਜ਼ਿਆਦਾ ਜਿਹੜੇ ਧਿਆਨ ਦੇਣਾ ਪੈ ਰਿਹਾ, ਇਹ ਕਾਰਨ ਹੋ ਸਕਦਾ ਹੈ। ਸਰ ਮੈਨੂੰ ਨਹੀਂ ਏਦਾਂ ਲੱਗਦਾ ਅਜੀਤ ਜੀ, ਜੇ ਆਪਾਂ ਗੱਲ ਕਰੀਏ ਮੇਰੇ ਖਿਆਲ ਦੇ ਨਾਲ ਬੀਜੇਪੀ ਦੀ ਜੇ ਆਪਾਂ ਗੱਲ ਕਰੀਏ, ਕਦੀ ਵੀ ਬੀਜੇਪੀ ਨੇ ਪੰਜਾਬ ਨੂੰ ਫਰੰਟ ਤੋਂ ਲੀਡ ਨਹੀਂ ਕੀਤਾ। ਹਮੇਸ਼ਾ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਹੀ ਲੀਡ ਕਰਦੀ ਆ ਰਹੀ ਹੈ। ਬੀਜੇਪੀ ਕੋਲ ਉਨੀਆਂ ਸੀਟਾਂ ਵੀ ਨਹੀਂ ਹੈਗੀਆਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਾਂ ਕੋਈ ਵੱਡਾ ਲੀਡਰ ਆ ਕੇ ਇੱਥੇ ਕਰੇ। ਹਮੇਸ਼ਾ ਤੋਂ ਹੀ ਉਹਨਾਂ ਨੇ, ਬੀਜੇਪੀ ਨੇ ਆਪਣੀ ਸਾਰੇ ਜਿਹੜੀ ਕੋਸ਼ਿਸ਼ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਇਹ ਸਾਰੇ ਕਰਨ। ਤੇ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਵਿੱਚ ਇੱਕ ਨੈਸ਼ਨਲ ਲੀਡਰ ਤੋਂ ਵੀ ਉੱਤੇ ਹੈਗੇ ਆ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੀ ਫੈਨ ਫੋਲੋਇੰਗ ਜਾਂ ਲੋਕਾਂ ਨਾਲ ਦੇ ਪ੍ਰਤੀ, ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਜਿਹੜੀ ਇੱਕ ਇੱਜ਼ਤ ਹੈਗੀ ਹੈ ਉਹ ਸ਼ਾਇਦ ਰਾਹੁਲ ਗਾਂਧੀ ਤੇ ਹੋਰ ਕਾਂਗਰਸ ਦੇ ਕਈ ਵੱਡੇ ਵੱਡੇ ਲੀਡਰਾਂ ਤੋਂ ਜ਼ਿਆਦਾ ਹੋਵੇ, ਇਸ ਕਰਕੇ ਵੀ ਹੋ ਸਕਦਾ। ਬਾਕੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਯੂਪੀ ਨੂੰ ਟਾਰਗੇਟ ਕਰਦੇ ਪਏ ਆ। ਅੱਜ ਹਰ ਸੀਟ ਜਿਹੜੀ ਤੈਅ ਹੁੰਦੀ ਪਈ ਹੈ, ਚਾਹੇ ਉਹ ਕਾਂਗਰਸ ਦੀ ਹੋਵੇ ਚਾਹੇ ਉਹ ਬੀਜੇਪੀ ਦੀ ਹੋਵੇ, ਉਹ ਹਾਈ ਕਮਾਨ ਹਰ ਚੀਜ਼ ਦੇਖ ਕੇ ਤੈਅ ਕਰਦੀ ਪਈ ਹੈ। ਜੇ ਏਦਾਂ ਨਾ ਹੁੰਦਾ ਤੇ ਵਿਜੇ ਸਾਂਪਲਾ ਸਾਹਿਬ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਹੈਗੇ ਆ, ਉਹ ਆਪਣੇ ਬੰਦਿਆਂ ਨੂੰ ਵੀ ਟਿਕਟਾਂ ਨਹੀਂ ਦਵਾ ਸਕੇ। 4 ਕਿ 5 ਟਿਕਟਾਂ ਉਹ ਆਪਣੇ ਬੰਦਿਆਂ ਨੂੰ ਚਾਹੁੰਦੇ ਸੀਗੇ, ਜਿਹਦੇ ਵਿੱਚ ਸਿਰਫ 2 ਹੀ ਮਿਲੀਆਂ। ਤੇ ਹਾਈ ਕਮਾਨ ਪੂਰੀ ਤਰ੍ਹਾਂ ਇਨਵੋਲਵ ਹੈਗੀ, ਸਾਰਿਆਂ ਦੀ ਹਾਈ ਕਮਾਨ, ਚਾਹੇ ਬੀਜੇਪੀ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ। ਕਾਂਗਰਸ ਦੀ ਜੱਗ ਜ਼ਾਹਿਰ ਹੈਗਾ ਕਿ ਰਾਹੁਲ ਗਾਂਧੀ ਸਾਹਿਬ ਹਰ ਫੈਸਲਾ ਆਪਣੇ ਐਂਡ ਤੇ ਲੈਂਦੇ ਪਏ ਆ, ਚਾਹੇ ਉਹ ਟਿਕਟਾਂ ਦੀ ਵੰਡ ਦਾ ਫੈਸਲਾ ਹੋਵੇ, ਚਾਹੇ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਦਾ ਫੈਸਲਾ ਹੋਵੇ। ਤੇ ਪੰਜਾਬ ਨੂੰ ਇੰਨੇ ਢਿੱਲੇ ਦੇ ਵਿੱਚ ਨਹੀਂ ਲੈ ਕੇ ਚੱਲ ਸਕਦੇ। ਡੈਫੀਨੇਟਲੀ ਯੂਪੀ ਇੱਕ ਵੱਡੀ ਸਟੇਟ ਹੈ, ਯੂਪੀ ਤੇ ਸਾਰਿਆਂ ਦੀ ਨਜ਼ਰ ਹੁੰਦੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਕਰਕੇ ਨਹੀਂ ਆਉਂਦੇ ਪਏ ਕਿ ਪੰਜਾਬ ਛੋਟੀ ਸਟੇਟ ਹੈ ਤੇ ਇਹਨੂੰ ਰਹਿਣ ਦਿਓ। ਡੈਫੀਨੇਟਲੀ ਫੋਕਸ ਸਾਰਿਆਂ ਦਾ ਪੰਜਾਬ ਹੈ, 117 ਸੀਟਾਂ ਵਾ ਪੰਜਾਬ ਦੇ ਵਿੱਚ, ਪਰ ਬੀਜੇਪੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮੋਹਰੇ ਰੱਖਦੀ ਹੈਗੀ ਹੈ। ਤੇ ਕਾਂਗਰਸ ਵਿੱਚ ਜਿੱਦਾਂ ਮੈਂ ਪਹਿਲੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਇੱਕ ਬਹੁਤ ਵੱਡਾ ਨਾਮ ਹੈ, ਬਹੁਤ ਵੱਡੀ ਸਾਖ ਹੈ, ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਹੀ ਲੜਦੇ ਆ ਹਮੇਸ਼ਾ। ਜਿਹੜੀਆਂ ਸੀਟਾਂ ਸਰ ਦੇਖੋ ਤੁਸੀਂ, ਉਹਨਾਂ ਨੇ ਦਖਲਅੰਦਾਜ਼ੀ ਰਿਜ਼ਰਵ ਰੱਖੀਆਂ ਹੋਈਆਂ ਸੀ, ਜ਼ਿਆਦਾ ਦਖਲਅੰਦਾਜ਼ੀ ਉਹ ਹੁਣ ਵੀ ਨਹੀਂ ਦੇ ਰਹੀ। ਤੇ ਸ਼ਾਇਦ ਉਹਨੂੰ ਇਸ ਤੋਂ ਵੱਧ ਦਖਲ ਅੰਦਾਜ਼ੀ ਛੋਟੇ ਭਾਈ ਵਾਲੇ ਹੋਣ ਦੇ ਨਾਤੇ ਇਹ ਦੇਣ ਦਾ ਬਹੁਤ ਜ਼ਿਆਦਾ ਹੱਕ ਵੀ ਨਹੀਂ ਬਣਦਾ। ਇਸ ਕਰਕੇ ਯੂਪੀ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅੱਖ ਆ ਉਹ ਸੱਚਮੁੱਚ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਯੂਪੀ ਦੀ ਚੋਣ ਦਾ ਨੈਸ਼ਨਲ ਲੈਵਲ ਦੀ ਪੋਲਿਟਿਕਸ ਦੇ ਵਿੱਚ ਵਧੇਰੇ ਪ੍ਰਭਾਵ ਹੈ। ਪਰ ਜੇ ਅਸੀਂ ਇਸ ਗੱਲ ਨੂੰ ਇੰਜ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ ਕਿ ਕਾਂਗਰਸ ਦਾ ਵੀ ਪੰਜਾਬ ਵੱਲ ਧਿਆਨ ਨਹੀਂ ਆ, ਕਾਂਗਰਸ ਦਾ ਵੀ ਯੂਪੀ ਵੱਲ ਧਿਆਨ ਹੈ, ਤਾਂ ਮੇਰੇ ਖਿਆਲ ਅਸੀਂ ਕਾਂਗਰਸ ਦੀ ਯੂਪੀ ਤੇ ਪੰਜਾਬ ਵਿਚਲੀ ਹਾਲਤ ਨੂੰ ਬਿਲਕੁਲ ਵੀ ਇੱਕ ਦੂਜੇ ਨਾਲ ਮੇਲ ਕੇ ਅਣਡਿੱਠ ਕਰਨ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਵਿੱਚ ਕਾਂਗਰਸ ਉਸ ਪੋਜੀਸ਼ਨ ਦੇ ਵਿੱਚ ਹੈ ਜਿੱਥੇ ਉਹਨੂੰ ਇਸ ਗੱਲ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕਿ 2 ਵਾਰ ਹਾਰਨ ਤੋਂ ਬਾਅਦ ਉਹ ਤੀਜੀ ਵਾਰ ਇਸ ਵਾਰ ਗੇਮ ਜਿੱਤ ਵੀ ਸਕਦੀ ਆ। ਯੂਪੀ ਦੇ ਵਿੱਚ ਕਾਂਗਰਸ ਪਾਰਟੀ ਦੀ ਪੋਜੀਸ਼ਨ ਇਹ ਹੈ ਕਿ ਉਹ ਇਕੱਲੇ ਤੌਰ ਤੇ ਜਾਂ ਹੁਣ ਜਿਵੇਂ ਦੇ ਹਾਲਾਤ ਬਣਦੇ ਜਾ ਰਹੇ ਨੇ, ਸਮਾਜਵਾਦੀ ਪਾਰਟੀ ਦੇ ਨਿਖੜੇ ਹੋਏ ਹਾਲਾਤ ਦੇ ਵਿੱਚ, ਸਮਾਜਵਾਦੀ ਪਾਰਟੀ ਦੇ ਆਪਸੀ ਰੌਲੇ ਦੇ ਵਿੱਚ, ਸਮਾਜਵਾਦੀ ਪਾਰਟੀ ਦੇ ਇੱਕ ਧੜੇ ਦੇ ਨਾਲ, ਖਾਸ ਕਰਕੇ ਅਖਿਲੇਸ਼ ਯਾਦਵ ਦੇ ਧੜੇ ਦੇ ਨਾਲ ਗੱਠਜੋੜ ਬਣਾ ਕੇ ਆਪਣੇ ਪੈਰ ਧਰਾਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੋਈ ਪਾਰਟੀ ਜਿਸ ਖੇਤਰ ਦੇ ਵਿੱਚ ਪੈਰ ਧਰਾਵਾ ਕਰਨ ਲਈ ਲੜ ਰਹੀ ਹੋਵੇ ਤੇ ਦੂਜੇ ਪਾਸੇ ਸੱਤਾ ਲਈ ਲੜ ਰਹੀ ਹੋਵੇ, ਅਸੀਂ ਇਸ ਤਰ੍ਹਾਂ ਦੀ ਕਲਪਨਾ ਨਹੀਂ ਕਰ ਸਕਦੇ ਕਿ ਉਹ ਦੋਨਾਂ ਉੱਤੇ ਬਰਾਬਰ ਦਾ ਧਿਆਨ ਦੇ ਰਹੀ ਹੈ, ਜਾਂ ਦੋਨਾਂ ਉੱਤੇ ਘੱਟ ਧਿਆਨ ਦੇ ਰਹੀ ਆ, ਜਾਂ ਯੂਪੀ ਉੱਤੇ ਵੱਧ ਧਿਆਨ ਦੇ ਰਹੀ ਆ। ਇੱਕ ਪੋਲੀਟੀਕਲ ਐਨਾਲਾਈਜੇਸ਼ਨ ਦੇ ਆਧਾਰ ਦੇ ਉੱਤੇ ਜੇ ਕਹਿਣਾ ਚਾਹੀਏ ਤੇ ਮੇਰਾ ਨਹੀਂ ਖਿਆਲ ਕਿ ਸਾਡਾ ਵਿਸ਼ਲੇਸ਼ਣ ਇਸ ਸਿੱਟੇ ਤੇ ਕਿਸੇ ਵੀ ਸੂਰਤ ਵਿੱਚ ਪਹੁੰਚ ਸਕਦਾ ਵਾ ਕਿ ਕਾਂਗਰਸ ਵੀ ਪੰਜਾਬ ਵੱਲ ਧਿਆਨ ਨਹੀਂ ਦੇ ਰਹੀ।
ਕਾਂਗਰਸ ਪੰਜਾਬ ਵੱਲ ਧਿਆਨ ਜਿਹੜਾ ਨਜ਼ਰ ਸਾਨੂੰ ਨਹੀਂ ਆ ਰਿਹਾ, ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਕਾਂਗਰਸ ਨੇ ਆਖਰੀ ਦਿਨ ਤੱਕ ਆਪਣੀਆਂ ਸੀਟਾਂ ਦੇ ਪੰਜਾਬ ਨਾਲ ਸੰਬੰਧਿਤ ਸੀਟਾਂ ਦੇ ਰੌਲੇ ਨੂੰ ਮਸਾਂ ਹੀ ਮੁਕਾਇਆ ਵਾ। ਇਸੇ ਤਰ੍ਹਾਂ ਅਸੀਂ ਭਾਰਤੀ ਜਨਤਾ ਪਾਰਟੀ ਦੇ ਪ੍ਰਸੰਗ ਵਿੱਚ ਵੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਵੀ ਸੀਟਾਂ ਦੇ ਅੰਦਰ ਜਿਹੜਾ ਚੱਲ ਰਿਹਾ ਵਿਵਾਦ ਸੀ, ਅੰਦਰ ਖਾਤੇ ਹੀ ਚਾਹੇ ਉਹ ਚੱਲ ਰਿਹਾ ਸੀ, ਉਹਨਾਂ ਨੂੰ ਵੀ ਆਪਣੇ ਵਿਵਾਦ ਨੂੰ ਸਮੇਟਣ ਦੇ ਵਿੱਚ ਲਗਭਗ ਆਖਰੀ ਦਿਨ ਤੱਕ ਇੰਤਜ਼ਾਰ ਕਰਨਾ ਪਿਆ। ਔਰ ਜਦੋਂ ਲੀਡਰਸ਼ਿਪ ਨੂੰ ਆਖਰੀ ਦਿਨ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੋਵੇ, ਉਦੋਂ ਜਿਹੜੀ ਕੇਂਦਰ ਦੀ ਲੀਡਰਸ਼ਿਪ ਆ ਉਹ ਉਸ ਤਰ੍ਹਾਂ ਦਾ ਦਖਲ ਦੇ ਵੀ ਨਹੀਂ ਸਕਦੀ। ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਹੈਸੀਅਤ ਰੱਖਦੇ ਨੇ, ਚਾਹੇ ਮੈਂ ਉਹਨਾਂ ਨਾਲ ਐਗਰੀ ਕਰਾਂ ਡਿਸਐਗਰੀ ਕਰਾਂ, ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ। ਜਦੋਂ ਕੈਪਟਨ ਸਾਹਿਬ ਇਹ ਕਹਿੰਦੇ ਨੇ ਵਾਰ-ਵਾਰ ਕਿ ਜੇ ਮੈਨੂੰ ਹਾਈ ਕਮਾਨ ਕਹੇਗੀ ਤਾਂ ਮੈਂ ਲੰਬੀ ਤੋਂ ਚੋਣ ਲੜਾਂਗਾ, ਤਾਂ ਇਹਦਾ ਅਰਥ ਇਹ ਨਹੀਂ ਕਿ ਕੈਪਟਨ ਸਾਹਿਬ ਨੇ ਆਪਣੇ ਤੌਰ ਤੇ ਫੈਸਲਾ ਕਰ ਨਹੀਂ ਸੀ ਲਿਆ। ਕੈਪਟਨ ਸਾਹਿਬ ਇਸ ਕਰਕੇ ਵਾਰ-ਵਾਰ ਹਾਈ ਕਮਾਨ ਉੱਤੇ ਜ਼ੋਰ ਦਿੰਦੇ ਸੀ ਕਿ ਮੈਂ ਵੀ ਉਹਨਾਂ ਦੀ ਆਗਿਆ ਨਾਲ ਲੜ ਰਿਹਾ, ਕਿਉਂਕਿ ਜਿਹੜੀਆਂ ਸੀਟਾਂ ਦੇ ਉੱਤੇ ਵਿਰੋਧੀ ਧੜਿਆਂ ਨਾਲ ਉਹਨਾਂ ਦਾ ਵਿਵਾਦ ਚੱਲਦਾ ਸੀ, ਉੱਥੇ ਵੀ ਉਹ ਇਹੀ ਸਾਬਤ ਕਰਨਾ ਚਾਹੁੰਦੇ ਸੀ ਕਿ ਮੈਂ ਨਹੀਂ ਹਾਈ ਕਮਾਨ ਦੇ ਫੈਸਲੇ ਨੂੰ ਹੀ ਲਾਗੂ ਕਰਵਾਉਣ ਦੇ ਲਈ ਲੜ ਰਿਹਾ। ਅਦਰਵਾਈਜ਼ ਜੇ ਉਹ ਇਹ ਗੱਲਾਂ ਨਾ ਕਹਿੰਦੇ ਤਾਂ ਉਹ ਲੰਬੀ ਦੀ ਚੋਣ ਨੂੰ ਲੜਦੇ ਲੜਦੇ ਲਾਜ਼ਮੀ ਤੌਰ ਤੇ ਆਪਣਾ ਰੱਟਾ ਵਧਾ ਸਕਦੇ ਸੀ। ਮੇਰਾ ਖਿਆਲ ਹੈ ਹੁਣ ਦੋਨੋਂ ਪਾਰਟੀਆਂ ਪੰਜਾਬ ਦੇ ਵਿੱਚ ਵੀ ਲੋੜੀਂਦਾ ਦਖਲ ਜ਼ਰੂਰ ਦੇਣਗੀਆਂ, ਕਿਉਂਕਿ ਯੂਪੀ 7 ਪੜਾਵਾਂ ਦੇ ਵਿੱਚ ਚੋਣ ਹੋਣੀਆਂ ਤੇ ਪੰਜਾਬ ਦੇ ਵਿੱਚ ਇੱਕੋ ਵਾਰ ਚੋਣ ਹੋਣੀਆਂ। ਔਰ ਅਗਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਬੀਜੇਪੀ ਵੀ ਔਰ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਜਿਸ ਵੀ ਲੈਵਲ ਦੇ ਉੱਤੇ ਸੰਭਵ ਹੋਏਗਾ ਪੰਜਾਬ ਦੀਆਂ ਚੋਣਾਂ ਦੇ ਵਿੱਚ ਲਾਜ਼ਮੀ ਤੌਰ ਤੇ ਦਖਲ ਦੇਣਗੀਆਂ। CP ਜੀ ਪਲੀਜ਼ ਗੋ ਅਹੈਡ। ਜੀ ਹਰਪ੍ਰੀਤ ਜੀ, ਦੇਖੋ ਤੁਸੀਂ ਬੀਜੇਪੀ ਦੇ ਵਿੱਚ ਆਪਣਾ ਨਰਿੰਦਰ ਮੋਦੀ ਜੀ ਜਾਂ ਅਮਿਤ ਸ਼ਾਹ ਜੀ ਕਿੰਨੇ ਕੁ ਇਨਵੋਲਵ ਨੇ, ਇਸ ਚੀਜ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਪਿੱਛੇ ਬੀਜੇਪੀ ਦੀ ਲਿਸਟ ਰਿਲੀਜ਼ ਕੀਤੀ ਸੀ ਤਾਂ ਕੁਝ ਕੈਂਡੀਡੇਟ ਉਹਨਾਂ ਨੇ ਰੱਖ ਦਿੱਤੇ ਸੀ, ਉਹਨਾਂ ਨੂੰ ਐਨਾਲਾਈਜ਼ ਕਰਕੇ, ਕਿਉਂਕਿ ਉਸ ਉੱਪਰ ਵਰਕਆਊਟ ਹੋ ਰਿਹਾ ਸੀ, ਮਦਨ ਮੋਹਨ ਮਿੱਤਲ ਜੀ ਨੂੰ ਡ੍ਰੌਪ ਕੀਤਾ ਗਿਆ, ਬਾਕੀ ਕੈਂਡੀਡੇਟਸ ਨੂੰ, ਬਾਕੀ ਜਿਹੜੇ ਉਹਨਾਂ ਦੇ ਮਿਨਿਸਟਰ ਸੀ ਉਹਨਾਂ ਨੂੰ ਸੀਟਾਂ ਦਿੱਤੀਆਂ ਗਈਆਂ। ਇਸ ਚੀਜ਼ ਤੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਉਹ ਪੰਜਾਬ ਲਈ ਕਿੰਨੇ ਕੁ ਵਰਿਡ ਨੇ ਜਾਂ ਪੰਜਾਬ ਲਈ ਉਹ ਕਿੰਨਾ ਸੋਚਦੇ ਨੇ। ਸੋ ਇਹ ਚੀਜ਼ ਸੋਚਣੀ ਥੋੜੀ ਜੀ ਠੀਕ ਨਹੀਂ ਹੋਏਗੀ ਕਿ ਪੰਜਾਬ ਲਈ ਉਹ ਮਤਰੇਈ ਮਾਂ ਦਾ ਵਿਹਾਰ ਹੈ ਜਿਹੜਾ ਉਹ ਕਰ ਰਹੇ ਨੇ। ਕਿਤੇ ਕਿਤੇ ਕੁਝ ਸਟੇਟਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੀਟਸ ਹੈ ਉਹ ਜ਼ਿਆਦਾ ਨੇ, ਪੰਜਾਬ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਥੋੜੀ ਜੀ ਘੱਟ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜ਼ਿਆਦਾ ਸੀਟਾਂ ਦੇ ਉੱਪਰ ਲੜਦੀ ਆਈ ਹੈ। ਸੋ ਇਹ ਚੀਜ਼ ਨਹੀਂ ਮੰਨ ਸਕਦਾ ਕਿ ਅਸੀਂ ਉਸ ਪੰਜਾਬ ਦੇ ਨਾਲ ਜਿਹੜਾ ਵਤੀਰਾ ਹੈ ਜਿਹੜਾ ਉਹ ਠੀਕ ਨਹੀਂ ਹੋ ਰਿਹਾ। ਪ੍ਰੋਪਰ ਇਨਵੋਲਵਮੈਂਟ ਕਰਕੇ ਹੀ ਉਹਨਾਂ ਨੇ ਸੀਟਾਂ ਦੀ ਡਿਸਟ੍ਰੀਬਿਊਸ਼ਨ ਕੀਤੀ ਹੈ ਔਰ ਆਈ ਥਿੰਕ ਸਾਰੀ ਜਿਹੜੀ ਇਹਨਾਂ ਦੀ ਹਾਈ ਕਮਾਨਾਂ ਦੇ ਵਿੱਚ ਇਨਵੋਲਵ ਸੀ ਔਰ ਉਸੇ ਦਾ ਨਤੀਜਾ ਹੈ ਕਿ ਜਿਹੜੀਆਂ ਕੱਲ ਉਹਨਾਂ ਦੀ ਜਿਹੜੀ ਲਾਸਟ ਲਿਸਟ ਆਈ ਹੈ ਉਹਦੇ ਵਿੱਚ ਸਾਰੀ ਚੀਜ਼ ਕਲੀਅਰ ਕਰ ਦਿੱਤੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਹੋਰ ਜਾਰੀ ਰੱਖੀਏ। ਇੱਥੇ ਅਸੀਂ ਲੈਂਦੇ ਹਾਂ ਛੋਟੀ ਜੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਡਿਬੇਟ ਨੰਬਰ 2 'ਚ।